ਸੋ ਹੁਣ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਾਡੇ ਅੱਜ ਦੇ ਗੈਸਟ ਸਪੀਕਰ ਸਰਦਾਰ ਅਮਰਦੀਪ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਅੱਜ ਦੇ ਵਿਸ਼ੇ ਦੇ ਹਵਾਲੇ ਦੇ ਨਾਲ ਆਪਣੇ ਵਿਚਾਰ ਸਾਡੇ ਸਰੋਤਿਆਂ ਦੇ ਨਾਲ ਸਾਂਝੇ ਕਰਨ। ਸਰਦਾਰ ਅਮਰਦੀਪ ਸਿੰਘ ਜੀ, ਸਕਰੀਨ ਤੁਹਾਡੇ ਕੋਲ ਹੈ, ਤੁਸੀਂ ਆਪਣੇ ਵਿਚਾਰ ਸਾਂਝੇ ਕਰੋ। ਅਸੀਂ ਅਖੀਰ ਦੇ ਉੱਤੇ ਸਵਾਲ ਜਵਾਬ ਸੈਸ਼ਨ ਦੇ ਵਿੱਚ ਤੁਹਾਡੇ ਨਾਲ ਮਿਲਾਂਗੇ। ਸਰਦਾਰ ਅਮਰਦੀਪ ਸਿੰਘ ਜੀ। ਲਖਵੀਰ ਜੀ, ਬਹੁਤ ਬਹੁਤ ਸ਼ੁਕਰੀਆ ਕਾਲਜ ਦੀ ਸਾਰੀ ਕਮੇਟੀ ਨੂੰ ਜਿਨ੍ਹਾਂ ਨੇ ਮੌਕਾ ਦਿੱਤਾ। ਤੇ ਅੱਜ ਦੇ ਜਿਹੜਾ ਤੁਸੀਂ ਮੈਨੂੰ ਟੌਪਿਕ ਦਿੱਤਾ ਹੈ, ਇਹ ਲੈਕਚਰ ਪੰਜਾਬੀ 'ਚ ਹੀ ਕਰਾਂਗੇ, ਥੋੜ੍ਹੀ ਬਹੁਤ ਵਿਚਕਾਰ ਅਸੀਂ ਇੰਗਲਿਸ਼ ਵਿੱਚ ਗੱਲ ਕਰਾਂਗੇ। ਤੇ ਇਹਦੇ ਅੰਦਰ ਅਸੀਂ ਜਿਹੜੀ ਸਿੱਖ ਵਿਰਾਸਤ ਦੀ ਜਿਹੜੀ ਮਾਰਸ਼ਲ ਲੈਗੇਸੀ ਰਹੀ ਹੈ, ਜਿਸ ਤੋਂ ਅਸੀਂ ਵਿਸਰ ਗਏ ਹਾਂ, ਜੋ ਇੰਡਸ ਦਰਿਆ ਦੇ ਲਾਗੇ ਔਰ ਆਪਣਾ ਲਾਹੌਰ ਤੋਂ ਲੈ ਕੇ ਅਫਗਾਨਿਸਤਾਨ ਦੇ ਬਾਰਡਰ ਤੱਕ ਜਿਹੜੀ ਸਾਡੀ ਲੈਗੇਸੀ ਗੁਜ਼ਰੀ ਹੈ ਮਾਰਸ਼ਲ ਐਂਗਲ ਤੋਂ, ਕਿਲਿਆਂ ਦੇ ਹਿਸਾਬ ਤੋਂ, ਉਹਨਾਂ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਸੀਗਾ ਤੇ ਉਸ ਨੂੰ ਮੈਂ ਇੱਕ ਡਾਕੂਮੈਂਟ ਕਰਕੇ ਇੱਕ ਤਰਤੀਬਵਾਰ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ। ਤੇ ਮੇਰੇ ਕੋਲ ਇੱਕ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਹੈਗੀ, ਅਗਰ ਮੈਂ ਇਸ ਨੂੰ ਮੈਨੂੰ 5-10 ਸੈਕਿੰਡ ਦੋ, ਮੈਂ ਜਰਾ ਸ਼ੇਅਰ ਕਰ ਲਾਂ ਇਹਨੂੰ, ਫਿਰ ਅਸੀਂ ਸਟਾਰਟ ਕਰਦੇ ਹਾਂ। ਜੀ ਸਰ। प्रेजेंटेशन नजर आ रही है जी? हाँ जी सर, आ रही है जी। ओके, ऑल राइट। सो ਲੈਗੇਸੀ ਆਫ ਲਾਹੌਰ ਦਰਬਾਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਇਸ ਨੂੰ ਮੈਂ ਜੋ ਮੇਰੇ ਖਿਆਲਾਤ ਨੇ ਉਸ ਨੂੰ ਮੈਂ ਥੋੜਾ ਜਿਹਾ ਸ਼ੇਅਰ ਕਰਾਂ ਕਿ ਅਕਸਰ ਅਸੀਂ ਯੂਜ਼ ਕਰਦੇ ਹਾਂ ਟਰਮ ਕਿ ਸਿੱਖ ਦੌਰ ਦੇ ਕਿਲੇ, ਰਾਈਟ। ਅਸਲ ਵਿੱਚ ਐਕਚੁਅਲੀ ਮੇਰੇ ਹਿਸਾਬ ਨਾਲ ਜਿਹੜੀ ਰਾਈਟ ਟਰਮ ਯੂਜ਼ ਕਰਨੀ ਚਾਹੀਦੀ ਹੈ ਉਹ ਹੈ ਲਾਹੌਰ ਦਰਬਾਰ ਦੇ ਦੌਰ ਦੇ ਜਿਹੜੇ ਕਿਲੇ, ਕਿਉਂਕਿ ਲਾਹੌਰ ਦਰਬਾਰ ਸਿਰਫ ਇੱਕ ਸਿੱਖਾਂ ਦਾ ਦਰਬਾਰ ਨਹੀਂ ਸੀਗਾ, ਮੇਰਾ ਇਹ ਪੂਰਾ ਮੰਨਣਾ ਹੈ। ਹਾਂ, ਬੇਸ਼ੱਕ ਉਸ ਦਾ ਨਾਂ ਖਾਲਸਾ ਸਰਕਾਰ ਸੀਗਾ, ਲੇਕਿਨ ਇੱਕ ਔਰ ਬਣਿਆ ਵੀ ਉਹ ਸਿੱਖਾਂ ਦੀ ਇੱਕ ਅਹਿਮ ਪੀਰੀਅਡ ਦੇ ਵਿੱਚ ਕੰਸੋਲੀਡੇਸ਼ਨ ਜੋ ਹੋਈ ਹੈ ਮਿਸਲ ਪੀਰੀਅਡਸ ਦੇ ਬਾਅਦ ਉਹ ਬਣਿਆ, ਲੇਕਿਨ ਇੱਕ ਬੜਾ ਸੈਕੂਲਰ ਰਾਜ ਸੀਗਾ। ਤੇ ਮੈਂ ਇਸ ਨੂੰ ਅਕਸਰ ਕੋਸ਼ਿਸ਼ ਕਰਨਾ ਕਿ ਇਸ ਨੂੰ ਮੈਂ ਕਹਾਂ ਕਿ ਲਾਹੌਰ ਦਰਬਾਰ ਦੀ ਜਿਹੜੀ ਲੈਗੇਸੀ ਰਹੀ ਹੈ, ਲੇਕਿਨ ਕਿਉਂਕਿ ਜ਼ਿਆਦਾਤਰ ਲੋਕ ਅਗਰ ਤੁਸੀਂ ਲਾਹੌਰ ਦਰਬਾਰ ਕਹੋ ਤੇ ਲਾਹੌਰ ਦਰਬਾਰ ਕਿਸ ਪੀਰੀਅਡ ਦਾ, ਮੁਗਲਾਈ ਦੌਰ ਦਾ, ਲੋਧੀ ਦੌਰ ਦਾ, ਕਿਹੜੇ ਦੌਰ ਦਾ, ਤੇ ਉਹ ਕਲੈਰੀਫਿਕੇਸ਼ਨ ਨਹੀਂ ਹੁੰਦੀ ਤੇ ਇਸ ਕਰਕੇ ਸਾਨੂੰ ਘੁੰਮ ਫਿਰ ਕੇ ਫਿਰ ਉਸੇ ਤੇ ਆ ਜਾਣਾ ਪੈਂਦਾ ਹੈ ਸਿੱਖ ਐਰਾ ਦਾ। ਇਹ ਮੈਂ ਕਲੈਰੀਫਾਈ ਕਰਨਾ ਚਾਹੁੰਦਾ ਸੀਗਾ ਬਿਫੋਰ ਆਈ ਸਟਾਰਟ। ਤੇ ਜਿਹੜੀ ਵੀ ਮੇਰੀ ਤੁਸੀਂ ਮੈਨੂੰ ਇੰਟਰੋਡਿਊਸ ਕੀਤਾ ਹੈ, ਜਿਹੜਾ ਵੀ ਮੇਰਾ ਕੰਮ ਅੱਜ ਤੱਕ ਹੋਇਆ ਹੈ, ਪਹਿਲੇ ਮੈਂ ਥੋੜਾ ਜਿਹਾ ਅਗਰ ਆਪਣੇ ਜਜ਼ਬਾਤੀ ਗੱਲ ਕਰ ਲਵਾਂ ਬਿਫੋਰ ਗੈਟਿੰਗ ਟੂ ਦ ਫੋਰਟਸ, ਕਿ ਇਹ ਜਜ਼ਬਾਤ ਜਾਗੇ ਕਿੱਥੋਂ, ਕਿਉਂਕਿ ਮੈਂ ਤੇ ਇੱਕ ਕਾਰਪੋਰੇਟ ਐਗਜ਼ੀਕਿਊਟਿਵ ਹਾਂ, ਜਿੱਦਾਂ ਤੁਸੀਂ ਮੇਰੀ ਪ੍ਰੋਫਾਈਲ ਸ਼ੇਅਰ ਕੀਤੀ ਹੈ। ਆਈ ਐਮ ਐਨ ਇੰਜੀਨੀਅਰ ਔਰ ਮੈਂ ਮਾਸਟਰਸ ਆਫ ਬਿਜ਼ਨਸ ਆਫ ਐਡਮਿਨਿਸਟ੍ਰੇਸ਼ਨ ਕੀਤੀ ਹੋਈ ਹੈ ਯੂਨੀਵਰਸਿਟੀ ਆਫ ਸ਼ਿਕਾਗੋ ਤੋਂ। 25 ਕੁ ਸਾਲ ਮੈਂ ਕਾਰਪੋਰੇਟ ਇੰਡਸਟਰੀ ਦੇ ਅੰਦਰ ਜਗਤ ਦੇ ਅੰਦਰ ਕੰਮ ਕੀਤਾ ਹੈ, ਜਿਹਦੇ ਵਿੱਚੋਂ 21 ਸਾਲ ਮੈਂ ਅਮਰੀਕਨ ਐਕਸਪ੍ਰੈਸ ਕੰਪਨੀ 'ਚ ਸੀਗਾ। ਤੇ 2014 ਦੇ ਅੰਦਰ ਮੇਰੇ ਜਜ਼ਬਾਤ ਇਸ ਪਾਸੇ ਕਿਉਂ ਮੈਨੂੰ ਲੈ ਗਏ, ਇਹਦੇ ਅੰਦਰ ਕੋਈ ਇੱਕ ਸਵਿਚ ਵਾਂਗਨ ਇੱਕ 2014 ਦੇ ਅੰਦਰ ਕੋਈ ਸਟੈਪ ਇਸ ਵੱਲ ਨਹੀਂ ਮੇਰਾ ਪਿਆ ਸੀਗਾ। ਇਹ ਇੱਕ ਜਰਨੀ ਕੋਈ 30 ਸਾਲ ਦੀ ਜਰਨੀ ਹੈ, ਜਿਹਦੇ ਅੰਦਰ ਮੈਂ ਬਚਪਨ ਤੋਂ ਮੈਨੂੰ ਇਸ ਇਲਾਕੇ ਦਾ, ਪੰਜਾਬ ਦਾ, ਕਸ਼ਮੀਰ ਦਾ, ਅਫਗਾਨਿਸਤਾਨ ਦਾ, ਇਹ ਸਾਰਾ ਇਲਾਕਾ, ਸਿੰਧੂ ਦਰਿਆ ਦਾ ਇਲਾਕਾ ਜਿਹੜਾ ਹੈ, ਇਹਦੇ ਨਾਲ ਮੈਨੂੰ ਕੁਝ ਖਾਸ ਹੀ ਸ਼ੌਕ ਸੀਗਾ ਤਾਰੀਖ ਪੜ੍ਹਨ ਦਾ, ਕਲਚਰਸ ਨੂੰ ਸਮਝਣ ਦਾ। ਤੇ 2014 ਦੇ ਅੰਦਰ ਜਦੋਂ ਮੈਂ ਆਪਣੀ ਅਮਰੀਕਨ ਐਕਸਪ੍ਰੈਸ ਦੀ ਜੌਬ ਛੱਡੀ, ਮੈਨੂੰ ਮੌਕਾ ਮਿਲਿਆ ਪਾਕਿਸਤਾਨ ਵਿੱਚ ਇੱਕ ਸਫ਼ਰ ਕਰਨ ਦਾ। ਉਹ ਮੈਂ ਕਿਤਾਬ ਲਿਖਣ ਨਹੀਂ ਗਿਆ ਸੀਗਾ, ਲੇਕਿਨ ਉਹ ਕਿਤਾਬ ਬਣ ਗਈ, ਕਿਉਂਕਿ ਜਦੋਂ ਮੈਂ ਉੱਥੇ ਗਿਆ ਤੇ 30 ਦਿਨਾਂ ਦੇ ਅੰਦਰ 36 ਸ਼ਹਿਰ ਤੇ ਪਿੰਡ ਜਿਹੜੇ ਮੈਂ ਸਫ਼ਰ ਕੀਤੇ, ਉਸ ਦੇ ਅੰਦਰ ਪੰਜਾਬ ਦਾ ਇਲਾਕਾ, ਖੈਬਰ ਪਖਤੂਨਖਵਾ ਤੇ ਜਿਹੜਾ ਸਾਡਾ ਪੁਸ਼ਤੈਨੀ ਇਲਾਕਾ ਜਿਹੜਾ ਸੀਗਾ ਕਸ਼ਮੀਰ ਦੇ ਅੰਦਰ, ਮੁਜ਼ੱਫਰਾਬਾਦ, ਉੱਥੇ ਤੱਕ ਜਾਣ ਦਾ ਮੌਕਾ ਮਿਲਿਆ। ਇਹ 2014 ਦੀ ਗੱਲ ਕਰ ਰਹੇ ਹਾਂ। ਹਾਲਾਤ ਕਾਫੀ ਉਸ ਟਾਈਮ, ਜਿੱਦਾਂ ਅੱਜ ਕੱਲ ਇੰਟਰਨੈਟ ਦੇ ਦੌਰ ਦੇ ਅੰਦਰ ਕਾਫੀ ਲੋਕਾਂ ਨਾਲ ਸਾਡੇ ਸੰਪਰਕ ਬਣ ਗਏ ਨੇ, ਲੋਕ ਆਉਣ ਜਾਣ ਸ਼ੁਰੂ ਹੋ ਗਏ ਨੇ, ਕਾਫੀ ਗੁਰਦੁਆਰੇ ਵੀ ਖੁੱਲ ਗਏ ਨੇ, ਮਾਹੌਲ ਕਾਫੀ ਚੇਂਜ ਹੋ ਗਿਆ। ਲੇਕਿਨ 2014 ਦੇ ਅੰਦਰ ਇਹ ਕੰਮ ਕਰਨਾ ਕੋਈ ਆਸਾਨ ਨਹੀਂ ਸੀਗਾ ਤੇ ਉਸ ਟਾਈਮ ਮੌਕਾ ਮਿਲਿਆ। ਕਾਫੀ ਪਾਕਿਸਤਾਨੀਆਂ ਨੇ ਮਦਦ ਵੀ ਕੀਤੀ ਔਰ ਉਹਨਾਂ ਸਾਰਿਆਂ ਦਾ ਮੈਂ ਸ਼ੁਕਰਗੁਜ਼ਾਰ ਹਾਂ। ਬੜੇ ਲੋਕਾਂ ਨੇ ਮੇਰਾ ਹੱਥ ਫੜਿਆ ਤੇ ਮੇਰਾ ਤੇ ਸਿਰਫ ਇਹ ਕੰਮ ਸੀਗਾ ਕਿ ਮੈਂ ਜੋ ਚੀਜ਼ ਮਹਿਸੂਸ ਕੀਤਾ, ਜੋ ਚੀਜ਼ ਦੇਖਿਆ, ਮੈਂ ਮੁਲਤਾਨ ਤੋਂ ਲੈ ਕੇ ਮੁਜ਼ੱਫਰਾਬਾਦ, ਖੈਬਰ ਪਾਸ ਤੋਂ ਲੈ ਕੇ ਲਾਹੌਰ ਤੱਕ ਦਾ, ਉਸ ਨੂੰ ਮੈਂ
ਇੱਕ ਸਟਰਕਚਰ ਵਿੱਚ ਪਾ ਕੇ ਆਪਣੀ ਪੂਰੀ ਜਰਨੀ ਨੂੰ ਫੋਟੋਗ੍ਰਾਫਿਕ ਵਿਜ਼ੂਅਲ ਐਕਸਪਲੋਰੇਸ਼ਨਸ ਦੇ ਹਿਸਾਬ ਨਾਲ ਪਹਿਲੀ ਕਿਤਾਬ ਦੇ ਅੰਦਰ ਅੰਕਿਤ ਕੀਤਾ, ਜਿਹਦਾ ਨਾਮ ਹੈ ਲੌਸਟ ਹੈਰੀਟੇਜ ਦ ਸਿੱਖ ਲੈਗੇਸੀ ਇਨ ਪਾਕਿਸਤਾਨ, ਜੋ ਤੁਸੀਂ ਇੱਥੇ ਲੈਫਟ ਵਿੱਚ ਦੇਖ ਰਹੇ ਹੋ। ਪਹਿਲੀ ਕਿਤਾਬ ਇਹ ਸੀਗੀ। ਦੂਜੀ ਕਿਤਾਬ ਮੈਨੂੰ ਫਿਰ ਮੌਕਾ ਮਿਲਿਆ ਜਾਣ ਦਾ, ਜਿਹਦੇ ਅੰਦਰ 90 ਸ਼ਹਿਰ ਤੇ ਪਿੰਡ ਦੇ ਵਿੱਚ ਹੋਰ ਮੈਂ ਰਿਸਰਚ ਕੀਤੀ। ਲੇਕਿਨ ਮੈਂ ਇਹ ਕਹਿਦਾ ਕਿ ਅਗਰ ਮੇਰੀ ਆਪਣੀ ਨਿੱਜੀ ਅਗਰ ਚੈਲੰਜਸ ਨੂੰ ਅਗਰ ਜ਼ਾਹਿਰ ਕਰਾਂ ਤੇ ਜ਼ਿਆਦਾ ਚੈਲੰਜਸ ਮੈਨੂੰ ਆਏ ਸਨ ਸੈਕੰਡ ਬੁੱਕ ਕਰਨ ਵਿੱਚ, ਬਿਕੋਜ਼ ਇਹਦੇ ਅੰਦਰ ਮੈਂ ਆਪਣੇ ਆਪ ਨੂੰ ਵੀ ਪੁਸ਼ ਕੀਤਾ ਕਿ ਪੰਜਾਬ ਤੋਂ ਬਾਹਰ ਨਿਕਲ ਕੇ ਸਿੰਧ ਵੱਲ, ਬਲੋਚਿਸਤਾਨ ਵੱਲ, ਬਲਟਿਸਤਾਨ ਵੱਲ ਤੇ ਖੈਬਰ ਪਖਤੂਨਖਵਾ ਦਾ ਕਾਫੀ ਜਿਹੜਾ ਅੰਦਰੂਨ ਇਲਾਕਾ ਹੈ ਉਹਨਾਂ ਜਾ ਕੇ ਡਾਕੂਮੈਂਟੇਸ਼ਨ ਕਰੀਏ। ਤੇ ਜੋ ਡਾਕੂਮੈਂਟੇਸ਼ਨ ਸੈਕੰਡ ਬੁੱਕ ਦੇ ਅੰਦਰ ਹੋਈ ਹੈ, ਦ ਕੁਐਸਟ ਕੰਟੀਨਿਊਜ਼, ਖੋਜ ਜਾਰੀ ਹੈ, ਉਸ ਦੇ ਅੰਦਰ ਕਾਫੀ ਡੀਪ ਇਲਾਕਿਆਂ ਦੇ ਅੰਦਰ ਜਾਣ ਦਾ ਮੌਕਾ ਮਿਲਿਆ ਹੈ। ਤੇ ਜਿਹੜੀ ਲਰਨਿੰਗਸ ਨੇ ਉਸ ਵਿੱਚ ਕਲਚਰਲ ਹਿਸਾਬ ਦੇ ਨਾਲ, ਆਰਟ ਆਰਕੀਟੈਕਚਰ, ਗੁਰਦੁਆਰਿਆਂ ਦੇ ਹਿਸਾਬ ਨਾਲ, ਲਿਵਿੰਗ ਕਮਿਊਨਿਟੀਜ਼ ਦੇ ਹਿਸਾਬ ਨਾਲ ਤੇ ਕਿਲਿਆਂ ਦੇ ਹਿਸਾਬ ਨਾਲ, ਜਿਸ ਦੇ ਬਾਰੇ ਚ ਅਸੀਂ ਹੁਣ ਗੱਲ ਕਰਾਂਗੇ, ਉਹ ਜ਼ਿਆਦਾ ਸੈਕੰਡ ਵੋਲਿਊਮ ਵਿੱਚ ਅੰਕਿਤ ਨੇ। ਤੇ ਇਸ ਤੋਂ ਬਾਅਦ ਮੈਨੂੰ ਫਿਰ ਮੌਕਾ ਮਿਲਿਆ 2 ਡਾਕੂਮੈਂਟਰੀਜ਼ ਕਰਨ ਦਾ। ਪੀਅਰਿੰਗ ਸੋਲ ਦੀ ਅਸੀਂ ਪੰਜਾਬੀ ਟ੍ਰਾਂਸਲੇਸ਼ਨ ਵੀ ਕਰ ਲਈ ਹੈ, ਤਰਾਸਦੀ ਰੂਹ। ਤਰਾਸਦੀ ਰੂਹ ਜਿਹੜੀ ਹੈ ਤੁਹਾਨੂੰ ਮੇਰੇ YouTube ਚੈਨਲ ਦੇ ਉੱਤੇ ਮਿਲ ਜਾਏਗੀ। ਉਹ 50 ਮਿੰਟ ਦੀ ਡਾਕੂਮੈਂਟਰੀ ਹੈ, ਉਹਦਾ ਇੰਗਲਿਸ਼ ਵਰਜ਼ਨ ਪੀਅਰਿੰਗ ਸੋਲ ਹੈ। ਇਹਦੇ ਅੰਦਰ ਜਿਹੜੇ ਭੁੱਲੇ ਵਿਸਰੇ ਗੁਰਦੁਆਰੇ ਨੇ ਉਹਨਾਂ ਦੇ ਬਾਰੇ ਚ ਅਸੀਂ ਡਾਕੂਮੈਂਟੇਸ਼ਨ ਕੀਤੀ ਹੈ। ਸਬਜੈਕਟ ਬਹੁਤ ਵੱਡਾ ਹੈ, ਸਾਰਾ ਕੁਝ ਅਸੀਂ ਡਾਕੂਮੈਂਟੇਸ਼ਨ ਕਰ ਵੀ ਨਹੀਂ ਸਕਦੇ ਹਾਂ ਇੱਕ ਡਾਕੂਮੈਂਟਰੀ ਦੇ ਅੰਦਰ, ਲੇਕਿਨ ਉਹਦਾ ਆਬਜੈਕਟਿਵ ਸਿਰਫ ਇਹ ਸੀਗਾ ਦਰਸਾਉਣ ਦਾ ਕਿ ਇਤਨੀ ਵੱਡੀ ਲੈਗੇਸੀ, ਇਤਨੀ ਵੱਡੀ ਵਿਰਾਸਤ ਅੱਜ ਸਿਰਫ 4-5 ਗੁਰਦੁਆਰਿਆਂ ਤੱਕ ਸੀਮਿਤ ਰਹਿ ਗਈ ਹੈ, ਜਿਹਦੇ ਅੰਦਰ ਸਾਡਾ ਪੂਰਾ ਫੋਕਸ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ, ਇਹਨਾਂ ਗੁਰਦੁਆਰਿਆਂ ਤੱਕ ਹੀ ਫੋਕਸਡ ਹੈਗਾ। ਤੇ ਉਸ ਤੋਂ ਇਲਾਵਾ ਜਿਹੜਾ ਮੈਨੂੰ ਕਿਲਿਆਂ ਦੇ ਅੰਦਰ ਜਾਣ ਦਾ ਮੌਕਾ ਮਿਲਿਆ, ਉਹ ਪੀਅਰਿੰਗ ਵਾਰੀਅਰ, ਜੋ ਮੈਂ ਅੱਜ ਗੱਲ ਕਰ ਰਿਹਾ, ਇਹਨਾਂ ਦੀ ਕੁਝ ਅੰਸ਼ ਤੁਸੀਂ ਇਹ ਅਗਰ YouTube ਤੇ ਚੈਨਲ ਤੇ ਜਾ ਕੇ ਪੀਅਰਿੰਗ ਵਾਰੀਅਰ ਡਾਕੂਮੈਂਟਰੀ ਦੇਖੋ, ਇਸ ਟਾਕ ਤੋਂ ਬਾਅਦ ਤੁਹਾਨੂੰ ਉਹਦਾ ਇੱਕ ਹੋਰ ਫਲੇਵਰ ਨਜ਼ਰ ਆਏਗਾ। ਲੇਕਿਨ ਉਹ ਸਾਰੇ ਕਿਲੇ ਨਹੀਂ ਨੇ ਜਿਹੜੇ ਮੈਂ ਅੱਜ ਤੁਹਾਡੇ ਨਾਲ ਇਸ ਟਾਕ ਵਿੱਚ ਸ਼ੇਅਰ ਕਰਾਂਗਾ, ਸਿਰਫ ਉਹਦਾ ਤੁਹਾਨੂੰ ਇੱਕ ਅੰਸ਼ ਮਿਲੇਗਾ। 35 ਮਿੰਟ ਦੀ ਡਾਕੂਮੈਂਟਰੀ ਹੈ, ਇਹਦੀ ਅਜੇ ਪੰਜਾਬੀ ਦੇ ਅੰਦਰ ਇਸਦਾ ਅਨੁਵਾਦ ਨਹੀਂ ਹੋਇਆ ਅਜੇ। ਗੱਲ ਇਹ ਆਂਦੀ ਹੈ ਕਿ ਇਹ ਜਜ਼ਬਾ ਜਾਗਿਆ ਕਿੱਥੋਂ, ਕਿਉਂਕਿ ਜਦੋਂ ਮੈਂ ਪੜ੍ਹਦਾ ਸੀਗਾ ਤੇ ਅਕਸਰ ਮੈਨੂੰ ਮਹਿਸੂਸ ਹੁੰਦਾ ਸੀਗਾ 1947 ਦੇ ਅੰਦਰ ਜਿਹੜੇ ਮੇਰੇ ਪਰਿਵਾਰ ਦੇ ਲੋਕ ਯੂਪੀ ਵੱਲ ਆਏ ਨੇ, ਉਹਨਾਂ ਨੇ ਆਪਣੀ ਤਾਰੀਖ ਨੂੰ ਕਾਇਮ ਰੱਖਿਆ, ਸਾਨੂੰ ਉਹ ਕਹਾਣੀਆਂ ਦਸੀਆਂ, ਲੈਂਗੁਏਜ ਨਾਲ ਐਸੋਸੀਏਟਿਡ ਰਹੇ। ਤੇ ਮੈਨੂੰ ਅਕਸਰ ਮਹਿਸੂਸ ਹੁੰਦਾ ਸੀਗਾ ਕਿ ਇਤਨੀ ਵੱਡੀ ਲੈਗੇਸੀ ਸਾਡੀ, ਕਿਉਂਕਿ ਮੈਂ ਹਿੰਦੀ ਬੈਲਟ ਵਿੱਚ ਗਰੋ ਅਪ ਹੋਇਆ, ਤੇ ਮੈਨੂੰ ਇਹ ਕੁਐਸਚਨ ਰਹਿੰਦਾ ਸੀਗਾ ਇਤਨੀ ਵੱਡੀ ਲੈਗੇਸੀ 1849 ਦੇ ਅੰਦਰ ਜੋ ਬ੍ਰਿਟਿਸ਼ ਇੰਡੀਆ ਦੇ ਅੰਦਰ ਆਈ, ਦ ਲਾਸਟ ਸਟੇਟ ਜਿਹਦੇ ਅੰਦਰ ਉਹ ਗਏ ਨੇ ਪੰਜਾਬ ਸੀਗਾ, ਐਂਡ ਦੇ ਰੂਲਡ ਇਨ ਪੰਜਾਬ ਫॉर 98 ਇਅਰਸ। ਦੇ ਰੂਲਡ ਐਲਸਵੇਅਰ ਇਨ ਇੰਡੀਆ ਫॉर ਓਵਰ 170 ਇਅਰਸ, ਲੇਕਿਨ 98 ਇਅਰਸ ਉਹਨਾਂ ਨੇ ਪੰਜਾਬ ਦੇ ਅੰਦਰ ਰੂਲ ਕੀਤਾ। ਐਂਡ ਉਸ ਤੋਂ ਬਾਅਦ 1947 ਦੇ ਅੰਦਰ ਜਦੋਂ ਛੱਡ ਕੇ ਜਾ ਰਹੇ ਸਨ, ਉਹਨਾਂ ਨੇ ਉਹ ਪੂਰਾ ਇਲਾਕਾ ਡਿਵਾਈਡ ਕਰ ਦਿੱਤਾ। ਤੇ ਅੰਦਰ ਅੱਜ 70 ਤੋਂ 75% ਇਲਾਕਾ ਜਿਹੜਾ ਹੈ ਅੱਜ ਪਾਕਿਸਤਾਨ ਦੇ ਅੰਦਰ ਹੈ, ਜਿਹੜਾ ਲਾਹੌਰ ਦਰਬਾਰ ਦਾ ਇਲਾਕਾ ਸੀਗਾ। ਤੇ ਅਗਰ ਤੁਸੀਂ ਇਹ ਦੇਖੋ, ਜਿਹਨੂੰ ਅਸੀਂ ਅਕਸਰ ਸਿੱਖ ਕਿੰਗਡਮ ਕਹਿੰਦੇ ਆ, ਬਟ ਉਹ ਲਾਹੌਰ ਦਰਬਾਰ ਦਾ ਜਿਹੜਾ ਇਲਾਕਾ ਸੀਗਾ, ਲੇਹ ਲਦਾਖ, ਬਲਟਿਸਤਾਨ, ਕਸ਼ਮੀਰ ਤੋਂ ਲੈ ਕੇ ਮੁਲਤਾਨ ਔਰ ਖੈਬਰ ਪਖਤੂਨਖਵਾ ਡਰਨ ਲਾਈਨ ਜਿਹੜੀ ਹੈ, ਉੱਥੇ ਤੱਕ ਦਾ ਇਲਾਕਾ, ਇਸ ਨੂੰ ਅਸੀਂ ਅਗਰ ਅੱਜ ਤੇ ਇੰਡੀਆ ਪਾਕਿਸਤਾਨ ਦੇ ਮੈਪ ਦੇ ਉੱਤੇ ਅਗਰ ਅਸੀਂ ਓਵਰਲੇ ਕਰੀਏ ਤੇ ਸਾਫ਼ ਜ਼ਾਹਿਰ ਹੁੰਦਾ ਹੈ ਕਿ 70 ਤੋਂ 75% ਇਲਾਕਾ ਅੱਜ ਪਾਕਿਸਤਾਨ ਵਿੱਚ ਹੈ। ਤੇ ਫਿਰ ਗੱਲ ਇਹ ਆਂਦੀ ਹੈ ਕਿ ਸਾਡੀ ਯਾਦਾਸ਼ਤ ਵਿੱਚੋਂ ਉਹ ਜਿਹੜੇ ਚੈਪਟਰ ਸੀਗੇ ਤਾਰੀਖ ਦੇ, ਜਿਨ੍ਹਾਂ ਵਿੱਚ ਸਾਡੀ ਇੱਕ ਲੈਗੇਸੀ ਗੁਜ਼ਰੀ ਸੀ, ਸਪਿਰਿਚੁਅਲ, ਕਲਚਰਲ ਐਜ਼ ਵੈਲ ਐਜ਼ ਮਾਰਸ਼ਲ ਲੈਗੇਸੀ, ਉਹ ਸਾਰੀ ਗਵਾਚ ਗਈ ਹੈ। ਔਰ ਉਸਦਾ ਰੀਜ਼ਨ ਇਹ ਹੈ, if you don't have your lands, your legacy evaporates also. So that is the unfortunate thing ਕਿ ਸਾਡਾ ਐਕਸੈਸ ਖੋ ਗਿਆ ਇਸ ਦੇ ਅੰਦਰ, ਪਾਰਟੀਸ਼ਨ ਦੇ ਅੰਦਰ। ਤੇ ਇਹ ਮੈਂ ਥੋੜਾ ਜਿਹਾ ਬੈਕਗ੍ਰਾਉਂਡ ਦੱਸਦੇ, I just want to get down to ਤੁਸੀਂ ਥੋੜਾ ਜਿਹਾ ਇੰਟਰੋਡਿਊਸ ਕੀਤਾ ਹੈ, ਮੈਂ ਇਹ ਆਡੀਅנס ਨੂੰ ਇਹ ਵੀ ਦੱਸਦਾ ਕਿ ਜਿਹੜਾ ਪਿਛਲੇ 3.25 ਸਾਲ ਤੋਂ ਸਾਡਾ ਪ੍ਰੋਜੈਕਟ ਚੱਲ ਰਿਹਾ ਹੈ, ਜਿਹਦੇ ਅੰਦਰ ਮੇਰਾ ਔਰ ਮੇਰੀ ਟੀਮ ਦਾ 100% ਫੋਕਸ ਹੈ, ਔਰ ਇਹ ਪ੍ਰੋਜੈਕਟ ਮੁਕੰਮਲ ਹੋਣ ਜਾ ਰਿਹਾ ਹੈ। ਇਸ ਪੜਾਅ ਤੇ ਪਹੁੰਚ ਗਿਆ ਹੈ ਕਿ ਅਸੀਂ 14 ਅਕਤੂਬਰ ਨੂੰ ਪਹਿਲੀ ਇਸ ਦੀ ਐਪੀਸੋਡ ਦੀ ਡਾਕੂ ਸੀਰੀਜ਼ ਦੀ ਪਹਿਲੀ ਐਪੀਸੋਡ ਅਸੀਂ ਰਿਲੀਜ਼ ਕਰਨ ਜਾ ਰਹੇ ਹਾਂ। ਇਹਦੇ ਅੰਦਰ 24 ਐਪੀਸੋਡਸ ਦੀ ਡਾਕੂ ਸੀਰੀਜ਼ ਹੈ। ਇਹਦੇ ਅੰਦਰ ਅਸੀਂ ਗੁਰੂ ਨਾਨਕ ਸਾਹਿਬ ਦਾ ਪੂਰਾ ਜ਼ਿੰਦਗੀ ਦਾ ਜਿਹੜਾ ਸਫ਼ਰ ਸੀਗਾ, ਫਰੋਮ ਹਿਸ ਬਰਥ ਟਿਲ ਹਿਸ ਲਾਸਟ ਡੇਜ਼,
ਹਰ ਇੱਕ ਸਾਈਟ ਦੇ ਅੰਦਰ ਮਲਟੀ ਫੇਥ ਸਾਈਟਸ ਦੇ ਅੰਦਰ ਜਾ ਕੇ ਅਸੀਂ ਇਹਨੂੰ ਡਾਕੂਮੈਂਟ ਕੀਤਾ ਹੈ 9 ਕੰਟਰੀਜ਼ ਦੇ ਅੰਦਰ, ਉਸ ਨੂੰ ਅਸੀਂ ਪੇਸ਼ ਕਰਨ ਜਾ ਰਹੇ ਹਾਂ ਸੰਗਤ ਦੇ ਅੱਗੇ। ਔਰ ਇਹ ਸਾਡੀ ਸੀਰੀਜ਼ ਦਾ ਨਾਮ ਹੋਏਗਾ ਐਲੀਗਰੀ ਅ ਟੈਪਿਸਟਰੀ ਆਫ ਗੁਰੂ ਨਾਨਕ ਟਰੈਵਲਸ। ਇਹਨਾਂ ਕਹਿੰਦੇ ਹੋਏ ਹੁਣ ਅਸੀਂ ਆਪਣੇ ਟੌਪਿਕ ਤੇ ਆਨੇ ਆ। ਟੌਪਿਕ ਤੇ ਆਉਣ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਇਹ ਇੱਕ ਛੋਟੀ ਜੀ ਇੱਕ ਜਜ਼ਬਾਤੀ ਇੱਕ ਕਲਿੱਪ ਜੋ ਪੀਅਰਿੰਗ ਵਾਰੀਅਰ ਜਿਹੜੀ ਇੰਗਲਿਸ਼ ਡਾਕੂਮੈਂਟਰੀ ਹੈ ਉਸ ਵਿੱਚ ਮੈਂ ਇੱਕ 2 ਮਿੰਟ ਦੀ ਕਲਿੱਪ ਤੁਹਾਨੂੰ ਦਿਖਾ ਦਾਂ ਤਾਂ ਕਿ ਇਸ ਤੋਂ ਇੱਕ ਜਜ਼ਬਾਤ ਜੋ ਮੈਨੂੰ ਡਰਾਈਵ ਕਰ ਰਿਹਾ ਸੀਗਾ ਉਹ ਜ਼ਾਹਿਰ ਕਰ ਸਕਾਂ। ਉਸ ਤੋਂ ਬਾਅਦ ਅਸੀਂ ਅੱਗੇ ਚੱਲਦੇ ਹਾਂ। Lahore, once the capital of the Sikh Empire, is today devoid of the community that had churned its glorious chapters from the city. In 1798, Ranjit Singh rode to Lahore, climbed the walls of the fort and challenged Shah Zaman. O grandson of Abdali, come down and measure swords with the grandson of Charat Singh. Ranjit Singh created a mighty kingdom, which for the first time in 1000 years was ruled by the son of the soil. He halted the perennial invasions of the Indian subcontinent from the northwest. As I stood within the precincts of the Lahore fort, peering at the Athdhara, the 8-gated monument from where Ranjit Singh ruled the mighty kingdom, I was reminded of the painting from the past which depicts the hustle and bustle of the royal court. In that moment, the walls of the Lahore fort echoed a question from within the sounds of silence. Why is it that the glorious chapters that have churned in these lands are totally forgotten by the present generations of Pakistanis and the Sikh community? A few Sikhs who do visit these lands of their forefathers, their desires to explore the legacy footprints seldom surpasses the few functional gurdwaras. Do they not have a responsibility to embrace us, the forgotten monuments of the Sikh kingdom? As I walked out of the Lahore fort, I sighed. I do not have an answer to this question of yours. ਸੋ ਇਹ ਜਜ਼ਬਾਤ ਹੈ ਜੋ ਮੈਨੂੰ ਇਸ ਪੜਾਅ ਤੇ ਲੈ ਕੇ ਗਿਆ, ਇਸ ਜਰਨੀ ਤੇ ਲੈ ਕੇ ਗਿਆ। ਹੁਣ 7 ਸਾਲ ਹੋ ਗਏ ਨੇ ਐਂਡ ਆਈ ਸੀ ਮਾਈ ਸੈਲਫ ਗੋਇੰਗ ਡੀਪਰ ਐਂਡ ਡੀਪਰ। ਪ੍ਰੋਜੈਕਟ ਸਾਡੇ ਕੋਲ ਕਾਫੀ ਨੇ। ਡਿਪੈਂਡ ਕਰਦਾ ਹੈ ਇਹ ਐਲੀਗਰੀ ਟੈਪਿਸਟਰੀ ਆਫ ਗੁਰੂ ਨਾਨਕ ਟਰੈਵਲਸ ਜਦੋਂ ਅਸੀਂ ਕਮਿਊਨਿਟੀ ਦੇ ਅੱਗੇ ਪੇਸ਼ ਕਰਾਂਗੇ ਉਸ ਤੋਂ ਬਾਅਦ ਕਿਹੜੇ ਬੂਹੇ ਖੁੱਲਦੇ ਨੇ, ਕਿਹੜੇ ਪਾਸੇ ਅਸੀਂ ਚੱਲਦੇ ਹਾਂ। ਲਾਈਫ ਇਜ਼ ਅ ਮਿਸਟਰੀ, ਵੀ ਵਿਲ ਫਿਗਰ ਇਟ ਆਊਟ। ਹੈਵਿੰਗ ਸੈਡ ਦੈਟ, let's get to the topic, forts of the Lahore Darbar. ਥੋੜਾ ਜਿਹਾ ਕੰਟੈਕਸਟ ਦੇਣਾ ਚਾਹਨਾ। ਜਦੋਂ ਅਸੀਂ ਲਾਹੌਰ ਦਰਬਾਰ ਕਹਿੰਦੇ ਆ ਅਸੀਂ ਅਕਸਰ ਆਪਣਾ ਫੋਕਸ ਰਣਜੀਤ ਸਿੰਘ ਦੇ ਐਰਾ ਤੇ ਲੈ ਆਉਂਦੇ ਆ, ਲੇਕਿਨ ਰਣਜੀਤ ਸਿੰਘ ਦਾ ਐਰਾ ਕਿਉਂਕਿ ਅੱਜ ਦੀ ਟੌਪਿਕ ਜਿਹੜੀ ਹੈ ਇਹ ਅਸੀਂ ਕਿਲਿਆਂ ਨੂੰ ਐਜ਼ ਅ ਫਿਜ਼ੀਕਲ ਸਾਈਟ ਲੈ ਕੇ ਗੱਲ ਕਰਾਂਗੇ, ਪਿਕਚਰਾਂ ਥਰੂ ਇੱਕ ਐਕਸਪੈਂਸ਼ਨ ਆਫ ਦੀ ਇੰਪਾਇਰ ਦੀ ਗੱਲ ਕਰਾਂਗੇ। ਲੇਕਿਨ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਉਸ ਇੰਪਾਇਰ ਦੀ ਨੀਂਹ ਕਿਸ ਤਰ੍ਹਾਂ ਪਈ ਤੇ ਅਸੀਂ 2-3 ਮਿੰਟ ਅਸੀਂ ਉਸ ਦੇ ਉੱਤੇ ਲਾ ਕੇ ਇਹਨੂੰ ਸਮਝੀਏ ਕਿ 1799 ਦੇ ਅੰਦਰ ਜਦੋਂ ਰਣਜੀਤ ਸਿੰਘ ਐਸਟੈਬਲਿਸ਼ਸ ਹਿਸ ਕੰਟਰੋਲ ਓਵਰ ਹਿਸ ਅਥਾਰਟੀ ਓਵਰ ਦੀ ਲਾਹੌਰ ਫੋਰਟ ਐਂਡ ਐਸਟੈਬਲਿਸ਼ਸ ਹਿਸ ਰੂਲ ਐਂਡ ਹੀ ਹੈਜ਼ ਕਮ ਫਰੋਮ ਸੁਕਰ ਚੱਕੀਆ ਮਿਸਲ ਤੇ ਉਸ ਤੋਂ ਪਹਿਲਾਂ ਕੀ ਹੋਇਆ ਸੀਗਾ। ਤਾਂ 1709 ਗੁਰੂ ਗੋਬਿੰਦ ਸਿੰਘ ਜੀ ਦੇ ਬਾਅਦ 1709 ਤੋਂ ਲੈ ਕੇ 1715 ਤੱਕ ਦਾ ਜਿਹੜਾ ਪੀਰੀਅਡ ਹੈ, ਬੰਦਾ ਬਹਾਦਰ ਦਾ ਜਿਹੜਾ ਪੀਰੀਅਡ ਹੈ, ਉਹਦੇ ਅੰਦਰ ਸਾਡੀ ਕਾਫੀ ਕਮਿਊਨਿਟੀ ਦੇ ਜਦੋ ਜਹਾਦ ਰਹੀ ਹੈ। ਇੱਕ ਸਪਾਰਕ ਆਫ ਇੱਕ ਚਿੰਗਾਰੀ ਆਪਣੀ ਇੱਕ ਇੰਡੀਪੈਂਡੈਂਸ ਦੀ ਉਸ ਪੀਰੀਅਡ ਦੇ ਅੰਦਰ ਨਜ਼ਰ ਆਉਂਦੀ ਹੈ, ਜਿਹਦੇ ਅੰਦਰ ਸਿੱਕੇ ਬਣੇ ਸਾਡੇ ਗੁਰੂ ਨਾਨਕ ਜੀ ਦੇ ਨਾਂ ਤੇ, ਆਰਡਰਸ, ਲੈਂਡ ਰਿਫਾਰਮਸ ਹੋਈਆਂ। ਬਟ ਆਈ ਵਿਲ ਨਾਟ ਗੈਟ ਇਨਟੂ ਦੈਟ ਪੀਰੀਅਡ। ਉਸ ਤੋਂ ਬਾਅਦ 1716 ਤੋਂ 1738 ਦਾ ਜਿਹੜਾ ਪੀਰੀਅਡ ਸੀਗਾ ਉਹ ਕਾਫੀ ਇੱਕ ਡਾਰਕ ਪੀਰੀਅਡ ਹੈ ਸਾਡੀ ਹਿਸਟਰੀ ਦਾ, ਜਿਹਦੇ ਅੰਦਰ there was a price on the head of the Sikhs and lot of disputes happened. But in a period ਦੇ through ਕੀ ਹੁੰਦਾ ਕੀ ਹੈ ਕਿ ਇੱਕ ਜਿਹੜਾ ਬੀਜ ਹੈ, ਮਿਸਲਾਂ ਦਾ ਜਿਹੜਾ ਬੀਜ ਹੈ,
10-15 ਸਾਲ ਬਾਅਦ ਜਿਹੜਾ ਇੱਕ ਸ਼ੇਪ ਲੈਂਦਾ ਹੈ ਉਹ ਪੈਣਾ ਸ਼ੁਰੂ ਹੋ ਜਾਂਦਾ ਹੈ। 1739 to 49 ਫੋਰਨ ਇਨਵੇਜਨਸ ਵੱਧਦੇ ਨੇ। ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ attacks crosses the river Indus and comes on to this side ਜਿਹੜਾ ਖੁਰਾਸਾਨ ਤੋਂ ਦਾ ਇਲਾਕਾ ਜਿਹੜਾ ਅੱਜ ਦਾ ਵੈਸਟ ਆਫ ਦੀ ਰਿਵਰ ਇੰਡਸ ਦਾ ਜਿੰਨਾ ਵੀ ਇਲਾਕਾ ਅਸੀਂ ਕਹੀਏ ਉਸ ਪਾਸੋਂ ਈਰਾਨ, ਪਰਸ਼ੀਆ, ਅਫਗਾਨਿਸਤਾਨ ਇਹਨਾਂ ਪਾਸਿਓਂ ਜਿਹੜੇ ਇਨਵੇਜਨਸ ਹੁੰਦੇ ਨੇ ਐਂਡ ਦੇ ਕਮ ਇਨਟੂ ਦ ਲੈਂਡਸ ਔਨ ਦ ਈਸਟ ਆਫ ਰਿਵਰ ਇੰਡਸ ਜਿਸ ਨੂੰ ਅਸੀਂ ਹਿਸਟੋਰੀਕਲੀ ਹਿੰਦੁਸਤਾਨ ਕਹੀਦਾ ਸੀਗਾ, ਉਸ ਪਾਸੇ ਆਉਂਦੇ ਨੇ। ਤੇ ਉਸ ਟਾਈਮ ਵਿੱਚ ਪੰਜਾਬ ਦਾ ਜਿਹੜਾ ਕ੍ਰਾਸ ਰੋਡਸ ਹੈ ਉੱਥੇ ਸਿੱਖਾਂ ਦੇ ਉੱਤੇ ਕਾਫੀ ਅਟੈਕਸ ਹੁੰਦੇ ਨੇ ਐਂਡ ਇਟਸ ਅਗੇਨ ਅ ਵੈਰੀ ਡਾਰਕ ਪੀਰੀਅਡ ਆਫ ਦ ਸਿੱਖ ਹਿਸਟਰੀ। ਲੇਕਿਨ ਉਹ ਜਿਹੜੀ ਸੀਡਸ ਪੈਂਦੇ ਨੇ ਜਿਹੜੇ 1716 ਪੀਰੀਅਡ ਤੋਂ ਬਾਅਦ ਉਹ 1748 ਵਿੱਚ ਆ ਕੇ ਪ੍ਰਫੁੱਲਿਤ ਹੋਣੇ ਸ਼ੁਰੂ ਹੋ ਜਾਂਦੇ ਨੇ। ਦੇ ਸਟਾਰਟ ਟੇਕਿੰਗ ਸ਼ੇਪ ਔਰ ਉਸ ਪੀਰੀਅਡ ਦੇ ਅੰਦਰ ਗਲੋਰੀਅਸ ਚੈਪਟਰ ਆਫ ਦ ਸਿੱਖ ਹਿਸਟਰੀ ਸਟਾਰਟਸ once again। ਸਿੱਖਾਂ ਦਾ ਜਿਹੜਾ ਗੁਰੂਆਂ ਦੇ ਟਾਈਮ ਤੇ ਬਹੁਤ ਇੱਕ ਗਲੋਰੀਅਸ ਚੈਪਟਰ ਰਿਹਾ ਹੈ। ਆਈ ਡੋਂਟ ਮੀਨ ਟੂ ਸੇ ਦਿਸ ਇਜ਼ ਦ ਫਰਸਟ ਗਲੋਰੀਅਸ ਚੈਪਟਰ। ਸਿੱਖ ਗੁਰੂਆਂ ਦੇ ਪੀਰੀਅਡ ਦੇ ਵਿੱਚ there was not much of a conflict from the first to the ninth Guru's period. There were small conflicts, but ਇੱਕ ਬੜਾ ਗਲੋਰੀਅਸ ਚੈਪਟਰ ਰਿਹਾ spiritual aspect ਦੇ ਹਿਸਾਬ ਨਾਲ। But 1748 ਦੇ ਵਿੱਚ the formation of ਮਿਸਲਸ ਦਾ ਪੀਰੀਅਡ ਸ਼ੁਰੂ ਹੁੰਦਾ ਹੈ, ਜਿਹਦੇ ਅੰਦਰ ਕਰਦੇ ਕਰਦੇ 1799 ਤੱਕ ਜਦੋਂ ਮਹਾਰਾਜਾ ਰਣਜੀਤ ਸਿੰਘ ਟੇਕਸ ਚਾਰਜ ਆਫ ਲਾਹੌਰ ਫੋਰਟ ਤਾਂ ਤੱਕ 12 ਮਿਸਲਾਂ ਸੀਗੀਆਂ। ਰਣਜੀਤ ਸਿੰਘ ਦਾ ਜਿਹੜਾ ਇੱਕ ਮੇਜਰ ਰੋਲ ਸੀਗਾ ਟੂ ਕੰਸੋਲੀਡੇਟ ਮੈਜੋਰਿਟੀ ਆਫ ਦ ਮਿਸਲਸ। ਮੈਂ ਮੈਜੋਰਿਟੀ ਇਸ ਕਰਕੇ ਕਹਿ ਰਿਹਾ ਕਿ ਜਿਹੜੀ ਸਿਸ ਸਤਲਜ ਜਿਹੜੀ ਟ੍ਰੀਟੀ ਹੁੰਦੀ ਹੈ ਉਸ ਦੇ ਵਿੱਚ ਜਿਹੜੇ ਅੱਜ ਦਾ ਪੰਜਾਬ ਜਿਹੜਾ ਈਸਟ ਵਾਲਾ ਪਾਸਾ ਜਿਹੜਾ ਅਸੀਂ ਸਤਲਜ ਦੇ ਈਸਟ ਵਾਲਾ ਪਾਸਾ ਜਿਹੜਾ ਇੰਡੀਆ ਦੇ ਅੰਦਰ ਪੰਜਾਬ ਹੈ, ਇੱਥੇ ਦੀ ਜਿਹੜੀ ਮਿਸਲਾਂ ਸੀਗੀਆਂ ਉਹ ਰਣਜੀਤ ਸਿੰਘ ਦੇ ਨਾਲ ਨਹੀਂ ਜੁੜਦੀਆਂ ਨੇ। ਬਟ ਮਾਝਾ ਦਾ ਇਲਾਕਾ ਤੇ ਵੈਸਟ ਆਫ ਸਤਲਜ ਤੋਂ ਲੈ ਕੇ ਜਿੰਨੇ ਵੀ ਰੂਲਸ ਮਿਸਲਾਂ ਦੇ ਵਿੱਚ ਸੀਗੀਆਂ 12 ਮਿਸਲਾਂ ਦੇ ਅੰਦਰ ਉਹ ਸਾਰੇ ਕੰਸੋਲੀਡੇਟ ਕਰਦਾ ਹੈ ਰਣਜੀਤ ਸਿੰਘ ਤੇ 1799 ਦੇ ਅੰਦਰ ਲਾਹੌਰ ਦਰਬਾਰ ਦੇ ਅੰਦਰ ਆਪਣਾ ਰੂਲ ਐਸਟੈਬਲਿਸ਼ ਕਰਦਾ ਹੈ। ਨਾਓ ਫਰਮ ਦਿਸ ਬਰੀਫ ਬੈਕਗਰਾਉਂਡ ਅਸੀਂ ਹੁਣ ਫੋਰਟਸ ਆਫ ਦ ਸਿੱਖ ਐਰਾ ਦੇ ਉੱਤੇ ਅਸੀਂ ਹੁਣ ਆਨੇ ਆ। ਜਿਹੜੀ ਮਿਸਲਾਂ ਦਾ ਪੀਰੀਅਡ ਹੈ ਜਿਹੜੇ ਅਸੀਂ 1748 to 1799 ਜਦੋਂ ਇੱਕ ਮਿਲਟਰੀ ਕੰਸੋਲੀਡੇਸ਼ਨ ਸ਼ੁਰੂ ਹੁੰਦੀ ਹੈ ਤੇ ਜ਼ਾਹਿਰ ਹੈ ਤੁਹਾਨੂੰ ਆਰਮਸ ਦੀ ਜ਼ਰੂਰਤ ਪਏਗੀ, ਤੁਹਾਨੂੰ ਫੋਰਟਸ ਦੀ ਜ਼ਰੂਰਤ ਪਏਗੀ, ਲੇਕਿਨ ਹਜੇ ਇਹ ਕੋਈ ਕੰਸੋਲੀਡੇਟਡ ਇੱਕ ਪਾਵਰ ਨਹੀਂ ਹੋਇਆ ਹੈ ਕਿਉਂਕਿ ਮਿਸਲਾਂ ਆਪਸ ਵਿੱਚ ਵੀ ਲੜ ਰਹੀਆਂ ਸੀਗੀਆਂ। ਇਹ ਪਾਵਰ ਇੱਕ ਕੰਸੋਲੀਡੇਟ ਹੋਣ ਦਾ ਪੀਰੀਅਡ ਹੈ ਜਿਹਦੇ ਅੰਦਰ ਆਪਸੀ ਦਰਾਰਾਂ ਵੀ ਸੀਗੀਆਂ, ਲੇਕਿਨ ਜਦੋਂ ਬਾਹਰ ਦੇ ਹਮਲਾਵਰ ਆਉਂਦੇ ਸਨ ਤੇ ਇਹ ਕੰਸੋਲੀਡੇਟ ਹੋ ਕੇ ਉਹਨਾਂ ਦੇ ਅਗੇਂਸਟ ਵੀ ਕੰਮ ਕਰਦੀਆਂ ਸੀਗੀਆਂ। ਲੇਕਿਨ ਇਸ ਪੀਰੀਅਡ ਦੇ ਅੰਦਰ ਛੋਟੇ ਛੋਟੇ ਕਿਲੇ ਬਣਨੇ ਸ਼ੁਰੂ ਹੁੰਦੇ ਨੇ ਪੰਜਾਬ ਦੇ ਅੰਦਰ। ਮੈਂ ਹੁਣ ਗੱਲ ਕਰ ਰਿਹਾ ਜਿਹੜੇ ਸਤਲਜ ਤੋਂ ਵੈਸਟ ਵਾਲੇ ਪਾਸੇ। ਅਨਫੋਰਚੂਨੇਟਲੀ ਉਹਨਾਂ ਕਿਲਿਆਂ ਦੀ ਕੋਈ ਵੀ ਅੰਸ਼ ਪਾਕਿਸਤਾਨ ਦੇ ਅੰਦਰ ਚੱਲਣ ਦੇ ਟਾਈਮ ਤੇ ਮੈਨੂੰ ਨਜ਼ਰ ਨਹੀਂ ਆਈ, ਕਿਉਂਕਿ ਉਸ ਦਾ ਇੱਕ ਰੀਜ਼ਨ ਇਹ ਹੈ ਕਿ ਉਸ ਦੌਰ ਦੇ ਕਿਲੇ ਬੜੀ ਜਲਦੀ ਬਣੇ ਸਨ। ਇਹ ਅਕਸਰ ਮਿੱਟੀ ਦੇ ਸਨ, ਛੋਟੇ ਛੋਟੇ ਕਿਲੇ ਸਨ, ਪਿੰਡਾਂ ਦੇ ਆਲੇ ਦੁਆਲੇ ਦੀਵਾਰਾਂ ਖੜੀਆਂ, ਕੰਧ ਖੜੀ ਹੁੰਦੀ ਸੀਗੀ ਜਿਹਨੂੰ ਫੋਰਟ ਅੱਜ ਅਸੀਂ ਫੋਰਟ ਕਹਿ ਦਈਏ, ਲੇਕਿਨ ਛੋਟੀ ਛੋਟੀ ਦੀਵਾਰਾਂ ਹੁੰਦੀਆਂ ਸੀਗੀਆਂ ਜਿਨ੍ਹਾਂ ਨੂੰ ਕੋਈ ਕਹਿ ਵੀ ਸਕਦਾ ਕਿ ਕਿਲੇ ਸਨ। ਔਰ ਉਹਨਾਂ ਦੇ ਨਾਂ ਤੇ ਪਿੰਡਾਂ ਦੇ ਨਾਂ ਵੀ ਕਿਲਾ XYZ, ਕਿਲਾ ABC ਕਰਕੇ ਨਾਂ ਵੀ ਕਾਫੀ ਪਏ ਨੇ, ਲੇਕਿਨ ਉਹਨਾਂ ਕਿਲਿਆਂ ਦੀ ਕੋਈ ਵੀ ਅੰਸ਼ ਅੱਜ ਮੌਜੂਦ ਨਹੀਂ ਹੈ ਪਾਕਿਸਤਾਨ ਦੇ ਅੰਦਰ। ਤੇ ਅਗਰ ਉਸਦਾ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਸਰੂਪ ਦੱਸਣ ਦੀ ਕੋਸ਼ਿਸ਼ ਕਰਾਂ, ਇਹ ਹਾਲਾਂਕਿ ਉਸ ਪੀਰੀਅਡ ਦਾ ਨਹੀਂ ਹੈ, ਇਹ ਬਹੁਤ ਬਾਅਦ ਦੀ ਪੀਰੀਅਡ ਦਾ ਹੈ, ਲੇਕਿਨ ਫਿਰ ਵੀ ਤੁਹਾਨੂੰ ਇੱਕ ਨਜ਼ਰ ਆਏਗਾ ਕਿ ਕਿਸ ਟਾਈਪ ਆਫ ਕਿਲਿਆਂ ਦੀ ਮੈਂ ਗੱਲ ਕਰ ਰਿਹਾ। ਇੱਕ ਹੈਗਾ ਕਿਲਾ ਮੀਆਂ ਸਿੰਘ। ਇਹ ਹਾਲਾਂਕਿ ਰਣਜੀਤ ਸਿੰਘ ਦੀ ਪੀਰੀਅਡ ਦਾ ਕਿਲਾ ਹੈ, ਲੇਕਿਨ ਇੱਕ ਗਾਂਵ ਦੇ ਆਲੇ ਦੁਆਲੇ ਜਿਹੜਾ ਛੋਟੀ ਜਿਹੀ ਦੀਵਾਰ ਬਣੀ ਹੋਈ ਹੈ, ਇਹ ਇਸ ਟਾਈਪ ਦੇ ਕਿਲੇ ਬਣਨੇ ਸ਼ੁਰੂ ਹੋਏ ਸੀ, ਲੇਕਿਨ ਉਹ ਬ੍ਰਿਕਸ ਦੇ ਕਿਲੇ ਨਹੀਂ ਸਨ, ਉਹ ਅਕਸਰ ਮਿੱਟੀ ਦੇ ਕਿਲੇ, ਪੱਥਰਾਂ ਦੇ ਕਿਲੇ ਸਨ, ਛੋਟੇ ਛੋਟੇ। ਇਹਨਾਂ ਦੀ ਤੁਸੀਂ ਹਾਈਟ ਦੇਖ ਲਓ ਵਾਲ ਦੀ, ਛੋਟੀ ਛੋਟੀਆਂ ਨੇ। ਇਟਸ ਅ ਸਮਾਲ ਡਿਫੈਂਸ ਵਾਲ, ਇਹਨੂੰ ਬਸ ਇਤਨਾ ਹੀ ਅਸੀਂ ਕਹਿ ਸਕਦੇ ਹਾਂ। ਇਹ ਕਿਲਾ ਮੀਆਂ ਸਿੰਘ ਹਾਲਾਂਕਿ ਰਣਜੀਤ ਸਿੰਘ ਦੇ ਪੀਰੀਅਡ ਦਾ ਹੈ। ਇਹ ਪਾਕਿਸਤਾਨ ਦੇ ਅੰਦਰ ਜਿਹੜਾ ਇੱਕ ਪਿੰਡ ਹੈਗਾ, ਨਾਂ ਵੀ ਇੱਕ ਸਿੱਖਾਂ ਦੇ ਨਾਂ ਦੇ ਉੱਤੇ ਹੈ, ਮੀਆਂ ਸਿੰਘ। ਤੇ ਇਸ ਦੇ ਇੱਕ ਛੋਟੀ ਜੀ ਅੰਸ਼ ਰਹਿ ਗਈ ਦੀ ਹੈ, ਉਸ ਨੂੰ ਮੈਂ ਦਿਖਾ ਕੇ ਤੁਹਾਨੂੰ ਆਈਡੀਆ ਦੇ ਰਿਹਾ ਕਿਸ ਟਾਈਪ ਦੇ ਕਿਲੇ ਪੁਰਾਣੇ ਹੋ ਸਕਦੇ ਸੀਗੇ। ਲੇਕਿਨ ਹੁਣ ਸਾਨੂੰ ਇੱਕ ਹਿਸਟੋਰੀਕਲ ਕੰਟੈਕਸਟ ਸਮਝਣਾ ਜ਼ਰੂਰੀ ਹੈ। ਇਸ ਮੈਪ ਤੋਂ ਮੈਂ ਦਿਖਾਣਾ ਚਾਹਨਾ ਕਿ
ਜਦੋਂ ਰਣਜੀਤ ਸਿੰਘ 1799 ਵਿੱਚ ਆਂਦਾ ਹੈ ਲਾਹੌਰ ਵਿੱਚ ਆਪਣਾ ਲਾਹੌਰ ਕਿਲੇ ਦੇ ਉੱਤੇ ਆਪਣਾ ਰੂਲ ਐਸਟੈਬਲਿਸ਼ ਕਰਦਾ ਹੈ, ਉਸ ਟਾਈਮ ਕੀ ਸਿਚੁਏਸ਼ਨ ਸੀਗੀ। ਤੇ ਇੱਥੇ ਗ੍ਰੀਨ ਏਰੀਆਜ਼ ਦੇ ਅੰਦਰ ਜੋ ਮੈਂ ਲਿਖਿਆ ਹੈ ਗ੍ਰੀਨ ਨੇਮਸ ਦੇ ਨਾਲ, ਇਹ ਨੇਮਸ ਨੇ ਮਿਸਲਾਂ ਦਾ, ਅਲੱਗ-ਅਲੱਗ ਮਿਸਲ ਕਿੱਥੇ-ਕਿੱਥੇ ਕੰਮ ਕਰ ਰਹੀਆਂ ਸੀਗੀਆਂ। ਭੰਗੀਆਂ ਦੀ ਮਿਸਲ ਜੇਲਮ ਤੋਂ ਲੈ ਕੇ ਚਨਾਬ ਦੇ ਵਿਚਕਾਰ, ਸੁਕਰ ਚੱਕੀਆ ਦੀ ਮਿਸਲ ਗੁਜਰਾਂਵਾਲਾ ਏਰੀਆ, ਗੁਜਰਾਂਵਾਲਾ ਝੰਗ ਤੱਕ ਲੈ ਕੇ, ਤੇ ਇਸ ਤਰ੍ਹਾਂ ਹੀ ਹੋਰ ਮਿਸਲਾਂ ਜਿਹੜੀ ਸਤਲਜ ਰਿਵਰ ਦੇ ਇਸ ਪਾਸੇ ਦੀ ਮਿਸਲਾਂ ਜਿਹੜੀ ਸੀਗੀਆਂ, ਫੁਲਕੀਆਂ, ਕਰੋੜੀਆ ਐਂਡ ਸੋ ਫੋਰ, ਸਿੰਘਪੁਰੀਆ ਮਿਸਲ, ਇਹ ਸਾਰੀ ਇਸ ਪਾਸੇ ਸੀਗੀਆਂ। ਤੇ ਇਹ ਤੇ ਮੈਂ ਗ੍ਰੀਨ ਵਿੱਚ ਦਿਖਾਤਾ ਹੈ, ਜਿਹੜਾ ਅਸੀਂ ਕਹਿ ਸਕਨੇ ਆ ਕਿ ਸਿੱਖਾਂ ਦੀ 12 ਮਿਸਲਾਂ ਜਿਹੜੀ ਸਪਰੈਡ ਸੀਗੀਆਂ, ਇਹ ਆਪਸ ਵਿੱਚ ਇਹਨਾਂ ਦੀ ਕੋਲੈਬੋਰੇਸ਼ਨਸ ਵੀ ਸੀਗੀਆਂ ਔਰ ਆਪਸ ਵਿੱਚ ਝਗੜਦੇ ਵੀ ਸੀਗੇ, ਰਾਈਟ। देयर वाज नथिंग, इट वाज नॉट लाइक अ परफेक्ट वर्ल्ड। ਲੇਕਿਨ ਜੋ ਮੇਜਰ ਥ੍ਰੈਟ ਸੀਗਾ ਇਹਨਾਂ ਨੂੰ, ਉਹ ਥ੍ਰੈਟ ਸੀਗਾ ਜਿਹੜੇ ਅਸੀਂ ਰੈਡ ਵਿੱਚ ਫੋਰਸਸ ਦੇਖ ਰਹੇ ਹਾਂ, ਇੱਕ ਪੰਜਾਬ ਵੱਲ ਹਰ ਪਾਸਿਓਂ ਆ ਰਹੀਆਂ ਸੀਗੀਆਂ। ਰਾਜਪੂਤ ਆ ਰਹੇ ਸਨ, ਜਿਹੜੇ ਹਿਲੀ ਰਾਜਪੂਤ ਸੀਗੇ, ਉਹ ਉਸ ਪਾਸੋਂ ਆਪਣੇ ਪੰਜਾਬ ਵੱਲ ਵਧਣ ਦਾ, ਬਿਕੋਜ਼ ਮੁਗਲ ਇੰਪਾਇਰ ਖਤਮ ਹੋ ਰਿਹਾ ਸੀਗਾ, ਉਹਦੀ ਛੋਟੀ ਅੰਸ਼ ਰਹਿ ਗਈ ਸੀਗੀ, ਤੇ ਰਾਜਪੂਤ ਆਪਣਾ ਮੂਵਮੈਂਟ ਪੰਜਾਬ ਵੱਲ ਕਰ ਰਹੇ ਸੀਗੇ। ਉसी ਦੌਰਾਨ ਹਿਲੀ ਏਰੀਆਜ਼ ਆਫ ਪੰਜਾਬ, ਜਿਹੜੀ ਜਿੱਥੋਂ ਨੇਪਾਲ ਦਾ ਐਕਸੈਸ ਹੈਗਾ, ਉੱਥੋਂ ਗੁਰਖਾਜ਼ ਵਰ ਟ੍ਰਾਈਂਗ ਟੂ ਗੈਟ ਇਨਸਾਈਡ ਦ ਨੇਪਾਲੀਜ਼। ਇੰਗਲਿਸ਼ ਜਿਹੜੇ ਸਨ, ਬ੍ਰਿਟਿਸ਼, ਉਹ ਤੇ ਆਪ ਕਾਫੀ 100 ਸਾਲ ਤੋਂ ਇੰਡੀਆ 'ਚ ਬੈਠੇ ਹੋਏ ਸਨ, ਤੇ ਉਹ ਤੇ ਆਪਣਾ ਈਸਟ ਤੋਂ ਆ ਕੇ ਫੋਰਸ ਨੂੰ ਵਧਾ ਰਹੇ ਸਨ। ਉਹ ਤੇ ਦੇਖ ਰਹੇ ਸਨ ਕਿ ਕਦੋਂ ਪੰਜਾਬ ਵਿੱਚ ਵੜੀਏ ਤੇ ਅਸੀਂ ਕਦੋਂ ਅਫਗਾਨਿਸਤਾਨ ਦੇ ਨੇੜੇ ਜਾਈਏ। ਤੇ ਉਹਨਾਂ ਦਾ ਇੱਕ ਫੋਰਸ ਆ ਰਹੀ ਸੀ ਈਸਟ ਵਾਲੇ ਪਾਸੋਂ, ਤੇ ਮਰਾਠਾਸ ਜਿਹੜੇ ਸਨ ਉਹ ਸੈਂਟਰਲ ਇੰਡੀਆ ਤੋਂ ਵੱਧ ਰਹੇ ਸਨ ਟੂਵਰਡਸ ਪੰਜਾਬ। ਇਨਫੈਕਟ ਦੇ ਹੈਡ ਅ ਸਮਾਲ ਸਕਸੈਸ ਆਲਸੋ ਕਿ ਅਟਕ ਦੇ ਕਿਲੇ ਤੱਕ, ਉਹ ਮਹਾਰਾਜਾ ਰਣਜੀਤ ਸਿੰਘ ਦੇ ਰੂਲ ਤੋਂ ਪਹਿਲਾਂ ਅਬਦਾਲੀ ਦੇ ਟਾਈਮ ਤੇ ਉੱਥੇ ਤੱਕ ਕੁਝ ਟਾਈਮ ਵਾਸਤੇ, 1-2 ਮਹੀਨਿਆਂ ਵਾਸਤੇ ਉਹਨਾਂ ਨੇ ਆਪਣਾ ਝੰਡਾ ਵੀ ਫਹਿਰਾਇਆ ਸੀਗਾ। ਤੇ ਦੂਜਾ ਸੀਗਾ ਇੱਕ ਇੰਟਰਸਟਿੰਗ ਬੰਦਾ ਸੀਗਾ, ਅੰਗਰੇਜ਼ ਸੀਗਾ, ਜੋ ਅੰਗਰੇਜ਼ਾਂ ਦੇ ਦਰਬਾਰ ਤੋਂ ਨਿਕਲ ਕੇ, ਜਾਰਜ ਥਾਮਸ, ਉਹਨੇ ਹੰਸੀ ਵਿੱਚ ਆਪਣਾ ਇੱਕ ਦਰਬਾਰ ਬਣਾ ਲਿਆ ਸੀਗਾ। ਉਹ ਵੀ ਆਪਣਾ ਪ੍ਰੈਸ਼ਰ ਪਾ ਰਿਹਾ ਸੀਗਾ ਫੁਲਕੀਆਂ ਮਿਸਲ ਦੇ, ਜਿਹੜਾ ਅੱਜ ਕੱਲ ਦਾ ਪਟਿਆਲਾ ਦਾ ਇਲਾਕਾ ਹੈ, ਉਸ ਪਾਸੇ ਪ੍ਰੈਸ਼ਰ ਪਾ ਰਿਹਾ ਸੀਗਾ। ਤੇ ਈਸਟ ਵਾਲੇ ਪਾਸੋਂ ਅਗਰ ਤੁਸੀਂ, ਵੈਸਟ ਵਾਲੇ ਪਾਸੋਂ ਅਗਰ ਤੁਸੀਂ ਦੇਖੋ, ਤੇ ਉਸ ਪਾਸੋਂ ਅਫਗਾਨਸ, ਜਿਹੜਾ ਨਾਰਮਲ ਇੱਕ ਜਿਹੜਾ ਰੂਟ ਹੁੰਦਾ ਸੀਗਾ ਅਟੈਕਸ ਦਾ ਹਿਸਟੋਰਿਕਲੀ, ਖਾਈਬਰ ਪਾਸ ਦੇ ਥਰੂ, ਉੱਥੋਂ ਤੇ ਪ੍ਰੈਸ਼ਰ ਹਰ ਟਾਈਮ ਹੀ ਰਹਿੰਦਾ ਰਿਹਾ, ਕਿਤਨੇ ਸਾਲਾਂ ਤੋਂ ਪ੍ਰੈਸ਼ਰ ਰਹਿੰਦਾ ਰਿਹਾ, ਔਰ ਮੇਨ ਪ੍ਰੈਸ਼ਰ ਤੇ ਉਹੀ ਸੀਗਾ। ਤੇ ਪੰਜਾਬ ਦੀ ਹਾਲਤ ਕੋਈ ਇਤਨੀ ਆਸਾਨ ਨਹੀਂ ਸੀਗੀ ਜਿਹਦੇ ਅੰਦਰ ਰਣਜੀਤ ਸਿੰਘ ਨੇ ਆਪਣਾ ਰੂਲ ਐਸਟੈਬਲਿਸ਼ ਕੀਤਾ, ਤੇ ਉਸਨੂੰ ਇਹ ਸਾਰੀ ਫੋਰਸਸ ਨੂੰ ਚੈਕਰ ਕਰਨਾ ਸੀਗਾ। ਤੇ ਆਫ ਕੋਰਸ ਮਿਲਟਰੀ ਸਟ੍ਰੈਟਜੀ ਵਾਸ ਵੈਰੀ ਇੰਪੋਰਟੈਂਟ। ਹੁਣ ਅਸੀਂ ਗੱਲ ਕਰਾਂਗੇ ਕਿ ਉਹ ਮਿਲਟਰੀ ਸਟ੍ਰੈਟਜੀ ਜਿਹੜੀ ਉਹਨਾਂ ਨੇ ਕਾਇਮ ਕੀਤੀ, ਉਸਨੂੰ ਅਸੀਂ ਅੱਜ ਅਗਰ ਸਟੱਡੀ ਕਰੀਏ ਤੇ ਕਿਸ ਤਰ੍ਹਾਂ ਉਹ ਐਕਸਪੈਂਸ਼ਨ ਹੁੰਦੀ ਹੈ, ਕਿੱਥੇ ਤੱਕ ਪਹੁੰਚਦੇ ਨੇ, ਔਰ ਕਿਸ ਤਰ੍ਹਾਂ ਉਹ ਕੋਲੈਪਸ ਹੁੰਦੀ ਹੈ, ਉਸ ਚੀਜ਼ ਨੂੰ ਅਸੀਂ ਇਸ ਪ੍ਰੈਜੈਂਟੇਸ਼ਨ ਦੇ ਅੰਦਰ ਦੇਖਾਂਗੇ। तो 1799 जिस तरह मैं ਤੁਹਾਨੂੰ ਵੀਡੀਓ ਦੇ ਦਿਖਾਇਆ ਹੈ, ਰਣਜੀਤ ਸਿੰਘ ਚੈलेंजेस शाह जमन सन ऑफ अहमद शाह अब्दाली और लाहौर फोर्ट ਦੇ ਅੰਦਰ बैटल ऑफ पसीन ਹੁੰਦਾ ਹੈ। बैटल ऑफ पसीन ਦੇ ਬਾਅਦ ਉਹ ਕਬਜ਼ਾ ਕਰ ਲੈਂਦਾ ਹੈ ਆਪਣਾ ਲਾਹੌਰ ਫੋਰਟ ਦੇ ਅੰਦਰ, ਐਂਡ ਦੀ ਰੂਲ ਚੇਂजेस ਨਾਓ। ਲਾਹੌਰ ਫੋਰਟ was built by Akbar in 1575। ਹਾਲਾਂਕਿ ਕਹਿੰਦੇ ਨੇ ਕਿ ਅੱਜ ਦੇ ਹਿਸਟੋਰੀਅਨਸ ਕਹਿੰਦੇ ਨੇ ਕਿ ਲਾਹੌਰ ਦੇ ਅੰਦਰ ਲਵ ਔਰ ਕੁਸ਼ ਦੀ ਅੰਸ਼ ਤੋਂ ਚਲੇ ਆ ਰਿਹਾ, ਲੇਕਿਨ ਉਹ ਫੋਰਟ ਨਹੀਂ ਸੀਗਾ, ਉਹ ਤੇ ਸਿਟੀ ਦਾ ਨਾਂ ਹੈ। ਲੇਕਿਨ ਲਾਹੌਰ ਫੋਰਟ ਦੇ ਅੰਦਰ ਇੱਕ ਛੋਟਾ ਜਿਹਾ ਇੱਕ ਮੰਦਿਰ ਵੀ ਹੈ ਜਿਹਦੇ ਅੰਦਰ ਲਵ ਦੀ, ਭਗਵਾਨ ਰਾਮ ਦੀ ਜਿਹੜੀ ਔਲਾਦ ਸੀਗੀ, ਰਾਮ ਔਰ ਸੀਤਾ ਦੀ ਲਵ, ਉਹਨਾਂ ਦਾ ਇੱਕ ਮੰਦਿਰ ਵੀ ਹੈ ਅੰਦਰ। ਉਹ ਇੱਕ ਪਾਸੇ ਢੁਕਿਆ ਹੋਇਆ ਹੈ, ਤੇ ਅਕਸਰ ਜਿਹੜੇ ਲੋਕ ਜਾਣਦੇ ਵੀ ਨਹੀਂ ਲਾਹੌਰ ਫੋਰਟ ਦੇ ਅੰਦਰ, ਉਹ ਅਕਸਰ ਉਸ ਪਾਸੇ ਤੱਕ ਜਾ ਹੀ ਨਹੀਂ ਪਾਉਂਦੇ ਨੇ। ਲੇਕਿਨ ਅੰਦਰ ਇੱਕ ਛੋਟਾ ਜਿਹਾ ਮੰਦਿਰ ਅਜੇ ਵੀ ਹੈ, ਤੇ ਉਹਨੂੰ ਲਵ ਦਾ ਮੰਦਿਰ ਕਹਿੰਦੇ ਨੇ। ਲੇਕਿਨ ਉਸ ਟਾਈਮ ਕੋਈ ਫੋਰਟ ਨਹੀਂ ਸੀਗਾ। ਫੋਰਟ ਤੇ ਇਹ ਜਿਹੜਾ ਅਸੀਂ ਅੱਜ ਲਾਹੌਰ ਦਾ ਦਰਬਾਰ ਕਹਿੰਦੇ ਆ, ਫੋਰਟ ਜਿਹੜਾ ਇਹ ਅਕਬਰ ਨੇ ਬਣਾਇਆ ਸੀਗਾ 1575 ਦੇ ਅੰਦਰ, ਔਰ ਇਸ ਦੇ ਅੰਦਰ ਇੱਕ ਬੜਾ ਗਲੋਰੀਅਸ ਚੈਪਟਰ ਰਿਹਾ ਹੈ। ਲਾਹੌਰ ਦੀ ਬਹੁਤ ਅਹਿਮੀਅਤ ਰਹੀ ਹੈ, ਜਿੱਦਾਂ ਕਿ ਜਿਹੜੇ ਵੀ ਅਟੈਕ ਇਨਵੇਡਰਸ ਆਉਂਦੇ ਸਨ ਵੈਸਟ ਤੋਂ, ਖਾਈਬਰ ਪਾਸ ਤੋਂ, ਐਕਚੁਅਲੀ 2 ਕੈਪੀਟਲ ਸਨ ਮੇਰੇ ਹਿਸਾਬ ਨਾਲ ਉਸ ਟਾਈਮ। ਇੱਕ ਤੇ ਦਿੱਲੀ ਸੀਗਾ, ਲੇਕਿਨ ਦਿੱਲੀ ਤੱਕ ਪਹੁੰਚਣ ਵਾਸਤੇ ਤੁਹਾਨੂੰ ਲਾਹੌਰ ਦੇ ਉੱਤੇ ਆਪਣਾ ਐਸਟੈਬਲਿਸ਼ਮੈਂਟ ਚਾਹੀਦਾ ਸੀਗਾ।
ਤੇ ਇੱਕ ਲਾਹੌਰ ਦਾ ਦਰਬਾਰ ਹੁੰਦਾ ਸੀਗਾ, ਇੱਕ ਦਿੱਲੀ ਦਾ ਦਰਬਾਰ ਹੁੰਦਾ ਸੀਗਾ। ਆਫ ਕੋਰਸ ਦੇ ਯੂਜ਼ਡ ਟੂ ਵਰਕ ਟੁਗੇਦਰ, ਬਟ ਦੇ ਵਰ ਇਕੁਅਲੀ ਇੰਪੋਰਟੈਂਟ ਦਰਬਾਰਸ। ਤੇ ਇਸ ਦੇ ਉੱਤੇ ਰਣਜੀਤ ਸਿੰਘ ਨੇ ਆਪਣਾ ਫਰਸਟ ਐਸਟੈਬਲਿਸ਼ਮੈਂਟ ਕੀਤੀ 1799 ਦੇ ਅੰਦਰ। ਔਰ ਉਸ ਐਸਟੈਬਲਿਸ਼ਮੈਂਟ ਦੀ ਜਿਹੜੀ ਇੱਕ ਅਸੀਂ ਗਲੋਰੀਅਸ ਚੈਪਟਰ ਦੇਖੀਏ ਤੇ ਜਿਹੜਾ ਇੱਕ ਰਾਈਟ ਹੈਂਡ ਸਾਈਡ ਦੇ ਅੰਦਰ ਇੱਕ ਬੜਾ ਫੇਮਸ ਪੇਂਟਿੰਗ ਹੈ ਬ੍ਰਿਟਿਸ਼ ਟਾਈਮ ਦੀ, ਜਿਹਦੇ ਅੰਦਰ ਇਹ ਜਿਹੜਾ 8 ਧਰਾ ਜਿੱਥੇ ਬੈਠ ਕੇ ਰਣਜੀਤ ਸਿੰਘ ਰੂਲ ਕਰਦਾ ਸੀਗਾ, ਉਸ ਦੀ ਚਹਿਲ ਪਹਿਲ, ਉਸ ਦੀ ਹਲਚਲ ਉਸ ਪੇਂਟਿੰਗ ਦੇ ਅੰਦਰ ਦਿਖਾਈ ਦੇ ਰਹੀ ਹੈ। ਔਰ ਜਦੋਂ ਮੈਂ ਇਹ ਜਿਹੜਾ 2014 ਦੇ ਅੰਦਰ ਇਹ ਪਿਕਚਰ ਖਿੱਚੀ ਸੀਗੀ, ਇੱਕ ਵਿਰਾਨ ਲਾਹੌਰ ਦਰਬਾਰ ਦਾ ਇੱਕ 8 ਧਰਾ ਜਿੱਥੇ ਮਹਿਸੂਸ ਹੁੰਦਾ ਸੀਗਾ ਕਦੀ ਇੱਥੇ ਇੱਕ ਦਰਬਾਰ ਹੁੰਦਾ ਸੀਗਾ, ਹਲਚਲ ਹੁੰਦੀ ਸੀਗੀ, ਉਹ ਅੱਜ ਸਿਰਫ 8 ਦਰਵਾਜ਼ੇ ਵਾਲਾ, 8 ਬੂਹੇ ਵਾਲਾ 8 ਧਰਾ ਸਿਰਫ ਇਹ ਨਜ਼ਰ ਆਉਂਦਾ ਹੈ ਜਿੱਥੇ ਰਣਜੀਤ ਸਿੰਘ ਬਹਿੰਦਾ ਸੀਗਾ। ਔਰ ਰਣਜੀਤ ਸਿੰਘ ਦੀ ਇੱਕ ਹਿਊਮਿਲਿਟੀ ਸੀਗੀ ਜਿਹਨੂੰ ਅਸੀਂ ਅਗਰ ਦੇਖੀਏ ਕਿ ਉਹ ਕਦੀ ਅਕਸਰ ਉਹ ਜਿਹੜਾ ਆਪਣਾ ਦਰਬਾਰ ਚਲਾਉਂਦਾ ਸੀਗਾ ਇੱਕ ਛੋਟੇ ਜਿਹੇ ਕੁਰਸੀ ਦੇ ਉੱਤੇ ਬੈਠ ਕੇ ਚਲਾਉਂਦਾ ਸੀਗਾ, ਕੋਈ ਉਹਨੇ ਜਾੜਾ ਵੱਡਾ ਕੋਈ ਥਰੋਨ ਵਗੈਰਾ ਨਹੀਂ ਰੱਖਿਆ ਸੀਗਾ। ਇਹ ਉਹਦੀ ਹੰਬਲਨੈਸ ਸੀ, ਇਹ ਉਹਦੀ ਹਿਊਮਿਲਿਟੀ ਸੀਗੀ। ਤੇ ਹੀ ਵਾਸ in my mind considered as a people's man, a leader who had no throne, physical throne, but ਉਹਦਾ ਇੱਕ ਹਰ ਇਨਸਾਨ ਦੇ ਹਾਰਟ ਵਿੱਚ ਇੱਕ ਬੜੀ ਜਲਦੀ ਇੱਕ ਜਗ੍ਹਾ ਬਣ ਗਈ ਸੀਗੀ, ਕਿਉਂਕਿ ਜੋ ਪੰਜਾਬ ਵਿੱਚ ਤਹਿਸ ਨਹਿਸ ਹੋ ਰਿਹਾ ਸੀਗਾ ਇਨਵੇਸ਼ਨਸ ਦੇ ਟਾਈਮ ਤੇ, ਇੱਕ ਲੱਗਿਆ ਕਿ ਇੱਕ ਪੰਜਾਬੀ ਰੂਲਰ ਹੁਣ ਆਇਆ ਹੈ ਤੇ ਲੋਕਾਂ ਨੂੰ ਉਹ ਹੋਪ ਨਜ਼ਰ ਆਇਆ ਉਸ ਟਾਈਮ। ਹੁਣ ਇਹ ਜੋ ਮੈਂ ਪਹਿਲਾਂ ਤੁਹਾਨੂੰ ਸਲਾਈਡ ਦਿਖਾਈ ਹੈ ਜਿਹਦੇ ਅੰਦਰ ਮੈਂ ਉਹ ਫੋਰਸਿਸ ਦਿਖਾ ਰਿਹਾ, ਸਭ ਤੋਂ ਵੱਡੀ ਫੋਰਸ ਜਿਹੜੀ ਸੀਗੀ ਉਹ ਸੀਗੀ ਜਿਸ ਤੋਂ ਡਰ ਸੀਗਾ, ਉਹ ਸੀ ਤੁਹਾਡਾ ਬ੍ਰਿਟਿਸ਼। ਜਿਹੜੇ ਅਫਗਾਨੀ ਇਨਵੇਜ਼ਨਸ ਔਰ ਇਰਾਨੀਅਨ ਐਂਡ ਅਫਗਾਨਿਸਤਾਨ ਤੋਂ ਜਿਹੜੇ ਇਨਵੇਜ਼ਨਸ ਹੋ ਰਹੇ ਸਨ, ਉਹ ਉਸ ਟਾਈਮ ਤੱਕ ਠੰਡੇ ਪੈਣੇ ਸ਼ੁਰੂ ਹੋ ਗਏ ਸਨ। ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਹੁਣ ਕੰਟਰੋਲ ਲੋਕਲਸ ਦੇ ਕੋਲ ਆਉਣਾ ਸ਼ੁਰੂ ਹੋ ਗਿਆ ਸੀਗਾ। ਲੇਕਿਨ ਸਭ ਤੋਂ ਵੱਡਾ ਡਰ ਸੀਗਾ ਕਿ ਈਸਟ ਵਾਲੇ ਪਾਸੋਂ, ਸਤਲੁਜ ਦੇ ਈਸਟ ਵਾਲੇ ਪਾਸੋਂ ਜਿਹੜਾ ਬ੍ਰਿਟਿਸ਼ ਦਾ ਰਾਜ ਹੈ ਉਹ ਇਸ ਪਾਸੇ ਆਪਣੀ ਅੱਖ ਵੇਖ ਰਿਹਾ ਸੀਗਾ। ਤੇ ਇਹਦੇ ਵਾਸਤੇ ਇਟ ਵਾਸ ਬਟ ਆਬਵੀਅਸ ਕਿ ਮਾਡਰਨਾਈਜੇਸ਼ਨ ਆਫ ਦੀ ਆਰਮੀ ਵਾਸ ਐਨ ਇੰਪੋਰਟੈਂਟ ਸਟ੍ਰੈਟਜੀ। ਔਰ ਮਾਡਰਨਾਈਜੇਸ਼ਨ ਆਫ ਆਰਮੀ ਨੂੰ ਅਸੀਂ ਅਗਰ ਦੇਖੀਏ, ਇਹ ਮੈਂ ਕਿਲਿਆਂ ਦੀ ਗੱਲ ਨਹੀਂ ਕਰ ਰਿਹਾ, ਬਟ ਸਾਨੂੰ ਪਤਾ ਹੈ ਕਿ ਰਣਜੀਤ ਸਿੰਘ ਨੇ ਜੋ ਆਪਣੀ ਆਰਮੀ ਨੂੰ ਮਾਡਰਨਾਈਜ਼ ਕੀਤਾ, ਉਹਦੇ ਅੰਦਰ ਕਾਫੀ ਸਾਰੇ ਗੋਰਿਆਂ ਨੂੰ ਵੀ, ਵੈਸਟਰਨਰਸ ਨੂੰ ਵੀ ਜਗ੍ਹਾ ਦਿੱਤੀ। ਹੁਣ ਉਹਨਾਂ ਦੀ ਕੁਝ ਅੰਸ਼, ਮੈਂ ਇਹ ਕਿਲੇ ਨਹੀਂ ਨੇ ਲੇਕਿਨ ਕੁਝ ਅੰਸ਼ ਦਿਖਾ ਰਹੇ ਬਿਕੋਜ਼ ਦੇ ਆਲ ਹੈਵ ਹੈਡ ਅ ਰੋਲ ਟੂ ਪਲੇ, ਰਾਈਟ। ਤੇ ਜਿੱਦਾਂ ਜੀਨ ਫ੍ਰੈਂਕੋਏ ਐਲਾਰਡ, ਹੁਣ ਐਲਾਰਡ ਦੀ ਜਿਹੜੀ ਕੁੜੀ ਹੈ ਉਹਦੀ ਜਿਹੜੀ ਸਮਾਧ ਹੈ ਇਹ ਲਾਹੌਰ ਦੇ ਅੰਦਰ ਬਿਲਡਿੰਗਾਂ ਦੇ ਅੰਦਰ ਇੱਕ ਛੋਟੀ ਜਿਹੀ ਜਗ੍ਹਾ ਹੈ, ਉੱਥੇ ਫਸੀ ਹੋਈ ਇਹ ਜਗ੍ਹਾ ਹੈ। ਇਹਨੂੰ ਫੋਟੋ ਨੂੰ ਖਿੱਚਣ ਵਾਸਤੇ ਵੀ ਸਾਨੂੰ ਬਿਲਡਿੰਗ ਦੇ ਅੰਦਰ ਜਾ ਕੇ ਉਹ ਖਿੜਕੀ ਤੋਂ ਟੱਪ ਕੇ ਦੂਜੇ ਪਾਸੇ ਜਾ ਕੇ ਖਿੱਚਣਾ ਪਿਆ ਸੀਗਾ। ਹੁਣ ਤੇ ਖੈਰ ਇਹ ਐਕਸੈਸਿਬਲ ਹੋ ਗਿਆ ਹੈ। ਮੈਂ 2014 ਦੇ ਅੰਦਰ ਗੱਲ ਕਰ ਰਿਹਾ, ਬੜਾ ਮੁਸ਼ਕਿਲ ਸੀ ਥਾ ਇਸ ਦੀ ਫੋਟੋ ਲੈਣਾ, ਲੇਕਿਨ ਇਹ ਫ੍ਰੈਂਚ ਗਵਰਨਮੈਂਟ ਨੇ ਇਸ ਨੂੰ ਮੇਨਟੇਨ ਕੀਤਾ ਹੋਇਆ ਸੀਗਾ, ਲੇਕਿਨ ਲੌਕ ਐਂਡ ਕੀ ਦੇ ਅੰਦਰ ਸੀਗਾ, ਲੇਕਿਨ ਐਕਸੈਸ ਬਹੁਤ ਇਹਦਾ ਮੁਸ਼ਕਿਲ ਸੀਗਾ। ਤੇ ਐਬੀਟੇਬਲੀ ਦਾ ਘਰ ਜਿਹੜਾ ਜਨਰਲ ਸੀਗਾ ਉਹ ਇਸ ਮਾਰਕੀਟ ਦੇ ਨੇੜੇ ਹੁੰਦਾ ਸੀਗਾ, ਲੇਕਿਨ ਇਸ ਜਗ੍ਹਾ ਤੇ ਹੁਣ ਸਿਰਫ ਇੱਕ ਪਲਾਕ ਰਹਿ ਗਈ ਹੈ ਜਿਹਦੇ ਉੱਤੇ ਅੱਜ ਵੀ ਐਬੀਟੇਬਲੀ ਦਾ ਨਾਂ ਲਿਖਿਆ ਹੋਇਆ ਹੈ। ਤੇ ਕਹਿਣ ਦਾ ਮਤਲਬ ਇੱਥੇ ਇਹ ਹੈ ਕਿ ਰਣਜੀਤ ਸਿੰਘ ਨੇ ਆਪਣੀ ਆਰਮੀ ਨੂੰ ਮਾਡਰਨਾਈਜ਼ ਕਰਨ ਦੇ ਵਿੱਚ ਕਾਫੀ ਵੈਸਟਰਨਰਸ ਦੀ ਵੀ ਮਦਦ ਲਈ, ਬਿਕੋਜ਼ ਹੀ ਹੈਡ ਟੂ ਮਾਡਰਨਾਈਜ਼ ਹਿਸ ਆਰਮੀ। ਨਾਲ ਹੀ ਉਹਨਾਂ ਨੇ ਇੱਕ ਹਿੰਦੁਸਤਾਨੀ ਰੈਜੀਮੈਂਟ ਬਣਾਈ, ਨਾਲ ਹੀ ਗੁਰਖਾ ਰੈਜੀਮੈਂਟ ਬਣਾਈ। ਇਹਦਾ ਮਤਲਬ ਇਹ ਨਹੀਂ ਕਹਿ ਰਿਹਾ ਕਿ ਪੰਜਾਬੀ ਨਹੀਂ ਸਨ, ਪੰਜਾਬੀ ਤੇ ਸਨ ਹੀ ਸਨ, ਹਿੰਦੂ, ਮੁਸਲਿਮ, ਸਿੱਖਸ ਵਰ ਆਲ ਵਰਕਿੰਗ ਟੁਗੇਦਰ, ਉਹ ਤੇ ਮੇਨ ਫੋਰਸ ਸੀਗੀ, ਬਟ ਇਹ ਸਪਲੀਮੈਂਟਰੀ ਫੋਰਸਸ ਵੀ ਸੀਗੀਆਂ ਜਿਨ੍ਹਾਂ ਨੂੰ ਉਹਨੇ ਵਧਾਵਾ ਦਿੱਤਾ ਤੇ ਆਪਣੀ ਫੋਰਸ ਨੂੰ ਮਜ਼ਬੂਤ ਕੀਤਾ। ਇੱਕ ਬਿਯੋਂਡ ਜਸਟ ਦ ਪੰਜਾਬੀਜ਼, ਅ ਮੋਰ ਸੈਕੂਲਰ ਫੋਰਸ ਐਂਡ ਗੈਟਿੰਗ ਮੋਰ ਟੈਲੈਂਟ ਫਰਮ ਡਿਫਰੈਂਟ ਪਲੇਸਿਸ, ਤਾਂ ਕਿ ਇੱਕ ਵੱਡੀ ਜਿਹੜੀ ਫੋਰਸ ਉਸ ਪਾਸੇ ਬੈਠੀ ਹੈ ਉਸ ਨੂੰ ਟੈਕਲ ਕਰ ਸਕੀਏ। ਮਾਡਰਨਾਈਜੇਸ਼ਨ ਆਫ ਆਰਮੀ ਨੂੰ ਕੀਤਾ ਉਹਨੇ। ਹੁਣ ਗੱਲ ਇਹ ਹੁੰਦੀ ਹੈ ਕਿ ਕਿਲਿਆਂ ਤੱਕ ਜਾਣ ਤੋਂ ਪਹਿਲੇ ਫਿਰ ਅਸੀਂ ਥੋੜੀ ਹਿਸਟਰੀ ਦੇਖ ਲਈਏ ਕਿ ਕਿਉਂ ਰਣਜੀਤ ਸਿੰਘ ਨੂੰ ਆਪਣੀ ਸਟ੍ਰੈਟਜੀ ਅਡਾਪਟ ਕਰਨੀ ਪਈ ਵੈਸਟਵਰਡਸ। 1809 ਦੇ ਅੰਦਰ 10 ਸਾਲ ਹੋ ਗਏ ਨੇ ਅਜੇ, 1799 ਐਂਡ 1809, 10 ਸਾਲ ਹੋਏ ਨੇ, ਬਟ 8-9 ਸਾਲ ਤੇ ਟਾਈਮ ਤੇ ਹੀ ਰਣਜੀਤ ਸਿੰਘ ਇਜ਼ ਨਾਓ ਟਰਾਈਂਗ ਕਿ ਜਿਹੜੀ ਸਤਲੁਜ ਦਰਿਆ ਤੇ ਈਸਟ ਵਿੱਚ ਜਿਹੜੇ ਮਿਸਲ ਜਿਹੜੇ ਉਹਨਾਂ ਦੇ ਨਾਲ ਨਹੀਂ ਮਿਲ ਰਹੀਆਂ ਸੀਗੀਆਂ,
ਕਿ ਉਹਨਾਂ ਨੂੰ ਵੀ ਮਿਲਾਈਏ ਤਾਂ ਕਿ ਇਹ ਸਾਡਾ ਇੱਕ ਆਪਣਾ ਇੱਕ ਕੰਸੋਲੀਡੇਟਡ ਯੂਨਿਟ ਬਣੇ। ਬਟ ਆਫ ਕੋਰਸ ਯੂ ਨੀਡ ਵਨ ਲੀਡਰ। ਸਰਦਾਰ ਤੇ ਇੱਕੋ ਹੀ ਹੋ ਸਕਦਾ ਹੈ ਨਾ। ਹੁਣ ਸਰਦਾਰ ਤੁਸੀਂ ਕਹੋ ਕਿ ਸਾਰੇ 12 ਦੇ 12 ਸਰਦਾਰ ਬਣ ਜਾਣ, ਫਿਰ ਤੇ ਉਹ ਜਿਹੜੀ 40 ਸਾਲ ਤੱਕ ਆਪਸ ਵਿੱਚ ਲੜਾਈਆਂ ਚੱਲ ਰਹੀ ਸਨ ਉਹੀ ਚੱਲਦੀਆਂ ਰਹਿਣਗੀਆਂ। ਤੇ ਇੱਕ ਤੇ ਲੀਡਰ ਚਾਹੀਦਾ ਹੀ ਚਾਹੀਦਾ ਹੈ। ਕੋਈ ਵੀ ਮੁਲਕ ਹੋਵੇ, ਕੋਈ ਵੀ ਕਮਿਊਨਿਟੀ ਹੋਵੇ, ਇੱਕ ਲੀਡਰ ਚਾਹੀਦਾ ਹੈ। ਲੇਕਿਨ ਸਿਸ ਸਤਲਜ ਸਟੇਟਸ, ਜਿਹੜੀ ਈਸਟ ਆਫ ਦੀ ਸਤਲਜ ਦੇ, ਜਿਹੜਾ ਅੱਜ ਦਾ ਪੰਜਾਬ ਇੰਡੀਆ ਦਾ ਪੰਜਾਬ ਹੈ, ਮੈਜੋਰਿਟੀ ਆਫ ਦੈਟ ਏਰੀਆ, ਨਾਟ ਦਾ ਮਾਝਾ ਇਲਾਕਾ, ਇਹਨਾਂ ਇਲਾਕਿਆਂ ਦੇ ਜਿਹੜੀ ਮਿਸਲਾਂ ਸੀਗੀਆਂ, ਇਹਨਾਂ ਨੇ ਬ੍ਰਿਟਿਸ਼ ਨਾਲ ਇਮੀਡੀਏਟਲੀ ਪਾਰਟਨਰਸ਼ਿਪ ਕਰ ਲਈ। ਐਂਡ ਦੈਟ ਪੁੱਟ ਅ ਰੈਡ ਮਾਰਕ ਔਨ ਦੀ ਐਬਿਲਿਟੀ ਆਫ ਰਣਜੀਤ ਸਿੰਘ ਟੂ ਐਕਸਪੈਂਡ ਐਂਡ ਕੰਸੋਲੀਡੇਟ ਦੀ ਮਿਸਲਸ। ਤੇ ਉਹਦੇ ਨਾਲ ਕੀ ਹੋਇਆ ਕਿ ਬ੍ਰਿਟਿਸ਼ ਜਿਹੜਾ ਹੈ ਸਤਲਜ ਰਿਵਰ ਤੱਕ, ਜਿਹੜਾ ਮੈਂ ਰੈਡ ਮਾਰਕ ਦਿਖਾ ਰਿਹਾ, 1809 ਤੱਕ ਜਿਹੜੀ ਟ੍ਰੀਟੀ ਆਫ ਅੰਮ੍ਰਿਤਸਰ ਸਾਈਨ ਹੁੰਦੀ ਹੈ, ਉਸ ਟਾਈਮ ਦੇ ਅੰਦਰ ਇਹ ਡਿਸੀਜਨ ਹੁੰਦਾ ਹੈ ਕਿ ਬ੍ਰਿਟਿਸ਼ ਵਿਲ ਨਾਟ ਕ੍ਰਾਸ ਦ ਸਤਲਜ ਟੁਵਰਡਸ ਦੀ ਵੈਸਟ, ਔਰ ਰਣਜੀਤ ਸਿੰਘ ਸਤਲਜ ਕ੍ਰਾਸ ਕਰਕੇ ਈਸਟ ਵੱਲ ਨਹੀਂ ਆਏਗਾ। ਔਰ ਉਹ ਲਾਈਨ ਜਿਹੜੀ ਸੀਗੀ ਉਹ ਇਹ ਪੈ ਗਈ। ਤੇ ਇਹ ਪੰਜਾਬ ਦਾ ਜਿਹੜਾ ਇਲਾਕਾ ਅਸੀਂ ਹੁਣ ਗੱਲ ਕਰ ਰਹੇ ਹਾਂ, ਗ੍ਰੇਟਰ ਪੰਜਾਬ, ਜਿਹੜਾ ਕਿ ਬ੍ਰਿਟਿਸ਼ ਦੇ ਟਾਈਮ ਤੇ ਅਸੀਂ ਪੰਜਾਬ, ਜੋ ਇੱਕ ਕੰਸੋਲੀਡੇਟਡ ਪੰਜਾਬ ਦੀ ਗੱਲ ਕਰ ਰਹੇ ਹਾਂ, ਜਿਹੜਾ ਅੱਜ ਦਾ ਹਿਮਾਚਲ, ਚੰਡੀਗੜ੍ਹ, ਵੈਸਟ ਪੰਜਾਬ, ਈਸਟ ਪੰਜਾਬ, ਹਰਿਆਣਾ, ਇਹ ਗ੍ਰੇਟਰ ਪੰਜਾਬ ਹੈ। ਸੀ ਇਸ ਪੰਜਾਬ ਦੇ ਇਲਾਕੇ ਨੂੰ ਕਲਚਰਲੀ ਜੋ ਪੰਜਾਬ ਹੈ, ਇਸ ਪੰਜਾਬ ਨੂੰ ਜਿਹਦੇ ਅੰਦਰ ਸਾਡਾ ਇਲਾਕਾ ਵੀ ਜਿਹੜਾ ਹੈ, ਹਾਲਾਂਕਿ ਉਹ ਪਹਾੜੀ ਇਲਾਕਾ ਜਿੱਥੋਂ ਮੇਰੇ ਫਾਦਰ ਆਏ ਸਨ, ਉਹ ਕਸ਼ਮੀਰ ਦੇ ਉੱਪਰ ਹੈ, ਲੇਕਿਨ ਇਹ हम ਗੱਲ ਕਰਦੇ हैं कि जस्ट इन द टाइम ऑफ 1809 सिर्फ फ्लैट लैंड्स ऑफ पंजाब ਦੇ ਅੰਦਰ डिविजन हो जाता है and Ranjit Singh cannot go on the east. Now he is stuck with a small area in 1809 ਜਿਹਦੇ ਅੰਦਰ ਉਹਨੇ ਆਪਣਾ ਕੰਟਰੋਲ ਪੂਰਾ ਜਮਾ ਲਿਆ ਹੈ, ਅੰਮ੍ਰਿਤਸਰ ਲਾਹੌਰ ਦਾ ਏਰੀਆ ਜਿਹੜਾ ਮੈਂ ਯੈਲੋ 'ਚ ਦਿਖਾਇਆ ਹੈ, ਤੇ ਗ੍ਰੀਨ ਏਰੀਆ ਦੇ ਅੰਦਰ ਉਹ ਕਲੇਮ ਕਰ ਰਿਹਾ ਹੈ, ਉਹਦਾ ਵਿਜ਼ਨ ਹੈ ਕਿ ਇਹ ਸਾਰੇ ਨੂੰ ਮੈਂ ਕੰਸੋਲੀਡੇਟ ਕਰ ਲਾਂ, ਲੇਕਿਨ ਉਹਦੇ ਕੋਲ ਜਿਹੜਾ ਕੰਟਰੋਲ ਪੂਰਾ ਹੈਗਾ ਉਹ ਸਿਰਫ ਯੈਲੋ ਇਲਾਕੇ ਦੇ ਅੰਦਰ ਹੈ, ਜਿਹੜਾ ਮਾਝਾ ਤੇ ਇਹ ਲਾਹੌਰ ਦਾ ਇਲਾਕਾ ਸਾਰਾ ਹੈ, ਇਸ ਦੇ ਅੰਦਰ ਉਹਦਾ ਕੰਟਰੋਲ ਹੈਗਾ ਜੀ। Now in this situation what was his strategy going to be? ਹੁਣ ਉਹ ਅਗਰ ਬ੍ਰਿਟਿਸ਼ ਨਾਲ ਤੇ ਲੜ ਨਹੀਂ ਸਕਦਾ, ਅਫਗਾਨਿਸਤਾਨ ਤੋਂ ਸਾਈਡ ਤੋਂ ਇਨਵੇਜ਼ਨਸ ਵੀਕ ਪੈ ਗਈਆਂ ਨੇ, ਤੇ ਆਫ ਕੋਰਸ ਹੁਣ ਅਸੀਂ ਆਪਣੇ ਆਪ ਨੂੰ ਵੈਸਟ ਵੱਲ ਵਧਾਈਏ, ਨਾਰਥ ਵੱਲ ਵਧਾਈਏ, ਸਾਊਥ ਵੱਲ ਵਧਾਈਏ, ਲੇਕਿਨ where to start from? That is the story of this presentation. So ਸਭ ਤੋਂ ਪਹਿਲਾਂ ਇਥੋਂ ਮੈਂ ਕੁਝ ਡੇਟਸ ਲਿਖੀਆਂ ਨੇ, ਅਹਿਮ ਡੇਟਸ ਨੇ। ਅਗਰ ਦੇਖਿਆ ਜਾਏ ਤਾਂ ਸਭ ਤੋਂ ਪਹਿਲਾਂ ਉਹ 1813 ਦੇ ਅੰਦਰ ਵੈਸਟਵਰਡਸ ਜਾਣ ਦੀ ਕੋਸ਼ਿਸ਼ ਕਰਦਾ ਹੈ ਕਿ ਜਿੰਨਾ ਅਸੀਂ ਇੰਡਸ ਦਰਿਆ ਵੱਲ ਚਲੇ ਜਾਈਏ ਉਤਨਾ ਹੀ ਅਸੀਂ ਆਪਣੇ ਆਪ ਨੂੰ ਦੂਜੀ ਇੱਕ ਅਪੋਜ਼ਿੰਗ ਫੋਰਸ ਜਿਹਨੇ ਇਤਨੇ ਸਾਲਾਂ ਤੱਕ ਹੈਵੋਕ ਕ੍ਰੀਏਟ ਕੀਤਾ ਸੀਗਾ ਪੰਜਾਬ ਦੇ ਅੰਦਰ, ਉਸ ਨੂੰ ਅਸੀਂ ਰੋਕ ਸਕਦੇ ਹਾਂ, ਉਸ ਨੂੰ ਥਾਮ ਸਕਦੇ ਹਾਂ, ਜਦ ਤੱਕ ਕਿ ਅਸੀਂ ਬ੍ਰਿਟਿਸ਼ ਨੂੰ ਅਸੀਂ ਇਹ ਏਰੀਆ ਦੇ ਦਿੱਤਾ ਸਤਲਜ ਦੇ ਈਸਟ ਵਾਲੇ ਪਾਸੇ, ਹੁਣ ਅਸੀਂ ਉਸ ਵਾਲੇ ਪਾਸੇ ਇੰਡਸ ਵੱਲ ਜਾ ਕੇ ਉਸ ਏਰੀਆ ਨੂੰ ਸਿਕਿਉਰ ਕਰੀਏ। ਸੋ 1813 ਦੇ ਅੰਦਰ between 1809 and 1813 ਜੋ ਵੀ ਸਟ੍ਰੈਟਜੀ ਲੋਕਲੀ ਲਾਹੌਰ ਵਿੱਚ ਹੁੰਦੀ ਹੈ, ਉਸ ਤੋਂ ਬਾਅਦ ਫੋਕਸ ਸਟਾਰਟਸ ਔਨ ਟੁਵਰਡਸ ਅਟਕ, ਟੁਵਰਡਸ ਦੀ ਇੰਡਸ ਦਰਿਆ। ਨਾਲ ਹੀ ਨਾਲ ਜਿਹੜੀ ਅਹਿਮ ਡੇਟਸ ਨੇ ਇਸ ਫੇਜ਼ ਦੇ ਅੰਦਰ, 1818 ਦੇ ਅੰਦਰ ਮੁਲਤਾਨ ਦੀ ਕੈਂਪੇਨਸ ਸਟਾਰਟ ਹੁੰਦੀ ਹੈ ਵੈਸਟ। ਇਹ 1802 ਦੇ ਅੰਦਰ ਤੋਂ ਲੈ ਕੇ 1834 ਦੇ ਅੰਦਰ ਹੀ ਮੈਂ ਗੱਲ ਕਰ ਰਿਹਾ ਇਸ ਪੀਰੀਅਡ ਦੀ। 1818 ਦੇ ਅੰਦਰ ਆਫਟਰ ਮੈਨੀ ਬੈਟਲਸ ਮੁਲਤਾਨ ਗੈਟਸ ਕੈਪਚਰਡ। ਦਿਸ ਇਜ਼ ਸਾਊਥ ਆਫ ਮੁਲਤਾਨ ਕੋਈ ਆਸਾਨੀ ਨਾਲ ਨਹੀਂ ਕੈਪਚਰ ਹੋਇਆ ਸੀਗਾ। ਮੁਜ਼ੱਫਰ ਅਲੀ ਖਾਨ ਦੇ ਨਾਲ ਕਾਫੀ ਬੈਟਲਸ ਹੋਈਆਂ ਸੀਗੀਆਂ। ਹਰੀ ਸਿੰਘ ਨਲਵਾ ਆਲਸੋ ਵੈਂਟ देयर। ਜ਼ਮਜ਼ਮਾ ਤੋਪ ਨੂੰ ਲੈ ਕੇ ਕਹਿੰਦੇ ਨੇ ਲਾਹੌਰ ਤੋਂ ਲੈ ਕੇ ਜਾਣਾ ਪਿਆ ਸੀਗਾ, ਲੇਕਿਨ ਆਫਟਰ ਮੈਨੀ ਬੈਟਲਸ finally Multan becomes a part of Lahore Darbar in 1818. 1813 ਦੇ ਅੰਦਰ ਅਟਕ ਨੂੰ ਕੈਪਚਰ ਕੀਤਾ ਜਾਂਦਾ ਹੈ। ਅਟਕ ਜਿਹਦੇ ਅੰਦਰ ਮੈਂ ਪਹਿਲਾਂ ਕਹਿ ਚੁੱਕਿਆ for a small period during the time of ਅਬਦਾਲੀਜ਼ ਦੇ ਟਾਈਮ ਤੇ ਮਰਾਠਾ ਨੇ ਵੀ ਕੁਝ 2 ਮਹੀਨਿਆਂ ਵਾਸਤੇ ਆਪਣਾ 2 ਜਾਂ 3 ਮਹੀਨਿਆਂ ਵਾਸਤੇ ਆਪਣਾ ਝੰਡਾ ਗਾੜਿਆ ਸੀਗਾ, ਬਟ ਫਿਰ ਉਹ ਪਿੱਛੇ ਰਿਸੀਡ ਕਰ ਗਏ ਸਨ। ਲੇਕਿਨ ਅਟਕ ਦੇ ਅੰਦਰ ਬਹੁਤ ਅਹਿਮੀਅਤ ਸੀਗੀ ਇਸ ਨੂੰ, ਕਿਲੇ ਨੂੰ ਆਪਣੇ ਕੰਟਰੋਲ ਵਿੱਚ ਲੈਣ ਦੇ ਕਰਕੇ। ਇਸ ਕਰਕੇ ਇਸ ਏਰੀਆ ਦੇ ਅੰਦਰ ਜਿਹੜੇ ਵਾਰ ਲॉर्ड ਸੀਗੇ, ਜਿਹੜੇ ਐਕਚੁਅਲੀ ਇਹ ਕੋਈ ਅੱਜ ਦਾ ਜਿਹੜਾ ਸਾਡਾ ਸੋਚਣਾ ਹੈ ਨਾ ਕਿ ਹਿੰਦੂ ਮੁਸਲਿਮ ਸਿੱਖ ਪੀਪਲ ਯੂਜ਼ ਟੂ ਫਾਈਟ ਫॉर देयर ਇੰਟਰਸਟਸ। ਹੁਣ ਇਸ ਇਲਾਕੇ ਦੇ ਜਿਹੜੇ ਵਾਰ ਲॉर्ड्स ਦੀ ਅਗਰ ਤੁਸੀਂ ਹਿਸਟਰੀ ਦੇਖੋ ਜਾਂ ਸਮਝੋ ਜਾਂ ਪੜ੍ਹੋ, ਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਆਂਦਾ ਸੀਗਾ ਤੇ ਕਦੀ ਉਹਦੇ ਅਗੇਂਸਟ ਉਹਨਾਂ ਦੇ ਲੜਦੇ ਸਨ, ਜਦੋਂ ਆਪਣਾ ਪਲੜਾ ਹਲਕਾ ਪੈ ਜਾਂਦਾ ਸੀਗਾ ਫਿਰ ਉਹਦੇ ਨਾਲ ਜੁਆਇਨ ਕਰ ਜਾਂਦੇ ਸਨ।
ਰਾਈਟ। ਇੱਕ ਟਾਈਮ ਆਇਆ ਸੀਗਾ ਰਣਜੀਤ ਸਿੰਘ ਨਾਲ ਜੁਆਇਨ ਕਰਕੇ। ਸੋ ਵਨ ਹੈਜ਼ ਟੂ ਅੰਡਰਸਟੈਂਡ ਕਿ ਹਿਸਟਰੀ ਇਤਨੀ ਕੋਈ ਸਿੰਪਲ ਨਹੀਂ ਹੁੰਦੀ ਕਿ ਤੁਸੀਂ ਉਹਨੂੰ ਮਜ਼ਹਬਾਂ ਦੇ ਦਾਇਰੇ ਦੇ ਅੰਦਰ ਬੰਦ ਲਓ, ਕਿਉਂਕਿ ਰਣਜੀਤ ਸਿੰਘ ਦਾ ਜਿਹੜਾ ਵੀ ਇਲਾਕਾ ਜਿਹੜੀ ਫੋਰਸਸ ਸੀਗੀਆਂ ਉਹਦੇ ਅੰਦਰ ਹਿੰਦੂ, ਮੁਸਲਿਮ, ਸਿੱਖ, ਗੋਰੇ ਸਾਰੇ ਸੀਗੇ, ਤੇ ਮਜ਼ਹਬ ਅਲੱਗ ਹੁੰਦਾ ਹੈ। ਹਾਂ, ਇੱਕ ਮਜ਼ਹਬ ਦਾ ਇੱਕ ਫੋਰਸ ਡਰਾਈਵ ਕਰ ਰਹੀ ਹੈ ਲੋਕਾਂ ਨੂੰ, ਲੇਕਿਨ ਐਟ ਦੀ ਐਂਡ ਆਫ ਦ ਡੇ ਜਿਹੜੇ ਲੀਡਰਸ ਹੁੰਦੇ ਨੇ ਉਹ ਆਪਣੀ ਓਪਰਚੁਨਿਟੀ ਨੂੰ ਵੀ ਦੇਖਦੇ ਨੇ। ਤੇ ਅਟਕ ਦਾ ਕਿਲਾ ਜਦੋਂ 1813 ਦੇ ਅੰਦਰ ਇਹਨਾਂ ਨੇ ਕੈਪਚਰ ਕੀਤਾ, ਉਸ ਤੋਂ ਕੀ ਹੋਇਆ ਕਿ ਇੱਕ ਇੰਪੋਰਟੈਂਟ ਸਟ੍ਰੈਟੇਜਿਕ ਪੋਜੀਸ਼ਨ, ਬਿਕੋਜ਼ ਅਟਕ ਤੋਂ ਕੀ ਸੀਗਾ, ਦੋ ਰੂਟਸ ਜਾਂਦੇ ਸਨ। ਇੱਕ ਰੂਟ ਜਾਂਦਾ ਸੀਗਾ ਸ਼੍ਰੀਨਗਰ ਵੱਲ। ਹਿਸਟੋਰਿਕਲੀ ਫॉर 100-200 ਇਅਰਸ ਜਿਸ ਦੇ ਕੋਲ ਅਟਕ ਹੁੰਦਾ ਸੀਗਾ ਉਸ ਦੇ ਕੋਲ ਸ਼੍ਰੀਨਗਰ ਦੇ ਅੰਦਰ ਰੂਲ ਕਰਨ ਦਾ ਇੱਕ ਰਸਤਾ ਹੁੰਦਾ ਸੀਗਾ, ਤੇ ਅਟਕ ਦੇ ਅੰਦਰ ਰੂਲ ਹੋਣ ਦੇ ਕਰਕੇ ਇੱਕ ਜਿਹੜਾ ਪੈਸੇਜ ਸੀਗਾ ਸ਼੍ਰੀਨਗਰ ਵਾਲਾ ਵੈਸਟ ਤੋਂ, ਕਿਉਂਕਿ ਦੇਖਿਆ ਜਾਏ ਤੇ ਉਸ ਟਾਈਮ ਤੱਕ ਅਗਰ ਕਾਇਦੇ ਨਾਲ ਦੇਖਿਆ ਜਾਏ ਤੇ ਅਗਰ Ranjit Singh would not have expanded up to Srinagar today would have been a part of Afghanistan, because ਉਸ ਟਾਈਮ ਤੇ ਅਫਗਾਨੀ ਰੂਲ ਕਰ ਰਹੇ ਸਨ ਉਸ ਦੇ ਅੰਦਰ till the time of Ranjit Singh when he goes there। but ਜਦੋਂ ਅਟਕ ਨੂੰ ਉਹਨਾਂ ਨੇ ਬਲੌਕ ਕੀਤਾ, ਸੋ ਉਸ ਤੋਂ ਬਾਅਦ ਜਿਹੜੀ ਦੋ ਇਨਵੇਜ਼ਨਸ ਹੋਈਆਂ ਨੇ ਸ਼੍ਰੀਨਗਰ ਕੋਈ ਇਤਨੀ ਆਸਾਨੀ ਨਾਲ ਨਹੀਂ ਆਇਆ ਸੀਗਾ, ਦੋ ਇਨਵੇਜ਼ਨਸ ਹੋਈਆਂ ਸੀਗੀਆਂ। ਇੱਕ ਤੋਸਾ ਮੈਦਾਨ ਤੋਂ ਹੋ ਕੇ ਗਏ ਸੀਗੇ ਜੰਮੂ ਵਾਲੇ ਪਾਸੋਂ, ਔਰ ਫਿਰ ਦੂਜਾ ਇੱਕ ਇਨਵੇਜ਼ਨ ਹੋਈ ਸੀ ਕਿ ਜਿਹਦੇ ਅੰਦਰ ਹਰੀ ਸਿੰਘ ਨਲਵਾ ਆਲਸੋ ਵੈਂਟ ਦੇयर। ਉਸ ਤੋਂ ਬਾਅਦ 1819 ਦੇ ਅੰਦਰ ਸ਼੍ਰੀਨਗਰ ਬਿਕੇਮ ਅ ਪਾਰਟ ਆਫ ਲਾਹੌਰ ਦਰਬਾਰ। ਜਦੋਂ ਅਟਕ ਔਰ ਸ਼੍ਰੀਨਗਰ ਕਬਜ਼ਾ ਹੋ ਗਿਆ ਔਰ ਥੱਲੇ ਮੁਲਤਾਨ ਕਬਜ਼ਾ ਹੋ ਗਿਆ, ਫਿਰ ਦ ਸਟ੍ਰੈਟਜੀ ਵਾਸ ਨਾਓ ਟੂ ਹੈਡ ਟੂਵਰਡਸ ਦ ਖਾਈਬਰ ਪਾਸ, ਦ ਗੇਟਵੇ ਆਫ ਅਫਗਾਨਿਸਤਾਨ ਇਨਟੂ ਦੀ ਹਿੰਦੁਸਤਾਨ। ਅੱਜ ਤੇ ਅਸੀਂ ਉਹਨੂੰ ਪਾਕਿਸਤਾਨ ਤੇ ਇੰਡੀਆ ਕਹਿ ਦਿੰਦੇ ਆ, ਬਟ ਉਸ ਟਾਈਮ ਈਸਟ ਆਫ ਇੰਡਸ ਵਾਸ ਹਿੰਦੁਸਤਾਨ, ਜਿਹੜਾ ਸਿੰਧੂ ਦਾ ਇਸ ਪਾਸੇ ਦਾ ਸਥਾਨ। ਸਿੰਧੂ ਨੂੰ ਅਕਸਰ ਤੁਰਕੀ ਲੋਕ ਹਿੰਦੂ ਬੋਲਦੇ ਸਨ। ਹਿੰਦੂ ਇੱਕ ਕੋਈ ਰਿਲੀਜਨ ਨਹੀਂ ਸੀਗਾ ਉਸ ਟਾਈਮ ਤੱਕ, ਹਿੰਦੂ ਇੱਕ ਕਲਚਰ ਸੀਗਾ ਸਿੰਧੂ ਦਰਿਆ ਦੇ ਇਸ ਪਾਸੇ ਦਾ, ਜਿਹਦੇ ਅੰਦਰ ਇੱਕ ਇਸ ਪਾਸੇ ਦੇ ਜਿਹੜੇ ਕਲਚਰ ਮਲਟੀਪਲਿਸਿਟੀ ਦੇ ਜਿਹੜੇ ਲੋਕ ਰਹਿੰਦੇ ਸਨ, ਜੋ ਤੁਰਕੀ ਉਸ ਪਾਸੋਂ ਆ ਰਹੇ ਸਨ। ਸਿੰਧੂ ਦੇ ਇਸ ਪਾਸੇ ਜਿਹੜਾ ਸਥਾਨ ਸੀਗਾ, ਤਾਂ ਜਿਹੜਾ ਹੋ ਗਿਆ ਜਿੱਦਾਂ ਪਾਕਿਸਤਾਨ ਜਾਂ ਉਜ਼ਬੇਕਿਸਤਾਨ, ਜਿਹੜਾ ਲੈਂਡ on the east of Sindhu was Hindustan, because ਜਿਹੜਾ ਤੁਰਕੀ ਹੈ ਉਹ ਸ ਨਹੀਂ ਬੋਲਦਾ, ਉਹ ਹ ਬੋਲਦਾ ਹੈ। ਜਿੱਦਾਂ ਇੱਕ ਆਪਣਾ ਮਿਡਲ ਈਸਟ ਦੇ ਅੰਦਰ ਪਾਰਕਿੰਗ ਨੂੰ ਉਹਦੇ ਅੰਦਰ ਇੱਕ ਲਹਿਜ਼ਾ ਹੁੰਦਾ ਹੈ, ਬਾਰਕਿੰਗ ਬ ਬੋਲਦੇ ਨੇ, ਪ ਨਹੀਂ ਬੋਲਦੇ। ਉਸ ਤਰ੍ਹਾਂ ਸ ਨੂੰ ਹ, ਜਿੱਦਾਂ ਸਪਤਾ ਇਜ਼ ਹਫਤਾ, ਸਪਤੇ ਨੂੰ ਹਫਤਾ ਕਹਿੰਦੇ ਨੇ, ਉਸ ਤਰ੍ਹਾਂ ਇਹ ਸਿੰਧੂ ਦੇ ਇਸ ਪਾਸੇ ਹਿੰਦੁਸਤਾਨ ਸੀਗਾ। ਤੇ ਅਗਰ ਇਸ ਹਿੰਦੁਸਤਾਨ ਨੂੰ ਅਗਰ ਕੰਸੋਲੀਡੇਟ ਬਚਾਉਣਾ ਹੈ ਤੇ ਸਭ ਤੋਂ ਪਹਿਲੇ ਤੁਹਾਨੂੰ ਹੁਣ ਪਿਸ਼ਾਵਰ ਵੱਲ ਜਾਣਾ ਪਏਗਾ, ਖਾਈਬਰ ਪਾਸ ਤੱਕ। ਹੁਣ ਖਾਈਬਰ ਪਾਸ ਕੋਈ ਆਸਾਨੀ ਨਾਲ ਨਹੀਂ ਆਇਆ ਸੀਗਾ, ਬੜੀ ਸਾਰੀ ਜੰਗਾਂ ਲੜੀਆਂ ਗਈਆਂ, ਕਾਫੀ ਅਨਸਕਸੈਸਫੁਲ ਅਟੈਂਪਟਸ ਹੋਈਆਂ। ਇਨ 1834 ਫਾਈਨਲੀ ਆਫਟਰ ਮੈਨੀ ਅਟੈਂਪਟਸ ਪਿਸ਼ਾਵਰ ਬਿਕੇਮ ਅ ਪਾਰਟ ਆਫ ਲਾਹੌਰ ਦਰਬਾਰ। ਉਸ ਦੇ ਕਰਕੇ ਜਿਹੜਾ ਫਿਰ ਐਕਸਪੈਂਸ਼ਨ ਹੋਇਆ ਜਮਰੋਦ ਤੱਕ। ਹੁਣ ਮੈਂ ਤੁਹਾਨੂੰ ਇੱਕ ਦੋ ਪਿਕਚਰ ਦਿਖਾਵਾਂਗਾ ਜਮਰੋਦ ਤੱਕ, ਜਿਹੜਾ ਇੱਕਦਮ ਜਿੱਥੋਂ ਖੜੇ ਹੋ ਕੇ ਮੈਨੂੰ ਮੌਕਾ ਮਿਲਿਆ ਹੈ ਕਿ ਜਮਰੋਦ ਕਿਲੇ ਦੇ ਉੱਪਰ ਖੜੇ ਹੋ ਕੇ ਇੱਕ ਨਜ਼ਰ ਮਾਰ ਕੇ ਖਾਈਬਰ ਪਾਸ ਦਰਰਾ ਖਾਈਬਰ ਪਾਸ ਨੂੰ ਦੇਖਣ ਦਾ ਮੌਕਾ ਮਿਲਿਆ ਹੈ, ਔਰ ਨਾ ਹੀ ਸਿਰਫ ਦੇਖਣ ਦਾ, ਉਸ ਦੇ ਥਰੂ ਚੱਲਣ ਦਾ ਵੀ ਮੌਕਾ ਮਿਲਿਆ ਹੈ। ਤੇ ਉਹ ਮੈਂ ਪਿਕਚਰਾਂ ਵੀ ਆਪਣੀ ਸੈਕੰਡ ਬੁੱਕ ਦੇ ਅੰਦਰ ਅੰਕਿਤ ਕੀਤੀਆਂ ਹੋਈਆਂ ਨੇ, ਜਿਹੜੀ ਮੈਂ ਆਪ ਖਿੱਚੀਆਂ ਨੇ। ਤੇ ਉਹ ਜਿਹੜਾ ਕਿਲਾ ਹੈਗਾ ਉਹ ਪਿਸ਼ਾਵਰ ਤੋਂ ਕਰੀਬ 35 ਕਿਲੋਮੀਟਰ ਹੋਰ ਵੈਸਟ ਵੱਲ ਹੈ, ਟੂਵਰਡਸ ਦੀ ਖਾਈਬਰ ਪਾਸ। ਲੇਕਿਨ ਜਮਰੋਦ ਤੱਕ ਜਾਣ ਦਾ ਜਮਰੋਦ ਤੇ ਇੱਕ ਛੋਟੀ ਜਿਹੀ ਜਗ੍ਹਾ ਹੈ, ਜਮਰੋਦ ਤੱਕ ਜਾਣ ਦਾ ਮਕਸਦ ਹੀ ਇਹ ਸੀਗਾ, ਪਿਸ਼ਾਵਰ ਤੋਂ ਬਾਅਦ ਹਰੀ ਸਿੰਘ ਨਲਵਾ ਦੇ ਜਾਣ ਦਾ ਮਕਸਦ ਸੀਗਾ ਕਿ ਦਰਰਾ ਖਾਈਬਰ ਤੱਕ ਜਿੰਨਾ ਨੇੜੇ ਤੱਕ ਤੁਸੀਂ ਜਾ ਸਕਦੇ ਹੋ, ਉਤਨਾ ਹੀ ਤੁਸੀਂ ਇਨਵੇਜ਼ਨਸ ਨੂੰ अर्ली डिफेंस स्ट्रैटेजी ਵਿੱਚ ਬਦਲ ਸਕਦੇ ਹੋ। ਤੇ ਇਸ ਕਰਕੇ ਉਹ ਪਿਸ਼ਾਵਰ ਤੋਂ ਬਾਅਦ ਹਰੀ ਸਿੰਘ ਨਲਵਾ ਨੇ ਜਮਰੋਦ ਦਾ ਕਿਲਾ ਬਣਾਇਆ ਸੀਗਾ। ਉਸ ਤੋਂ ਅੱਗੇ ਹੋਰ ਵੀ ਕਿਲੇ ਸਨ ਜਿਨ੍ਹਾਂ ਦੀ ਅਸੀਂ ਗੱਲ ਕਰਾਂਗੇ ਥੋੜਾ ਬਹੁਤ। ਮਿਚਨੀ ਫੋਰਟ ਹੋ ਗਿਆ, ਜਿਹੜਾ ਤੋਰਖਮ ਬਾਰਡਰ ਦੇ ਨੇੜੇ ਜਿਹੜਾ ਇੱਕ ਪਹਾੜੀ ਦੇ ਉੱਪਰ ਇੱਕ ਛੋਟੀ ਜੀ ਪਿਕਟ ਹੁੰਦੀ ਸੀਗੀ, ਉਹ ਛੋਟੇ ਪਿਕਟਸ, ਇਹਨਾਂ ਨੂੰ ਅਸੀਂ ਕਿਲੇ ਨਹੀਂ ਕਹਿ ਸਕਦੇ ਲੇਕਿਨ ਇਹ ਵਾਚ ਪੋਸਟ ਸੀਗੀਆਂ, ਉਹ ਸਾਰੇ ਵੀ ਬਣੀਆਂ ਸੀਗੀਆਂ। ਅਕਸਰ ਸਾਡੀ ਤਾਰੀਖ ਦੇ ਅੰਦਰ ਅਸੀਂ ਸਿਰਫ ਜਮਰੋਦ ਤੱਕ ਆਪਣੀ ਤਾਰੀਖ ਨੂੰ ਰੋਕ ਲੈਨੇ ਆ, ਲੇਕਿਨ ਇਹ ਤੁਹਾਨੂੰ ਮੈਂ ਇੱਕ ਇੰਟਰਸਟਿੰਗ ਗੱਲ ਦੱਸਾਂ ਕਿ ਜਮਰੋਦ ਕਿਲੇ ਦੇ ਅੰਦਰ ਇੱਕ ਖੂਹ ਹੈਗਾ। ਜਮਰੋਦ ਦੇ ਅੰਦਰ ਪਾਣੀ ਦੀ ਤਹਿ ਜਿਹੜੀ ਹੈ ਬਹੁਤ ਥੱਲੇ ਹੈ। ਮੈਨੂੰ ਮੌਕਾ ਮਿਲਿਆ ਹੈ ਇਹ ਕਿਉਂਕਿ ਪੜ੍ਹਿਆ ਹੋਇਆ ਸੀਗਾ ਕਿ ਰਣਜੀਤ ਸਿੰਘ ਨੂੰ ਜਮਰੋਦ ਦੇ ਅੰਦਰ ਕਿਲਾ ਤੇ ਬਣਾ ਲਿਆ, ਲੇਕਿਨ ਬਣਾਇਆ ਵੀ 54 ਡੇਜ਼ ਦੇ ਅੰਦਰ, ਬੜੀ ਜਲਦੀ ਕਿਲਾ ਬਣਿਆ।
ਲੇਕਿਨ ਪਾਣੀ ਜਿਹੜਾ ਸੀਗਾ ਉੱਥੇ ਘੱਟ ਸੀਗਾ। ਹੁਣ ਜਦੋਂ ਤੁਸੀਂ ਇੱਕ ਫੋਰਸ ਨੂੰ ਰੱਖ ਰਹੇ ਹੋ ਤੇ ਪਾਣੀ ਕਿੱਥੋਂ ਆਏਗਾ? ਤੇ ਪਾਣੀ ਵਾਸਤੇ ਜਿਹੜੇ ਵਿਲੇਜਰ ਸੀਗੇ, ਜਿਹੜੇ ਮੁਸਲਿਮ ਲੈਂਡਲॉर्ड ਸੀਗੇ, ਉਹ ਜਿਹੜੇ ਦर्रा ਖੈਬਰ ਦੇ ਕੋਲ ਉੱਥੋਂ ਕਰੀਬ 10 ਕਿਲੋਮੀਟਰ ਅੱਗੇ ਮਿਚਨੀ ਦਾ ਇਲਾਕਾ ਤੇ ਪਿਕਟਸ ਜਿਹੜੀ ਛੋਟੀਆਂ ਜਿੱਥੇ ਬਣੀਆਂ ਹੋਈਆਂ ਸੀਗੀਆਂ, ਉੱਥੇ ਦੇ ਲੋਕਾਂ ਦੇ ਨਾਲ, ਵਿਲੇਜਰਸ ਦੇ ਨਾਲ ਕੰਟਰੈਕਟ ਹੋਇਆ ਸੀਗਾ ਪਾਣੀ ਪਹੁੰਚਾਉਣ ਦਾ ਕਿਲਿਆਂ ਦੇ ਅੰਦਰ। ਤੇ ਮੈਨੂੰ ਇਹ ਸੀਗਾ ਕਿ ਮੈਂ ਦੇਖਾਂ ਇਸ ਕਿਲੇ ਦੇ ਅੰਦਰ ਜਿਹੜਾ ਖੂਹ ਹੈਗਾ ਇਹ ਕਿੰਨਾ ਡੀਪ ਹੈਗਾ। ਤੇ ਮੈਂ ਉਹਦੇ ਅੰਦਰ ਇੱਕ ਨਾ ਪੱਥਰ, ਜਦੋਂ ਮੈਂ ਸੀਗਾ ਮੈਂ ਪੱਥਰ ਨੂੰ ਪਾਇਆ ਵੀ ਹੈ, ਔਰ ਉੱਥੇ ਦੇ ਜਿਹੜੇ ऑफिसर सीगे उन्होंने इस गल ਨੂੰ ਜ਼ਾਹਿਰ भी किया कि इसके अंदर अगर कोई चला भी जाए तो निकलेगा नहीं, इतना डीप है। और मैं देखने की कोशिश की थी, पानी दे ते नजर ही नहीं आ रहा सीगा। पत्थर जो पाया ते आफ्टर मैनी सेकंड्स ਉਹਦੀ स्प्लैश की आवाज आई। ਤੇ मतलब पानी ਦੇ एक्चुअली उस जमाने तो एक बड़ी दिक्कत ਸੀਗੀ जमरोद ਦੇ अंदर। ਤੇ ਉਹ ਜਿਹੜੇ ਛੋਟੇ ਵਿਲੇजेस ਸੀਗੇ जमरोद तो ਅੱਗੇ ਮਿਚਨੀ ਦਾ ਇਲਾਕਾ, ਤੋਰਖਮ ਬਾਰਡਰ ਤੱਕ, ਜਿਹੜਾ ਅੱਜ ਡਰਨ ਲਾਈਨ ਹੈ, ਉੱਥੇ ਤੱਕ ਐਕਚੁਅਲੀ ਦੇਖਿਆ ਜਾਏ ਤੇ ਹਰੀ ਸਿੰਘ ਨਲਵਾ ਦਾ ਇੱਕ ਇਨਫਲੂਐਂਸ ਸੀਗਾ। ਮੈਂ ਇਨਫਲੂਐਂਸ ਕਹਾਂਗਾ ਕਿ ਬਿਕੋਜ਼ ਗੜ ਤੇ ਜਮਰੋਦ ਸੀਗਾ, ਲੇਕਿਨ ਉੱਥੇ ਤੱਕ ਇੱਕ ਇਨਫਲੂਐਂਸ ਸੀਗਾ। ਅਕਸਰ ਕਦੀ ਮੈਨੂੰ ਹਾਸਾ ਵੀ ਆਉਂਦਾ ਹੈ ਕਿ ਅੱਜ ਕੱਲ ਅਸੀਂ ਆਪਣੀ WhatsApp ਯੂਨੀਵਰਸਿਟੀ, Facebook ਯੂਨੀਵਰਸਿਟੀ, ਇੰਟਰਨੈਟ ਯੂਨੀਵਰਸਿਟੀ ਦੇ ਉੱਤੇ ਤਾਰੀਖ ਨੂੰ ਆਪਣੇ ਮਨ ਮਰਜ਼ੀ ਨਾਲ ਲਿਖ ਲੈਣੇ ਆ। ਕਦੀ ਮੈਂ ਮੈਪਸ ਦੇਖਣਾ ਤੇ ਮੈਨੂੰ ਹਾਸਾ ਆਉਂਦਾ ਹੈ ਤੇ ਕਿ ਉਹ ਰਣਜੀਤ ਸਿੰਘ ਦਾ ਐਰਾ ਤੇ ਬਿਯੋਂਡ ਦੀ ਖਾਈਬਰ ਪਾਸ ਅਫਗਾਨਿਸਤਾਨ ਤੱਕ ਪਹੁੰਚਾ ਦਿੰਦੇ ਨੇ। ਨੋ, ਜਿਹੜੀ ਅੱਜ ਕੱਲ ਦੀ ਡਰਨ ਲਾਈਨ ਹੈ ਉੱਥੇ ਤੱਕ ਹੀ ਰੂਲ ਸੀਗਾ। ਜਿਹੜੀ ਅੱਜ ਪਾਕਿਸਤਾਨ ਔਰ ਅਫਗਾਨਿਸਤਾਨ ਦੀ ਡਰਨ ਲਾਈਨ ਹੈ, ਉਹ ਐਕਚੁਅਲੀ ਮੈਂ ਕਦੀ ਮਜ਼ਾਕ 'ਚ ਮੈਂ ਕੋਈ ਪਾਕਿਸਤਾਨੀ ਲੈਕਚਰ ਦੇ ਰਿਹਾ ਸੀ, ਮੈਂ ਕਿਹਾ ਸੀਗਾ ਮੇਬੀ ਵੀ ਨੀਡ ਟੂ ਗਿਵ ਅਪ ਆਰ ਲੈਗੇਸੀ ਆਫ ਬ੍ਰਿਟਿਸ਼ ਲੈਗੇਸੀ ਐਂਡ ਵੀ ਸ਼ੁਡ ਪ੍ਰਾਊਡਲੀ ਕਾਲ ਦ ਡਰਨ ਲਾਈਨ ਐਜ਼ ਆਈਦਰ ਰਣਜੀਤ ਸਿੰਘ ਲਾਈਨ, ਬਿਕੋਜ਼ ਲਾਈਨ ਤੇ ਉਹਨੇ ਖਿਚਵਾਇਆ, ਉਸਨੇ ਆਪਣਾ ਰੂਲ ਉੱਥੇ ਤੱਕ ਕੀਤਾ ਸੀਗਾ। ਜਦੋਂ ਬ੍ਰਿਟਿਸ਼ ਅੰਦਰ ਆਈ ਹੈ ਤੇ ਉਹਨਾਂ ਨੇ ਉਸ ਲਾਈਨ ਦਾ ਨਾਂ ਡਰਨ ਲਾਈਨ ਬਦਲ ਦਿੱਤਾ, ਬਿਕੋਜ਼ ਜਿਹੜਾ ਪਹਿਲਾ ਇਨਵੇਜਨ ਹੋਇਆ ਸੀਗਾ ਸਿੰਧ ਦੇ ਥਰੂ ਫॉर ਅਫਗਾਨਿਸਤਾਨ, ਉਹ ਜਿਹੜਾ ਉਹਨਾਂ ਦਾ ਲੀਡਰ ਸੀਗਾ, ਜਿਹੜਾ ਕਮਾਂਡਰ ਸੀਗਾ ਡਰਨ, ਉਸ ਦੀ ਮੈਮਰੀ ਦੇ ਅੰਦਰ ਡਰਨ ਲਾਈਨ ਉਹਨਾਂ ਨੇ ਨਾਂ ਰੱਖ ਦਿੱਤਾ। ਬਟ ਆਈ ਸੈਡ ਮੇਬੀ ਇਟਸ ਟਾਈਮ ਟੂ ਕਾਲ ਇਟ ਐਜ਼ ਰਣਜੀਤ ਸਿੰਘ ਲਾਈਨ, ਐਂਡ ਇਫ ਯੂ ਡੋਂਟ ਲਾਈਕ ਰਣਜੀਤ ਸਿੰਘ ਬਿਕੋਜ਼ ਹੀ ਇਜ਼ ਅ ਸਿੱਖ, then maybe you call it as Fakir Azaizuddin line, because उन्होंने फकीर साहब ने एक ट्रीटी अफगानिस्तान के नाल साइन की थी, तो maybe call it as a line of your own people, right? But anyhow, that's we are deviating out here. Let's move on. मैं पहले ही गल कर चुकिया कि जिहड़ा हुण मैं एक नूं पॉइंट नूं लैके चल रहा मुल्तान वल, लाहौर तो मुल्तान वल जाण दा जिहड़ा इन्वेजन, जिहड़ी जंगां होईयां ने 1802 1799 अजय रंजीत सिंह ने लाहौर दरबार ਦੇ ਉੱਤੇ ਆਪਣਾ ਕਬਜ਼ਾ ਕਰ ਲਿਆ ਹੈ। 1809 ਟ੍ਰੀਟੀ ਆਫ ਅੰਮ੍ਰਿਤਸਰ ਵਿਦ ਬ੍ਰਿਟਿਸ਼ ਹੁੰਦੀ ਹੈ, ਲੇਕਿਨ 1802 ਤੋਂ ਰਣਜੀਤ ਸਿੰਘ ਦਾ ਫੋਕਸ ਮੁਲਤਾਨ ਵੱਲ ਸੀਗਾ। there were 8 wars that he led and finally 1818 ਦੇ ਅੰਦਰ ਮੁਜ਼ੱਫਰ ਖਾਨ ਤੋਂ conquest ਹੋਈ। ਨਾ ਇਸ ਦੇ ਅੰਦਰ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਜ਼ਮਜ਼ਮਾ ਤੋਪ, ਜਿਹਨੂੰ ਅਸੀਂ ਲਾਹੌਰ ਮਿਊਜ਼ੀਅਮ ਦੇ ਬਾਹਰ ਇਹ ਅੱਜ ਤੋਪ ਲੱਗੀ ਹੋਈ ਹੈ, ਇਹਨੂੰ ਭੰਗੀਆਂ ਦੀ ਤੋਪ ਵੀ ਕਿਹਾ ਜਾਂਦਾ ਹੈ। ਇਸ ਤੋਪ ਨੂੰ ਇਸਤੇਮਾਲ ਕੀਤਾ ਗਿਆ ਸੀਗਾ। ਹੁਣ ਇੱਕ ਇੰਟਰਸਟਿੰਗ ਥਿੰਗ ਹੈ, ਅੱਛਾ, ਕਿ ਦੋ ਚੀਜ਼ਾਂ ਨੇ ਇੱਥੇ ਮੈਂ ਇੱਕ ਤੇ ਆਪਣੀ ਆਬਜ਼ਰਵੇਸ਼ਨ ਦੱਸ ਰਿਹਾ ਔਰ ਇੱਕ ਜੋ ਤਾਰੀਖ ਦੀ ਕਿਤਾਬਾਂ ਵਿੱਚੋਂ ਪੜ੍ਹਿਆ ਹੈ। ਹੁਣ ਇਹ ਪੜ੍ਹੀ ਹੋਈ ਗੱਲ ਹੈ, ਮੈਨੂੰ ਨਹੀਂ ਪਤਾ ਇਹ ਸੱਚ ਹੈ ਕਿ ਨਹੀਂ ਹੈ, ਲੇਕਿਨ ਜੋ ਪੜ੍ਹੀ ਹੋਈ ਗੱਲ ਹੈ ਕਿ ਗੁਲਾਮ ਜਿਲਿਆਨੀ ਜਿਹੜਾ ਹੈਗਾ ਉਹ ਇੱਕ ਰਣਜੀਤ ਸਿੰਘ ਦੇ ਦਰਬਾਰ ਦੇ ਅੰਦਰ ਇੱਕ ਸੋਲਜਰ ਸੀਗਾ, ਜੋ ਫਾਈਨਲੀ ਹਰੀ ਸਿੰਘ ਨਲਵਾ ਦੇ ਨਾਲ ਲਾਹੌਰ ਇਨਵੇਜਨ ਦੇ ਅੰਦਰ ਮੁਜ਼ੱਫਰ ਖਾਨ ਅਫਗਾਨੀ ਸੀਗਾ, ਤੇ ਉਹਦੇ ਨਾਲ ਜਿਹੜੀ ਫਾਈਨਲ ਜੰਗ ਹੁੰਦੀ ਹੈ 1818 ਦੇ ਅੰਦਰ, ਉਹਦੇ ਅੰਦਰ ਉਹ ਲਿਖਦਾ ਹੈ, ਹੁਣ ਕਿੰਨਾ ਸੱਚ ਹੈ ਮੈਨੂੰ ਨਹੀਂ ਪਤਾ, ਉਹ ਲਿਖਦਾ ਹੈ ਕਿ ਜ਼ਮਜ਼ਮਾ ਨੂੰ ਬੁਲਾਇਆ ਗਿਆ, ਜ਼ਮਜ਼ਮਾ ਤੋਪ ਨੂੰ ਲਾਹੌਰ ਤੋਂ ਲੈ ਕੇ ਆਏ ਤੇ ਉਸ ਦੇ ਨਾਲ ਜੰਗ ਦਾ ਰੁਖ ਬਦਲਿਆ, ਕਿਉਂਕਿ ਜਦੋਂ ਇਹਨਾਂ ਨੇ ਫਾਇਰਿੰਗ ਸ਼ੁਰੂ ਕੀਤੀ, ਫੋਰਟ ਕਾਫੀ ਮਜ਼ਬੂਤ ਸੀਗਾ, ਜਦੋਂ ਫਾਇਰਿੰਗ ਸ਼ੁਰੂ ਕੀਤੀ ਤੇ 117 ਗੋਲੇ ਲੱਗੇ, ਮਤਲਬ 116 ਗੋਲੇ ਤੇ ਫਾਇਰ ਹੋ ਗਏ, 117 ਗੋਲਾ ਜਿਹੜਾ ਚੱਲਣਾ ਸੀਗਾ, ਕਹਿੰਦਾ ਹੈ ਉਸ ਟਾਈਮ ਤੱਕ ਇਸ ਤੋਪ ਦਾ ਜਿਹੜਾ ਉਹ ਚੱਕਾ ਜਿਹੜਾ ਸੀਗਾ ਹਿਲ ਗਿਆ ਸੀਗਾ, ਤੇ ਚੱਕੇ ਨੂੰ ਬੈਲੈਂਸ ਕਰਨ ਵਾਸਤੇ, ਸਪੋਰਟ ਦੇਣ ਵਾਸਤੇ ਗੱਲ ਇਹ ਹੋਈ ਕਿ ਲੋਕਾਂ ਨੇ ਕੰਧਾ ਦੇਣਾ ਪਏਗਾ, ਇਸ ਫੋਰਟ ਟੁੱਟਣ ਵਾਲਾ ਹੀ ਸੀਗਾ, ਤੇ ਤਾਂ ਅਸੀਂ 1-2 ਗੋਲੇ ਹੋਰ ਮਾਰੀਏ। ਤੇ ਕਹਿੰਦਾ ਮੇਰੀ ਵਾਰੀ ਲੱਗੀ ਸੀਗੀ ਕੰਧਾ ਦੇਣ ਦੀ,
ਤੇ ਕਹਿੰਦਾ ਮੇਰੇ ਤੋਂ ਜਿਹੜਾ ਪਹਿਲਾ ਜਿਹੜਾ ਇੱਕ ਗੋਲਾ ਪਹਿਲਾ ਜਿਹੜਾ ਹੈਗਾ 100 ਇਸ ਦਾ 118th ਵਾਲੀ ਵਾਰੀ ਸੀਗੀ, 117th ਵਾਲੀ ਵਾਰੀ ਦੇ ਉੱਤੇ ਜਿਹੜਾ ਲਾਸਟ ਗੋਲਾ ਸੀਗਾ, ਜਦੋਂ ਚੱਕਾ ਹਿਲ ਰਿਹਾ ਸੀਗਾ, ਉਹ ਗੋਲਾ ਚੱਲਿਆ ਤੇ ਫੋਰਟ ਦੀ ਜਿਹੜੀ ਦੀਵਾਰ ਟੁੱਟ ਗਈ। ਤੇ ਕਹਿੰਦਾ ਨਹੀਂ ਤੇ ਮੇਰੀ ਅਗਲੀ ਵਾਰੀ ਸੀਗੀ, ਤੇ ਕਹਿੰਦਾ ਨਹੀਂ ਤੇ ਮੈਂ ਜਿੰਦਾ ਵੀ ਨਹੀਂ ਹੁੰਦਾ ਇਹ ਆਪਣੇ ਅਕਾਊਂਟ ਲਿਖਣ ਵਾਸਤੇ। ਇੱਕ ਤੇ ਗੱਲ ਇਹ ਹੈ। ਦੂਜੀ ਗੱਲ ਜਿਹੜੀ ਇੰਟਰਸਟਿੰਗ ਹੈ ਕਿ ਜਦੋਂ ਮੈਂ ਮੁਲਤਾਨ ਗਿਆ, ਅੱਜ ਵੀ ਤੁਸੀਂ ਮੁਲਤਾਨ ਮੈਨੂੰ ਕਾਫੀ ਵਾਰੀ ਜਾਣ ਦਾ ਮੌਕਾ ਮਿਲਿਆ। ਗੁਰੂ ਨਾਨਕ ਜੀ ਦੀ ਜਿਹੜੀ ਸਫ਼ਰ ਦੀ ਅਸੀਂ ਡਾਕੂਮੈਂਟਰੀ ਕਰ ਰਹੇ ਹਾਂ, ਉਸ ਦੇ ਅੰਦਰ ਮੁਲਤਾਨ ਦਾ ਬਹੁਤ ਵੱਡਾ ਇੱਕ ਅੰਸ਼ ਹੈਗਾ। ਤੇ ਮੁਲਤਾਨ ਦੇ ਅੰਦਰ ਸਾਨੂੰ ਕਿਲੇ ਦੀ ਕੋਈ ਅੰਸ਼ ਨਜ਼ਰ ਨਹੀਂ ਆਈ। ਇੰਟਰਸਟਿੰਗ ਕਿ ਇਤਨਾ ਵੱਡਾ ਕਿਲਾ ਜਿਹਨੂੰ ਤੋੜਨ ਵਾਸਤੇ 117 ਗੋਲੇ ਚਲੇ, ਅੱਜ ਉਸ ਦੀ ਇੱਕ ਵੀ ਅੰਸ਼ ਨਹੀਂ ਹੈ, ਇੱਕ ਪੱਥਰ ਵੀ ਨਹੀਂ ਕਿਧਰ ਨਜ਼ਰ ਆਉਂਦਾ ਮੁਲਤਾਨ ਦੇ ਅੰਦਰ। ਤੇ ਇਹ ਬੜੀ ਸੋਚਣ ਵਾਲੀ ਹੈਰਾਨੀ ਵਾਲੀ ਗੱਲ ਹੈ। ਬਾਕੀ ਇੱਕ ਹੋਰ ਇੰਟਰਸਟਿੰਗ ਚੀਜ਼ ਹੈ ਕਿ ਮੁਲਤਾਨ ਮਿਊਜ਼ੀਅਮ ਦੇ ਅੰਦਰ ਜੋ ਪਿਛਲੇ ਕੁਝ ਚੰਦ ਸਾਲਾਂ ਦੇ ਅੰਦਰ ਮੁਲਤਾਨ ਐਡਮਿਨਿਸਟ੍ਰੇਸ਼ਨ ਨੇ ਇੱਕ ਮਿਊਜ਼ੀਅਮ ਬਣਾਇਆ ਹੈ ਆਪਣੀ ਤਾਰੀਖ ਨੂੰ ਸੰਭਾਲਣ ਵਾਸਤੇ। ਤੇ ਇਹਦੇ ਅੰਦਰ ਕਾਫੀ ਇੰਟਰਸਟਿੰਗ ਪਿਕਚਰਸ ਨੇ ਐਂਡ ਮੇਰੇ ਕੋਲ ਸਾਰੀ ਉਹ ਆਰਟਵਰਕਸ, ਸਾਰੀ ਪਿਕਚਰਾਂ ਦੇ ਆਰਟਵਰਕਸ ਦੀ ਫੋਟੋਜ਼ ਹਨ। ਲੇਕਿਨ ਉਹਨਾਂ ਚੋਂ ਮੈਂ ਇੱਕ ਫੋਟੋ ਦਿਖਾ ਰਿਹਾ ਜਿਹੜੀ ਰਾਈਟ ਹੈਂਡ ਸਾਈਡ ਤੋਂ, ਇਹ ਮੁਲਤਾਨ ਮਿਊਜ਼ੀਅਮ ਵਿੱਚੋਂ ਹੈ। ਇਹ ਹਰੀ ਸਿੰਘ ਨਲਵਾ ਔਰ ਮੁਜ਼ੱਫਰ ਖਾਨ ਦੇ ਅੰਦਰ हैंड टू हैंड कंबैट हो रहा है। लेकिन इंटरेस्टिंग थिंग है कि उन्होंने उस म्यूजियम के अंदर अलेक्जेंडर दे दौर, उस तो पहले दा दौर, प्रहलाद नूं भी दिखाया, बिकॉज मुल्तान ते जिहड़ी होली दी जिहड़ी पूरी कहानी है वो तो मुल्तान विच ही गुजरी है। और होलिका जिहड़ी है और हिरणाकश जिहड़ा हैगा और प्रहलाद, हिरणाकश दे फादर, प्रहलाद दे फादर हिरणाकश, ही वाज द रूलर ऑफ मुल्तान। तो वो सारी चीज ਨੂੰ ਉਹਨਾਂ ਨੇ ਇੰਟਰਸਟਿੰਗਲੀ ਇੱਕ ਆਰਟਵਰਕ ਦੇ ਅੰਦਰ ਡਿਪਿਕਟ ਕੀਤਾ ਹੈ। ਲੇਕਿਨ ਅਸੀਂ ਗੱਲ ਕਰ ਰਹੇ ਹਾਂ ਕਿਲਿਆਂ ਦੀ, ਤੇ ਕਿਲਿਆਂ ਦੀ ਗੱਲ ਮੈਨੂੰ ਇੱਕ ਇੰਟਰਸਟਿੰਗ ਆਬਜ਼ਰਵੇਸ਼ਨ ਨਜ਼ਰ ਆਇਆ ਕਿ ਇਹ ਹੁਣ ਮਿਊਜ਼ੀਅਮ ਹੁਣ ਬਣਿਆ ਹੈ ਔਰ ਅਕਸਰ ਤੁਸੀਂ ਦੇਖਦੇ ਹੋ ਕਿ ਤਾਰੀਖ, ਹਿਸਟਰੀ ਇਜ਼ ਵਾਟ, ਹਿਜ਼ ਸਟੋਰੀ। ਕਿਹਦੀ ਕਹਾਣੀ ਸੁਣਨੀ ਹੈ? ਮੇਰੀ ਕਹਾਣੀ ਸੁਣੋਗੇ ਤੇ ਮੈਂ ਆਪਣੀ ਦੱਸਾਂਗਾ, ਕਿਸੇ ਹੋਰ ਦੀ ਸੁਣਨੀ ਹੈ ਉਹ ਆਪਣੀ ਦੱਸੇਗਾ। ਐਂਡ देयरफॉर हर किसी ਦਾ ਆਪਣਾ ਪੱਖ ਹੋਏਗਾ। ਤੇ ਜਿਹੜੀ ਔਰ ਹਿਸਟਰੀ ਇਜ਼ ਆਲਵੇਜ਼ ਬਾਇਸਡ। ਤੇ ਜਦੋਂ ਇੱਕ ਜਰਮਨ ਲਿਖੇਗਾ ਆਪਣੀ ਹਿਸਟਰੀ ਤੋਂ ਦੂਜੇ ਪੱਖ ਨਾਲ ਲਿਖੇਗਾ, ਜੈਪਨੀਜ਼ ਦੂਜੇ ਪੱਖ ਨਾਲ ਲਿਖੇਗਾ, ਬ੍ਰਿਟਿਸ਼ ਦੂਜੇ ਪੱਖ ਨਾਲ ਲਿਖੇਗਾ ਵਰਲਡ ਵਾਰ 1 ਵਰਲਡ ਵਾਰ 2 ਨੂੰ। ਲੇਕਿਨ ਇਸ ਪੇਂਟਿੰਗ ਦੇ ਅੰਦਰ ਜੋ ਮੈਂ ਗੱਲ ਕਰਨ ਚਾਹ ਰਿਹਾ, ਅਕਸਰ ਪੇਂਟਿੰਗ ਦੇ ਅੰਦਰ ਦਿਖਾਇਆ ਜਾਂਦਾ ਹੈ ਜਿਹੜਾ ਵਿਕਟੋਰੀਅਸ, ਜਿਹੜਾ ਜਿੱਤਿਆ ਹੋਇਆ ਹੁੰਦਾ ਹੈ, ਅਗਰ ਉਹ ਪੇਂਟਿੰਗ ਬਣਾ ਰਿਹਾ ਹੁੰਦਾ ਹੈ, ਉਹ ਦਿਖਾਉਂਦੇ ਨੇ ਕਿ ਅਕਸਰ ਉਹ ਉੱਪਰ ਹੋਏਗਾ ਤੇ ਜਿਹੜਾ ਹਾਰ ਰਿਹਾ ਉਹ ਥੱਲੇ ਹੋਏਗਾ। ਲੇਕਿਨ ਇਹ ਪੇਂਟਿੰਗ ਬਣੀ ਹੈ ਮਾਡਰਨ ਪਾਕਿਸਤਾਨ ਦੇ ਅੰਦਰ, ਇੱਕ ਆਰਟਿਸਟ ਨੇ ਬਣਾਈ ਹੈ। ਸੋ ਹਾਲਾਂਕਿ ਹਰੀ ਸਿੰਘ ਨਲਵਾ ਮੁਜ਼ੱਫਰ ਖਾਨ ਦੇ ਉੱਤੇ ਹਾਵੀ ਹੋ ਜਾਂਦਾ ਹੈ ਤੇ ਕਿਲਾ ਉਸ ਦੇ ਅੰਦਰ ਆ ਜਾਂਦਾ ਹੈ, ਲੇਕਿਨ ਇਸ ਪਿਕਚਰ ਦੇ ਜੋ ਡਿਪਿਕਸ਼ਨ ਦਿਖਾਈ ਜਾ ਰਹੀ ਹੈ, ਹਰੀ ਸਿੰਘ ਨਲਵਾ ਢਾਲ ਦੇ ਥੱਲੇ ਹੈ ਔਰ ਮੁਜ਼ੱਫਰ ਖਾਨ ਉੱਪਰ ਹੈ। तो एक छोटा सा ऑब्जर्वेशन, मेरा पर्सनल ऑब्जर्वेशन है कि हाउ वी ट्राई एंड शो दी पिक्चर्स ऑल्सो टू डिपिक्ट हिस्ट्री, राइट और रॉन्ग मेरा उससे तो कोई जजमेंट नहीं है, सिर्फ एक ऑब्जर्वेशन है। तो नेक्स्ट अगर चलिए जी मैं गल कर चुके हैं, हुण असीं गल कर रहे हैं 1813 तो लैके 1819 ਦੇ ਅੰਦਰ ਕਸ਼ਮੀਰ ਔਰ ਅਟਕ ਵੱਲ ਜਾਣਾ, ਜਿਹਦੇ ਕਰਕੇ ਬਾਅਦ ਵਿੱਚ 1834 ਦੇ ਅੰਦਰ पेशावर और दर्रा खैबर तक एम्पायर ਜਾਂਦਾ ਹੈ। ਹੁਣ ਇਸ ਪੀਰੀਅਡ ਦੇ ਅੰਦਰ ਪਹਿਲੇ ਅਸੀਂ ਗੱਲ ਕਰੀਏ ਤੇ 1819 ਮੈਂ ਲਿਖਿਆ ਹੈ ਸ਼੍ਰੀਨਗਰ ਕਸ਼ਮੀਰ ਫਤਿਹ ਹੁੰਦਾ ਹੈ, ਲੇਕਿਨ 1819 ਤੋਂ ਪਹਿਲਾਂ 1813 ਤੋਂ ਐਕਸਪੀਡੀਸ਼ਨਸ ਚੱਲ ਰਹੀਆਂ ਸੀਗੀਆਂ। ਹੁਣ ਅਗਰ ਅਸੀਂ ਕਸ਼ਮੀਰ ਦੀ ਤਾਰੀਖ ਪੜ੍ਹੀਏ ਤੇ 1753 ਤੋਂ ਲੈ ਕੇ 1819 ਤੱਕ ਕਸ਼ਮੀਰ ਵਾਸ ਬੀਇੰਗ ਰੂਲਡ ਬਾਈ ਅਫਗਾਨੀਜ਼। It was a land of Afghanistan. If not for Ranjit Singh and if not for Punjab, the geopolitical situation would have been very different. मैं तो कभी-कभी हंसना, मैं कहना तुसी पाकिस्तान ते इंडिया लड़ी जा रहे हो, लेकिन जिन्हें ਤੁਹਾਨੂੰ गिफ्ट ਦਿੱਤਾ ਹੈ पाकिस्तान ਤੇ इंडिया ਨੂੰ कश्मीर, ਉਹਨੂੰ ਤੇ ਕੋਈ ਯਾਦ ਨਹੀਂ ਰੱਖ ਰਿਹਾ। The fact is अगर उसने 1819 में अंदर conquest नहीं ਕੀਤਾ ਹੁੰਦਾ तो maybe Kashmir would have been a part of Afghanistan today. The situation would have been very different. And जो आज अफगानिस्तान का हाल है, maybe Kashmir would have been in that state today. But anyhow, I don't want to deviate. But ये मैं पाकिस्तान तो थोड़ा सा निकल रहे हैं बाहर, इंडिया वाल आ रहे हैं. But मेरा टॉपिक पाकिस्तान है, so I'll come back out here. तुसी अगर देखो हरी पर्वत का किला, जो कि फिर ये मुगलाई दौर के अंदर बने हैं, दुरानी का दा इत्थे रोल सीगा और जहानदाद खान जिहड़ा हैगा ये
ਜਿਹੜਾ ਸ਼ਾਹ ਸ਼ੁਜਾ ਜਿਹੜੇ ਉਹ ਸ਼ਾਹ ਸ਼ੁਜਾ ਔਰ ਜਹਾਨਦਾਦ ਖਾਨ ਜਿਹੜੇ ਨੇ ਇਹਨਾਂ ਨੂੰ ਇੰਪ੍ਰਿਜ਼ਨ ਕੀਤਾ ਜਾਂਦਾ ਹੈ ਉੱਥੇ ਆਪਣੇ ਅਟਕ ਦੇ ਕਿਲੇ ਦੇ ਅੰਦਰ। ਜਿਹੜਾ ਮੁਹੰਮਦ ਸ਼ਾਹ ਦੁਰਾਨੀ ਹੈ ਉਹ ਸ਼ਾਹ ਸ਼ੁਜਾ ਨੂੰ ਜਿਹੜਾ ਅਫਗਾਨਿਸਤਾਨ ਦਾ ਰੂਲਰ ਹੈ ਉਸਨੂੰ ਓਵਰਥਰੋ ਕਰ ਦਿੰਦਾ ਹੈ, ਔਰ ਜਹਾਨਦਾਦ ਖਾਨ ਜਿਹੜਾ ਉੱਥੇ ਦਾ ਅਟਕ ਦਾ ਜਿਹੜਾ ਲੋਕਲ ਰੂਲਰ ਸੀਗਾ, ਲੋਕਲ ਕਬਾਲੀਆ ਸੀਗਾ, ਜਿਹੜਾ ਚੀਫਟੇਨ ਸੀਗਾ, ਔਰ ਇਹਨਾਂ ਨੂੰ ਪ੍ਰਿਜ਼ਨ ਕਰਤਾ ਜਾਂਦਾ ਹੈ ਉੱਥੇ ਕਸ਼ਮੀਰ ਦੇ ਅੰਦਰ ਸ਼ਾਹ ਸ਼ੁਜਾ ਨੂੰ। ਤੇ ਵਫਾ ਬੇਗਮ ਜਿਹੜੀ ਸੀਗੀ ਸ਼ਾਹ ਸ਼ੁਜਾ ਦੀ ਵਾਈਫ, ਉਹ ਅਫਗਾਨਿਸਤਾਨ ਤੋਂ ਭੱਜ ਕੇ ਲਾਹੌਰ ਆ ਜਾਂਦੀ ਹੈ। ਤੇ ਉਹ ਗੱਲ ਦੂਜੀ ਹੈ ਕਿ ਉਹ ਫਿਰ ਕੋਹਿਨੂਰ ਦਾ ਜਿਹੜਾ ਟ੍ਰੀਟੀ ਹੁੰਦੀ ਹੈ ਕਿ ਭਾਈ ਸ਼ੀ ਵੁੱਡ ਪਾਸ ਦ ਕੋਹਿਨੂਰ ਟੂ ਹਿਮ ਇਫ ਰਣਜੀਤ ਸਿੰਘ ਹੈਲਪਸ get Shah Shuja released from the prison in Kashmir, ਕਿਉਂਕਿ ਪਹਿਲੇ ਅਟਕ ਵਿੱਚ ਰੱਖਿਆ ਜਾਂਦਾ ਹੈ, ਫਿਰ ਅਟਕ ਤੋਂ ਲੈ ਕੇ ਉਹਨਾਂ ਨੂੰ ਕਸ਼ਮੀਰ ਬੰਦ ਕਰਤਾ ਜਾਂਦਾ ਹੈ। ਤੇ 1813 ਦੇ ਅੰਦਰ, ਬਿਫੋਰ ਸ਼ਾਹ ਸ਼ੁਜਾ ਦੇ ਆਉਣ ਤੋਂ ਪਹਿਲਾਂ 1813 ਦੇ ਅੰਦਰ ਰਣਜੀਤ ਸਿੰਘ ਆਪ ਪਹਿਲੇ ਕਸ਼ਮੀਰ ਨੂੰ ਅਟੈਕ ਕਰਦਾ ਹੈ ਉਸ ਤੋਂ ਪਹਿਲਾਂ, ਰਾਈਟ। ਲੇਕਿਨ ਜਦੋਂ ਉਹ ਫਾਈਨਲੀ 1813 ਦੇ ਅੰਦਰ ਜਦੋਂ ਵਫਾ ਬੇਗਮ ਉਸ ਨੂੰ ਰਿਕੁਐਸਟ ਕਰਦੀ ਹੈ, ਹੀ ਟੇਕਸ ਅ ਫੋਰਸ ਤੋਸਾ ਮੈਦਾਨ ਤੋਂ ਜਾ ਕੇ ਇਸਨੂੰ ਸ਼ਾਹ ਸ਼ੁਜਾ ਨੂੰ ਫ੍ਰੀ ਕਰਾਉਂਦਾ ਹੈ ਐਂਡ ਗੈਟਸ ਹਿਮ ਟੂ ਲਾਹੌਰ, ਜਿਹਦੇ ਰਿਵਾਰਡ ਦੇ ਅੰਦਰ, ਹਾਲਾਂਕਿ ਕਹਾਣੀਆਂ ਅਲੱਗ-ਅਲੱਗ ਨੇ, ਲੇਕਿਨ ਬਾਟਮ ਲਾਈਨ ਇਸ ਕਿ ਉਸ ਪੁਆਇੰਟ ਤੇ ਆ ਕੇ ਕੋਹਿਨੂਰ ਜਿਹੜਾ ਕਿ ਹਿੰਦੁਸਤਾਨ ਤੋਂ ਲੈ ਕੇ ਗਿਆ ਸੀਗਾ, ਅਲੱਗ-ਅਲੱਗ ਡਾਇਨੈਸਟੀ ਤੋਂ ਨਾਦਰ ਸ਼ਾਹ ਲੈ ਗਿਆ ਸੀਗਾ, ਨਾਦਰ ਸ਼ਾਹ ਤੋਂ ਬਾਅਦ ਅਬਦਾਲੀਆ ਕੋਲ ਆਇਆ, ਅਬਦਾਲੀਆ ਦੀ ਡਾਇਨੈਸਟੀ ਤੋਂ ਦੁਰਾਨੀ ਦੀ ਡਾਇਨੈਸਟੀ ਤੋਂ ਸ਼ਾਹ ਸ਼ੁਜਾ ਕੋਲ ਆਇਆ ਸੀਗਾ। ਸ਼ਾਹ ਸ਼ੁਜਾ ਜਦੋਂ ਅਫਗਾਨਿਸਤਾਨ ਛੱਡ ਕੇ ਜਾਂਦਾ ਹੈ ਤੇ ਉਹ ਆਪਣਾ ਕੋਹਿਨੂਰ ਵਫਾ ਬੇਗਮ ਨੂੰ ਦੇ ਦਿੰਦਾ ਹੈ, ਜੋ ਲਾਹੌਰ ਆ ਜਾਂਦੀ ਹੈ, ਔਰ ਉਹਨੂੰ ਪ੍ਰਿਜ਼ਨ ਕਰਕੇ ਕਸ਼ਮੀਰ ਲੈ ਜਾਂਦੇ ਨੇ। ਜਦੋਂ ਕਸ਼ਮੀਰ ਤੋਂ ਰਣਜੀਤ ਸਿੰਘ ਛੁਡਾ ਕੇ ਲੈ ਕੇ ਆਂਦਾ ਹੈ ਤੇ ਐਜ਼ ਅ ਪਾਰਟ ਆਫ ਦੀ ਅਗਰੀਮੈਂਟ ਕੋਹਿਨੂਰ ਰਣਜੀਤ ਸਿੰਘ ਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਹੈ। ਤੇ ਜਦੋਂ ਰਣਜੀਤ ਸਿੰਘ ਉੱਥੇ ਜਾਂਦਾ ਹੈ, ਬੇਸ਼ੱਕ ਉਹ ਇਸ ਨੂੰ ਲੈ ਕੇ ਆਂਦਾ ਹੈ, ਆਪਣਾ ਇੱਕ ਕਦਮ ਪਾ ਲੈਂਦਾ ਕਸ਼ਮੀਰ ਦੇ ਅੰਦਰ, ਲੇਕਿਨ ਇਸ ਨੂੰ ਅਸੀਂ ਇਹ ਨਹੀਂ ਕਹਾਂਗੇ ਕਿ ਅਜੇ ਉਸ ਦਾ ਰੂਲ ਐਸਟੈਬਲਿਸ਼ ਹੋ ਗਿਆ। ਰੂਲ ਐਸਟੈਬਲਿਸ਼ ਹੁੰਦੇ 1819 ਤੱਕ ਚਲੇ ਜਾਂਦੇ ਨੇ, ਕਾਫੀ ਹੋਰ ਜੰਗਾਂ ਹੁੰਦੀਆਂ ਨੇ। 1819 ਦੇ ਅੰਦਰ ਫਾਈਨਲੀ ਕਸ਼ਮੀਰ ਬਿਕਮਸ ਅ ਪਾਰਟ ਆਫ ਲਾਹੌਰ ਦਰਬਾਰ। ਔਰ ਤੁਸੀਂ ਅਗਰ ਹਰੀ ਪਰਬਤ ਦੇ ਬਾਹਰ ਅਗਰ ਥੱਲੇ ਤੁਸੀਂ ਅਗਰ ਬੋਰਡ ਵੀ ਪੜੋਗੇ ਤੇ ਜ਼ਿਆਦਾ ਇਸ ਦਾ ਪੂਰਾ ਇਹਨਾਂ ਨੇ ਪੂਰੀ ਉਹ ਮੁਹੰਮਦ ਖਾਨ ਦੀ ਗੱਲ ਕੀਤੀ ਹੈ, ਪਠਾਨ ਰੂਲਸ ਦੀ ਗੱਲ ਕੀਤੀ ਹੈ, ਐਂਡ ਉੱਥੇ ਮੈਂ ਸਰਕਲ ਵੀ ਕੀਤਾ ਹੈ ਲੇਟਰ ਔਨ ਦ ਸਿੱਖ ਐਂਡ ਦੇਅਰ ਆਫਟਰ, ਬਿਕੋਜ਼ ਡੋਗਰਾਸ ਨੂੰ ਫਿਰ ਸਿੱਖਾਂ ਤੋਂ ਫਿਰ ਇਹ ਬ੍ਰਿਟਿਸ਼ ਨੇ ਲੈ ਕੇ ਦਿੱਤਾ ਸੀਗਾ ਐਜ਼ ਅ ਪਾਰਟ ਆਫ ਦੀ ਅੰਡਰਸਟੈਂਡਿੰਗ ਕਿ ਡੋਗਰਾਸ ਹੈਲਪ ਦੀ ਬ੍ਰਿਟਿਸ਼ ਗੈਟ ਇਨਟੂ ਪੰਜਾਬ, ਤਾਂ ਐਜ਼ ਅ ਰਿਵਾਰਡ ਕਸ਼ਮੀਰ ਦਿੱਤਾ ਗਿਆ ਸੀਗਾ। ਬਟ ਸਿੱਖ ਐਂਡ ਦੈਨ ਦ ਡੋਗਰਾ ਫੋਰਸਿਸ ਆਲਸੋ ਰੂਲਡ ਫਰਮ ਸ਼੍ਰੀਨਗਰ, from Kashmir, from the Hari Parbat. This is an evidence of that. But let's come back to Pakistan. 1813 ਦੇ ਅੰਦਰ while ਕਸ਼ਮੀਰ ਵੱਲ ਜਾ ਰਹੇ ਸੀਗੇ, they were also expanding towards Jhelum, Indus ਦਰਿਆ ਦੇ ਵੱਲ। ਔਰ ਸਭ ਤੋਂ ਪਹਿਲਾਂ ਜਿਹੜੇ ਮੇਨ ਲੋਕੇਸ਼ਨਸ ਆਉਂਦੀਆਂ ਨੇ ਜਿੱਥੇ ਫਤਿਹ ਹੁੰਦੀ ਹੈ, ਰੋਹਤਾਸ ਦਾ ਕਿਲਾ, ਜਿਹੜਾ ਇੱਕ ਬਹੁਤ ਪੁਰਾਣਾ ਕਿਲਾ ਹੈਗਾ, ਲੈਫਟ ਸਾਈਡ ਤੇ ਤੁਸੀਂ ਰੋਹਤਾਸ ਦਾ ਕਿਲਾ ਦੇਖ ਰਹੇ ਹੋ, ਜਿਹੜਾ ਅਟਕ ਜਾਣ ਵਾਸਤੇ ਰਸਤੇ 'ਚ ਪੈਂਦਾ ਹੈ, ਬੜਾ ਇੰਪੋਰਟੈਂਟ ਕਿਲਾ ਸੀਗਾ। ਇਹ ਸ਼ੇਰ ਸ਼ਾਹ ਸੂਰੀ ਨੇ 1540 ਦੇ ਅੰਦਰ ਬਣਾਇਆ ਸੀਗਾ। ਬਾਅਦ ਵਿੱਚ ਮੁਗਲ ਡਾਇਨੈਸਟੀਜ਼ ਨੇ ਇਹਨੂੰ ਐਕਸਪੈਂਡ ਵੀ ਕੀਤਾ ਹੈ। ਇਹਦੇ ਅੰਦਰ ਸਿੱਖ ਤਾਰੀਖ ਦੀ ਵੀ ਅੰਸ਼ ਹੈਗੀ, ਮਾਤਾ ਸਾਹਿਬ ਕੌਰ ਦੀ ਜਗ੍ਹਾ ਵੀ ਹੈ ਇਸ ਦੇ ਅੰਦਰ, ਗੁਰਦੁਆਰਾ ਇੱਕ ਛੋਟਾ ਜਿਹਾ। ਇਹ ਜਿਹੜੀ ਮੈਂ ਫੋਟੋ ਰਾਈਟ ਸਾਈਡ ਤੇ ਤੁਹਾਨੂੰ ਖਿੱਚ ਕੇ ਦਿਖਾ ਰਿਹਾ, ਇਹ ਚੋਆ ਬਾਬਾ ਗੁਰੂ ਨਾਨਕ ਗੁਰਦੁਆਰਾ, ਜਦੋਂ ਗੁਰੂ ਨਾਨਕ ਸਾਹਿਬ ਜਾਂਦੇ ਨੇ ਟਿੱਲਾ ਜੋਗੀਆਂ ਨਾਲ ਗੋਸ਼ਟ ਕਰਨ ਵਾਸਤੇ, ਤੇ ਥੱਲੇ ਇੱਕ ਉਹਨਾਂ ਦੀ ਯਾਦਗਾਰ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਉੱਤੇ ਦੇ ਟਾਈਮ ਤੇ ਇੱਕ ਥੱਲੇ ਗੁਰਦੁਆਰਾ ਬਣਿਆ ਸੀਗਾ ਜਿਹਦਾ ਨਾਮ ਚੋਆ ਬਾਬਾ ਗੁਰੂ ਨਾਨਕ ਗੁਰਦੁਆਰਾ ਹੈ। ਅੱਜ ਕੱਲ੍ਹ ਇਹਦੀ ਰੈਨੋਵੇਸ਼ਨ ਸਟਾਰਟ ਹੋ ਗਈ ਹੈ। ਮੇਰੀ ਫਰਸਟ ਬੁੱਕ ਦੀ ਕਵਰ 2014 ਦੇ ਅੰਦਰ ਜੋ ਕਿਤਾਬ ਨਿਕਲੀ ਸੀਗੀ, ਜਿਹੜਾ ਮੇਨ ਕਵਰ ਹੈਗਾ ਜਿਹਦੇ ਅੰਦਰ ਇੱਕ ਕੰਧ ਟੁੱਟੀ ਹੋਈ ਹੈ, ਉਹਦੇ ਵਿਚਕਾਰੋਂ ਇੱਕ ਗੁਰਦੁਆਰਾ ਨਜ਼ਰ ਆ ਰਿਹਾ ਹੈ, ਉਹ ਇਹ ਗੁਰਦੁਆਰਾ ਹੈਗਾ ਚੋਆ ਬਾਬਾ ਗੁਰੂ ਨਾਨਕ ਗੁਰਦੁਆਰਾ। ਇਨਫੈਕਟ ਮੈਨੂੰ ਉਸ ਟਾਈਮ ਕਾਫੀ ਤਾਣੇ ਵੀ ਸਹਿਣੇ ਪਏ ਕਿ ਮੈਂ ਤੇ ਉਸਨੂੰ ਲੌਸਟ ਹੈਰੀਟੇਜ ਕਹਿ ਦਿੱਤਾ, ਬਿਕੋਜ਼ ਲੌਸਟ ਹੈਰੀਟੇਜ ਤੇ ਹੈ ਹੀ ਹੈ, ਮੇਰੀ ਜਜ਼ਬਾਤ ਹੈ ਐਂਡ ਇਟ ਇਜ਼ ਲੌਸਟ। ਅਗਰ ਮੈਂ ਉੱਥੇ ਨਹੀਂ ਜਾ ਸਕਣਾ, ਔਰ ਮੈਨੂੰ ਅਗਰ ਆਪਣੇ ਸਿੰਪਲ ਜੀ ਗੱਲ ਹੈ ਪਾਕਿਸਤਾਨ ਦੇ ਅੰਦਰ ਗੁਰਦੁਆਰੇ ਦੇ ਅੰਦਰ ਆਪਣੇ ਮੁਸਲਿਮ ਵੀਰਾਂ ਨੂੰ ਲੈ ਕੇ ਜਾਣ ਵਾਸਤੇ ਅਗਰ ਪਾਸਪੋਰਟ ਦਿਖਾਉਣਾ ਪਵੇ ਤੇ ਮੇਰੇ ਜਜ਼ਬਾਤ ਦੇ ਹਿਸਾਬ ਨਾਲ ਇਹ ਹੈਰੀਟੇਜ ਸਾਡੀ ਲੌਸਟ ਹੈਗੀ।
ਜਦੋਂ ਮੈਨੂੰ ਲੋਸਟ ਆਪਣੀ ਜਜ਼ਬਾਤ ਨਾਲ ਲਿਖਿਆ ਤੇ ਪਾਕਿਸਤਾਨ ਦੇ ਅੰਦਰ ਕਾਫੀ ਲੋਕਾਂ ਨੂੰ ਇਹ ਗੱਲ ਪਸੰਦ ਵੀ ਨਹੀਂ ਆਈ, ਲੇਕਿਨ ਬਹੁਤ ਲੋਕ ਜਿਹੜੇ ਮੰਨਣ ਵਾਲੇ ਨੇ ਉਹਨਾਂ ਨੇ ਇਸ ਚੀਜ਼ ਨੂੰ ਅਪਰੀਸ਼ੀਏਟ ਵੀ ਕੀਤਾ। ਲੇਕਿਨ 2014 ਦੇ ਅੰਦਰ ਜਦੋਂ ਇਹ ਇੱਕ ਇਕਬਾਲ ਕੈਸਰ ਸਾਹਿਬ ਨੇ ਬਹੁਤ ਚੰਗਾ ਕੰਮ ਕੀਤਾ ਸੀਗਾ, ਉਸ ਤੋਂ ਬਾਅਦ ਜੋ ਇੱਕ ਜਜ਼ਬਾਤ ਨਾਲ ਕਹਾਣੀ ਬੁਣ ਕੇ ਜੋ ਲਿਖਿਆ ਗਿਆ ਹੈ, ਉਹ ਜਦੋਂ ਮੈਂ ਕੰਮ ਕੀਤਾ ਤੇ ਚੈਲੰਜਸ ਵੀ ਕਾਫੀ ਆਈਆਂ ਮੈਨੂੰ, ਲੇਕਿਨ ਮੈਨੂੰ ਖੁਸ਼ੀ ਵੀ ਹੁੰਦੀ ਹੈ ਕਿ ਅੱਜ 7 ਸਾਲ ਬਾਅਦ ਉਹ ਬੀਜ ਪੈ ਗਏ ਨੇ, ਕਿਉਂਕਿ ਉਹ ਜਿਹੜੇ ਕਵਰ ਦੇ ਉੱਤੇ ਜਿਹਨੂੰ ਐਕਸੈਪਟ ਕਰਨ ਨੂੰ ਲੋਕ ਤਿਆਰ ਨਹੀਂ ਸਨ, ਅੱਜ ਉਹੀ ਗਵਰਨਮੈਂਟ ਉਹਨੂੰ ਰੈਨੋਵੇਟ ਕਰ ਰਹੀ ਹੈ। ਸੋ ਮੈਂ ਇਹ ਕਹਿਣਾ ਕਿ ਪੈਨ ਇਜ਼ ਮਾਈਟੀਅਰ ਦੈਨ ਅ ਸੌਰਡ। ਹਰ ਕਿਸੇ ਬਦਲਾਵ ਵਾਸਤੇ ਤੁਹਾਨੂੰ ਤਲਵਾਰ ਚੁੱਕਣ ਦੀ ਕੋਈ ਲੋੜ ਨਹੀਂ ਹੈ। ਸਮਟਾਈਮਸ pen does much more wonders, and it's diplomacy through the pens, through the writing we can achieve a lot more things। ਤੇ ਇਹ ਜਿਹੜੀ ਰਾਈਟ ਹੈਂਡ ਸਾਈਡ ਤੇ ਜਿਹੜੀ ਤਸਵੀਰ ਹੈ, ਚੋਆ ਬਾਬਾ ਗੁਰੂ ਨਾਨਕ ਗੁਰਦੁਆਰੇ ਦੇ ਅੰਦਰ ਖੜੇ ਹੋ ਕੇ ਉਸਦੇ ਇੱਕ ਟੁੱਟੀ ਹੋਈ ਕੰਧ ਦੇ ਵਿਚਕਾਰੋਂ ਮੈਂ ਉਸ ਕਿਲੇ ਦੀ, ਰੋਹਤਾਸ ਕਿਲੇ ਦੀ ਫੋਟੋ ਖਿੱਚੀ ਸੀ। ਸਾਡਾ ਅੱਜ ਦਾ ਟੌਪਿਕ ਸਪਿਰਿਚੁਅਲ ਸਾਈਡਸ ਦੇ ਉੱਤੇ ਨਹੀਂ ਹੈ, ਤੇ ਇਸ ਕਰਕੇ ਮੈਂ ਉਹ ਫੋਰਟ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ, ਰੋਹਤਾਸ ਕਿਲਾ, ਜਿਹਦੇ ਅੰਦਰ ਰਣਜੀਤ ਸਿੰਘ ਦਾ ਵੀ ਦੌਰ ਆਉਂਦਾ ਹੈ 1813 ਦੇ ਅੰਦਰ। 1813 ਦੇ ਅੰਦਰ ਜਦੋਂ ਰੋਹਤਾਸ ਕਿਲਾ ਅੰਦਰ ਆ ਗਿਆ, ਇੱਕ ਮੇਜਰ ਸਟ੍ਰੈਟੇਜਿਕ ਪੋਜੀਸ਼ਨ ਜੇਹਲਮ ਦਾ ਇਲਾਕਾ ਕੰਟਰੋਲ ਦੇ ਅੰਦਰ ਆ ਗਿਆ। ਹੁਣ ਉਹ ਵੱਧਦੇ ਨੇ ਅਟਕ ਵੱਲ। ਅਟਕ ਦੇ ਲਾਗੇ ਇੰਡਸ ਦਾ ਦਰਿਆ ਵਗਦਾ ਹੈ। ਇਹ ਬਹਿੰਦਾ ਹੋਇਆ ਦਰਿਆ ਜਿਹੜਾ ਹੈ 1813 ਦੇ ਅੰਦਰ ਇਸ ਦਰਿਆ ਦੇ ਨੂੰ ਕ੍ਰਾਸ ਕਰਕੇ ਅਟਕ ਵਾਲੇ ਜਾਂਦੇ ਨੇ, ਔਰ ਅਟਕ ਦਾ ਕਿਲਾ ਜਿਹੜਾ ਅਫਗਾਨਸ ਅਕਬਰ ਦੇ ਟਾਈਮ ਦੇ, ਔਰ ਮੁਗਲਸ ਐਂਡ ਅਫਗਾਨਸ ਹੈਵ ਰੂਲਡ ਇਨ ਦਿਸ, ਬਟ ਅਕਬਰ ਨੇ ਇੱਕ ਕਿਲੇ ਦੀ ਨੀਂਹ ਰੱਖੀ ਸੀਗੀ 1581 ਦੇ ਅੰਦਰ, and then Afghans ruled in this fort also later on, and 2 ਮਹੀਨਿਆਂ ਵਾਸਤੇ ਮਰਾਠਿਆਂ ਨੇ ਵੀ ਆ ਕੇ ਇੱਥੇ ਆਪਣਾ ਝੰਡਾ ਗਾੜਿਆ ਸੀਗਾ, ਬਟ ਉਹ ਸਸਟੇਨ ਨਹੀਂ ਕਰ ਸਕੇ। ਫਿਰ ਰਣਜੀਤ ਸਿੰਘ goes here and takes over, ਬਟ ਉਹ ਸਾਈਮਲਟੇਨੀਅਸਲੀ ਹੋ ਰਿਹਾ ਹੈ ਰੋਹਤਾਸ ਤੇ ਅਟਕ ਦਾ। ਮੈਨੂੰ ਮੌਕਾ ਮਿਲਿਆ ਅੰਦਰ ਜਾਣ ਦਾ। ਅਟਕ ਦਾ ਕਿਲਾ ਇੱਕ ਹਾਈ ਸਿਕਿਉਰਿਟੀ ਏਰੀਆ ਹੈ, ਜਿਹਦੇ ਅੰਦਰ ਬਹੁਤ ਹੀ, ਅਗਰ ਮੈਂ ਤਾਂ ਕਹਿਣਾ, ਮੈਂ ਕੋਈ ਇਹੋ ਜਿਹੇ ਮੇਰੇ ਤਾਰੇ ਸਨ, ਇਹੋ ਜਿਹਾ ਕੁਝ ਨਸੀਬ ਸੀਗਾ ਕਿ ਮੈਨੂੰ ਅੰਦਰ ਜਾਣ ਦਾ ਮੌਕਾ ਮਿਲ ਗਿਆ, ਲੇਕਿਨ ਬਹੁਤ ਹੀ ਮੁਸ਼ਕਿਲ ਕੰਮ ਹੈਗਾ ਇਸ ਦੇ ਅੰਦਰ ਜਾਣਾ, ਬਿਕੋਜ਼ ਹਾਈਲੀ ਸਿਕਿਉਰਡ ਇਸਟੈਬਲਿਸ਼ਮੈਂਟ ਹੈ ਇਸ ਫੋਰਟ ਵਿੱਚ। ਲੇਕਿਨ ਜਦੋਂ ਮੈਂ ਅੰਦਰ ਗਿਆ, ਮੈਂ ਪੀਅਰਿੰਗ ਵਾਰੀਅਰ ਡਾਕੂਮੈਂਟਰੀ ਦੇ ਅੰਦਰ ਜੋ YouTube ਤੇ ਹੈ, ਇਸ ਕਿਲੇ ਨੂੰ ਕਵਰ ਵੀ ਕੀਤਾ ਹੋਇਆ ਹੈ ਅੰਦਰੋਂ। ਜਦੋਂ ਮੈਂ ਉੱਥੇ ਗਿਆ ਸੀਗਾ ਤਾਂ ਮੈਨੂੰ ਇਹ ਸੀਗਾ ਸਵਾਲ ਮੇਰੇ ਅੰਦਰ ਕਿ ਮੈਂ ਜਦੋਂ ਚੀਜ਼ਾਂ ਦੇਖ ਰਿਹਾ ਤੇ ਮੈਂ ਤੇ ਇੱਕ ਕਲਚਰ, ਇੱਕ ਫੁੱਟਪ੍ਰਿੰਟ, ਇੱਕ ਹਿਸਟਰੀ ਨੂੰ ਦੇਖਣ ਦੀ ਕੋਸ਼ਿਸ਼ ਕਰ ਰਿਹਾ, ਇੱਕ ਵਿਜ਼ੂਅਲ ਐਥਨੋਗ੍ਰਾਫਿਕ ਪਰਸਪੈਕਟਿਵ ਨਾਲ। ਉਹ ਜਿਹੇ ਕਿਹੜੇ ਚਿੰਨ੍ਹ ਨੇ ਜਿਹੜੇ ਨਜ਼ਰ ਆਉਂਦੇ ਨੇ, ਇੱਕ ਤਹਿਜ਼ੀਬ ਦੇ, ਇੱਕ ਜਿਹੜੀ ਕਮਿਊਨਿਟੀ, ਇੱਕ ਫੇਥ ਜਿਹੜੇ ਦੇ ਲੋਕ ਇੱਥੇ ਰਹਿ ਰਹੇ ਸਨ, ਜਿਹੜੇ ਖਤਮ ਹੋ ਗਏ ਨੇ, ਉਹਨਾਂ ਦੀ ਕੀ ਫੁੱਟਪ੍ਰਿੰਟਸ ਅੱਜ ਵੀ ਨਜ਼ਰ ਆਉਂਦੀਆਂ। ਮੈਂ ਉਸ ਹਿਸਾਬ ਨਾਲ ਦੇਖਣ ਦੀ ਕੋਸ਼ਿਸ਼ ਕਰਦਾ। ਮੈਂ ਕੋਈ ਕਿਲਿਆਂ ਨੂੰ ਖੋਜਣ ਨਹੀਂ ਗਿਆ ਸੀਗਾ, ਮੈਂ ਕੁਝ ਇੱਕ ਵੱਡਾ ਮਿਸ਼ਨ ਲੈ ਕੇ ਗਿਆ ਸੀਗਾ। ਉਹਦੇ ਅੰਦਰ ਜਦੋਂ ਬੜੀ ਚੀਜ਼ਾਂ ਨਜ਼ਰ ਆਉਂਦੀਆਂ, ਤੇ ਇੱਕ ਚੀਜ਼ ਇੱਥੇ ਨਜ਼ਰ ਆਈ ਸੀਗੀ ਕਿ ਅੰਦਰ ਤੇ ਦੀਵਾਰ ਜਿਹੜੇ ਬਣਿਆ ਨੇ, ਉਹਦੇ ਅੰਦਰ ਤੁਹਾਨੂੰ ਰਣਜੀਤ ਸਿੰਘ ਦੇ ਦੌਰ ਦੀ ਵੀ ਐਕਸਪੈਂਸ਼ਨਸ ਨਜ਼ਰ ਆਉਂਦੇ ਨੇ, ਲੇਕਿਨ ਇੱਕ ਅੰਦਰ ਗੁਰਦੁਆਰਾ ਔਰ ਇੱਕ ਮੰਦਿਰ ਇੱਕਦਮ ਅਟਕ ਕਿਲੇ ਦੇ ਮੇਨ ਦਰਵਾਜ਼ੇ ਦੇ ਬਾਹਰ ਇੰਡਸ ਦਰਿਆ ਲਾਗੇ ਅੱਜ ਵੀ ਕਾਇਮ ਮਿਲਦਾ ਹੈ। ਹਾਲਾਂਕਿ ਇਟਸ ਬੀਇੰਗ ਯੂਜ਼ਡ ਐਜ਼ ਅ ਗੋਡਾਊਨ ਨਾਓ, ਬੋਥ ਦੀ ਟੈਂਪਲ ਐਂਡ ਦੀ ਗੁਰਦੁਆਰਾ। ਇਹ ਮੈਂ ਤੁਹਾਨੂੰ ਅਗਰ ਦਿਖਾਵਾਂ ਤੇ ਨਾਲ ਅਕਸਰ ਤੁਸੀਂ ਇੰਡਸ ਦਰਿਆ ਵੱਲ ਤੁਸੀਂ ਜਾਓਗੇ। ਐਕਚੁਅਲੀ ਮੈਂ ਇਤਨਾ ਜ਼ਿਆਦਾ ਇਸ ਇੰਡਸ ਦਰਿਆ ਦੇ ਅੰਦਰ ਚਲਿਆ ਹੋਇਆ, ਇਸ ਪਾਕਿਸਤਾਨ ਦੇ ਇਲਾਕੇ ਦੇ ਅੰਦਰ, ਜਿਹੜੀ ਅੰਸ਼ ਨਜ਼ਰ ਆਉਂਦੀ ਹੈ, ਮੈਂ ਕਹਿਣਾ ਕਿ ਸਮਵੇਅਰ ਵੀ ਹੈਵ ਲੋਸਟ ਦ ਪਲਾਟ, ਬਿਕੋਜ਼ ਅੱਜ ਅਸੀਂ ਡਿਵਾਈਡਡ ਆ, ਹਿੰਦੂ, ਮੁਸਲਿਮ, ਸਿੱਖ, ਅਸੀਂ ਸਭ ਕੁਝ ਡਿਵਾਈਡਡ ਆ। ਔਰ ਈਸਟ ਪੰਜਾਬ ਦੇ ਅੰਦਰ, ਬੁਰਾ ਨਾ ਮੰਨਣਾ, ਮੈਂ ਈਸਟ ਪੰਜਾਬ ਆਡੀਅנס ਨਾਲ ਗੱਲ ਕਰ ਰਿਹਾ, ਬਟ ਮੈਨੂੰ ਦੁੱਖ ਹੁੰਦਾ ਹੈ ਕਿ ਅਸੀਂ ਬਹੁਤ ਬੁਰੀ ਤਰ੍ਹਾਂ ਡਿਵਾਈਡਡ ਹੋ ਗਏ ਹਾਂ। ਲੇਕਿਨ ਜੋ ਮੈਂ ਅੰਸ਼ ਦੇਖਣਾ ਨਾ ਵੈਸਟ ਵੱਲ, ਕੋਈ ਫਰਕ ਨਹੀਂ ਸੀਗਾ, ਸਾਰੇ ਨਾਨਕ ਪੰਥੀ ਸਨੇ, ਕੋਈ ਹਿੰਦੂ ਔਰ ਸਿੱਖ ਦਾ ਕੋਈ ਫਰਕ ਉਸ ਟਾਈਮ ਨਹੀਂ ਸੀਗਾ। ਇਹਨਾਂ ਇਮਾਰਤਾਂ ਵਿੱਚੋਂ ਦੇਖੋ ਤੁਸੀਂ, ਚੀਜ਼ਾਂ ਜੋ ਲਿਖੀਆਂ ਗਈਆਂ ਨੇ, ਸਾਰੇ ਨਾਨਕ ਨੂੰ ਮੰਨਣ ਵਾਲੇ ਸਨ, ਤੇ ਉਹ ਚੀਜ਼ ਤੁਹਾਨੂੰ ਇਹਨਾਂ ਅੰਸ਼ਾਂ ਵਿੱਚੋਂ ਨਜ਼ਰ ਆਉਂਦੀ ਹੈ। ਤੇ ਮੈਂ ਇੱਥੇ ਜਦੋਂ ਦੇਖਣਾ, ਤੇ ਇਸ ਪਲੇਟ ਦੇ ਉੱਤੇ ਤੁਸੀਂ ਅਗਰ ਦੇਖੋਗੇ ਤੇ ਜਿਨ੍ਹਾਂ ਦਾ ਨਾਂ ਲਿਖਿਆ ਹੋਇਆ ਹੈ, ਕੌਣ ਨੇ, ਲਾਲਾ ਪਰਜਾਮਲ, ਆਨੰਦ ਪਿਸ਼ੋਰ ਵਾਲੇ, ਸੋ ਐਂਡ ਸੋ ਫੋਰਥ। ਤੋ ਇਹਨਾਂ 'ਚ ਕਾਫੀ ਚੀਜ਼ਾਂ ਤੁਹਾਨੂੰ ਨਜ਼ਰ ਆਉਂਦੀਆਂ ਨੇ। ਮੰਦਿਰ ਵਿੱਚ ਜਾ ਕੇ ਅਗਰ ਤੁਸੀਂ ਦੇਖੋਗੇ ਤੇ ਕੋਈ ਸਿੱਖ ਦਾ ਵੀ ਨਾਂ ਲਿਖਿਆ ਹੋਇਆ ਹੈ। ਤੋ ਇਟ ਵਾਜ਼ ਅ ਵੈਰੀ ਡਿਫਰੈਂਟ ਕਲਚਰ ਉਸ ਟਾਈਮ।
ਨਾਨਕ ਪੰਥੀਜ਼ ਦੀ ਉੱਤੇ ਮੈਂ ਇੱਕ ਟਾਕ ਦਿੱਤੀ ਹੋਈ ਹੈ, ਕਦੀ ਮੌਕਾ ਮਿਲਿਆ ਤੇ ਤੁਸੀਂ YouTube ਤੇ ਜਾ ਕੇ ਦੇਖਣਾ, ਉਹ ਵੀ ਇੱਕ ਵਿਜ਼ੂਅਲ ਐਥਨੋਗ੍ਰਾਫਿਕ ਡਾਕੂਮੈਂਟੇਸ਼ਨ ਕੀਤੀ ਹੈ। ਸੈਕੰਡ ਬੁੱਕ ਦੇ ਅੰਦਰ ਮੈਂ 110 ਪੇजेस ਰਾਈਟਿੰਗ ਕੀਤੀ ਹੈ ਨਾਨਕ ਪੰਥੀ ਕਲਚਰ ਨੂੰ ਅੰਡਰਸਟੈਂਡ ਕਰਨ ਵਾਸਤੇ, ਜਿਹੜੇ ਲੋਕ ਅੱਜ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਅੰਡਰਸਟੈਂਡ ਕਰਕੇ ਕਿ ਇਹ ਕੀ ਅੰਸ਼ ਨੂੰ ਲੈ ਕੇ ਬੈਠੇ ਹੋਏ ਨੇ ਪੁਰਾਤਨ, ਉਹ ਮੈਂ ਸੈਕੰਡ ਬੁੱਕ ਦੇ ਅੰਦਰ ਲਿਖਿਆ। ਐਂਡ ਯਾ ਲੈਟਸ ਮੂਵ ਔਨ ਟੂ ਆਰ ਟੌਪਿਕ ਟੁਡੇ। ਆਫਟਰ ਅਟਕ ਦਾ ਜਦੋਂ ਕੈਪਚਰ ਹੋ ਜਾਂਦਾ ਹੈ, ਨਾਓ ਦਾ ਸਟ੍ਰੈਟਜੀ ਸਟਾਰਟਸ ਇਵੋਲਵਿੰਗ ਕਿ ਤੁਸੀਂ ਸਭ ਤੋਂ ਪਹਿਲਾਂ ਅਟਕ ਦੇ ਲਾਗੇ ਜਿਹੜੇ ਪਹਾੜੀ ਇਲਾਕੇ ਨੇ, ਬਿਕੋਜ਼ ਉਸ ਤੋਂ ਬਾਅਦ ਹਲਕੇ ਹਲਕੇ ਛੋਟੇ ਛੋਟੇ ਪਹਾੜ ਸ਼ੁਰੂ ਹੋ ਜਾਂਦੇ ਨੇ, ਐਬਟਾਬਾਦ ਔਰ ਮਾਨਸੇਰੇ ਦੀ ਪਹਾੜ ਔਰ ਦੂਜੇ ਪਹਾੜੀਆਂ ਉੱਥੇ ਸ਼ੁਰੂ ਹੋ ਜਾਂਦੀਆਂ ਨੇ। ਉੱਥੋਂ ਕਰਦੇ ਕਰਦੇ ਤੁਸੀਂ ਕਸ਼ਮੀਰ ਵੱਲ ਪਹੁੰਚ ਜਾਂਦੇ ਹੋ, ਜਿਹੜਾ ਮੁਜ਼ੱਫਰਾਬਾਦ ਅੱਜ ਤਾਂ ਪਾਕਿਸਤਾਨ ਦਾ ਕਸ਼ਮੀਰ ਹੈ। ਅਗਰ ਥੋੜਾ ਰਾਈਟ ਸਾਈਡ ਈਸਟ ਵਾਲੇ ਪਾਸੇ ਚਲੋਗੇ ਤੇ ਤੁਸੀਂ ਸ਼੍ਰੀਨਗਰ ਪਹੁੰਚ ਜਾਓਗੇ। ਤੇ ਇਹ ਬੜਾ ਇੰਪੋਰਟੈਂਟ ਏਰੀਆ ਸੀਗਾ, ਇੰਡਸ ਦਰਿਆ ਕ੍ਰਾਸ ਕਰਕੇ ਜਿੰਨੇ ਵੀ ਇਨਵੇਡਰਸ ਆਉਂਦੇ ਸਨ ਉਹ ਪਿਸ਼ਾਵਰ ਤੋਂ ਆਉਂਦੇ ਸਨ। ਇੱਕ ਰਸਤਾ ਜਾਂਦਾ ਸੀਗਾ ਇੰਡਸ ਨੂੰ ਕ੍ਰਾਸ ਕਰਕੇ ਅਟਕ ਵੱਲ, ਅਟਕ ਤੋਂ ਤੁਸੀਂ ਦੇਖ ਰਹੇ ਹੋ ਸਿੱਧਾ ਉਹ ਆਉਂਦੇ ਸਨ ਲਾਹੌਰ, ਲਾਹੌਰ ਤੋਂ ਫਿਰ ਸਿੱਧਾ ਉਹ ਹਿੰਦੁਸਤਾਨ ਦੇ ਅੰਦਰ ਦਿੱਲੀ ਤੱਕ ਪਹੁੰਚ ਜਾਂਦੇ ਸਨ। ਦੂਜਾ ਰਸਤਾ ਸੀਗਾ ਅਫਗਾਨੀਆਂ ਦਾ ਕਿ ਪਿਸ਼ਾਵਰ ਤੋਂ ਕ੍ਰਾਸ ਕਰਦੇ ਸਨ, ਜਿਹੜਾ ਰਸਤਾ ਸ਼ੇਰਗੜ੍ਹ ਦੇ ਲਾਗੇ ਮੈਂ ਇਹ ਸਰਕਲ ਕੀਤਾ ਹੋਇਆ ਹੈ, ਹਰੀਪੁਰ ਸ਼ੇਰਗੜ੍ਹ, ਇਸ ਪਾਸੋਂ ਕ੍ਰਾਸ ਕਰਦੇ ਸਨ ਇੰਡਸ ਦਰਿਆ ਨੂੰ, ਉਹ ਕ੍ਰਾਸ ਕਰਕੇ ਸਿੱਧਾ ਰਸਤਾ ਚਲਾ ਜਾਂਦਾ ਸੀਗਾ ਸ਼੍ਰੀਨਗਰ। ਸੋ ਇਟ ਵਾਸ ਵੈਰੀ ਇੰਪੋਰਟੈਂਟ। ਨਾਓ ਇਫ ਯੂ ਆਰ ਐਟ ਅਟਕ, ਤੁਹਾਡੇ ਕੋਲ ਉਹ ਸਟ੍ਰੈਟੇਜਿਕ ਪੁਆਇੰਟ ਆ ਗਿਆ ਹੈ ਜਿੱਥੋਂ ਤੁਸੀਂ ਨਾ ਹੀ ਸਿਰਫ ਹਿੰਦੁਸਤਾਨ ਵੱਲ ਜਾਣ ਦਾ ਰਸਤਾ ਬਲੌਕ ਕਰ ਦਿੱਤਾ, ਹੁਣ ਤੁਸੀਂ ਅਗਰ ਥੋੜਾ ਜਿਹਾ ਨਾਰਥ ਵੱਲ ਚਲੋਗੇ ਤੁਸੀਂ ਸ਼੍ਰੀਨਗਰ ਕਸ਼ਮੀਰ ਜਾਣ ਦਾ ਰਸਤਾ ਬਲੌਕ ਕਰ ਦੋਗੇ। ਸੋ ਵਾਟ ਆਈ ਵਾਂਟ ਟੂ ਸ਼ੋ ਆਊਟ ਹੇਅਰ ਇਜ਼ ਅ ਵੈਰੀ ਇੰਟਰਸਟਿੰਗ ਥਿੰਗ। ਤੁਹਾਨੂੰ ਕਿਤਾਬਾਂ ਵਿੱਚ ਮਿਲੇਗਾ, ਲੱਭਣਾ ਪਏਗਾ, ਪੜ੍ਹਨਾ ਪਏਗਾ, ਉਮਦਤੁ ਤਾਰੀਖ, ਕਾਫੀ ਹੋਰ ਕਿਤਾਬਾਂ ਵਿੱਚ ਤੁਹਾਨੂੰ ਮਿਲੇਗਾ। ਜ਼ਿਕਰ ਆਂਦਾ ਹੈ 27 ਕਿਲਿਆਂ ਦਾ ਇਹਨਾਂ ਇਲਾਕਿਆਂ ਦੇ ਅੰਦਰ। ਇਹ ਜਿਹੜਾ ਅਟਕ ਤੇ ਪਿਸ਼ਾਵਰ ਦਾ ਇਲਾਕਾ ਹੈ, ਇਸ ਦੇ ਅੰਦਰ 27 ਕਿਲਿਆਂ ਵਿੱਚ ਸਿੱਖ ਤਾਰੀਖ ਗੁਜ਼ਰੀ ਹੈ। ਇਹ ਮੈਂ ਹੁਣ ਗੱਲ ਕਰ ਰਿਹਾ ਫਰੰਟੀਅਰ ਇਲਾਕੇ ਦੀ। ਤੁਸੀਂ ਅਹਿਮੀਅਤ ਦੇਖ ਲਓ ਕਿਤਨੀ ਹੈ ਇਸ ਸਿੱਖ ਤਾਰੀਖ ਦੀ ਅਹਿਮੀਅਤ ਨਾਰਥ ਵੈਸਟ ਫਰੰਟੀਅਰ ਦੇ ਅੰਦਰ। ਬਟ ਇਹਨਾਂ 27 ਕਿਲਿਆਂ ਵਿੱਚੋਂ 80% ਨਾਂ ਤੁਹਾਨੂੰ ਅੱਜ ਓਪਰੇ ਲੱਗਣਗੇ, ਤੁਹਾਨੂੰ ਸਮਝ ਨਹੀਂ ਆਣਗੇ ਕਿਹੜੇ ਕਿਲੇ ਨੇ, ਉਹ ਨਾ ਹੀ ਇਹਨਾਂ ਦੀ ਕੋਈ ਅੰਸ਼ ਰਹਿ ਗਈ ਹੈ। ਬਿਕੋਜ਼ ਇੱਕ ਤੇ ਪ੍ਰੋਬਲਮ ਇਹ ਹੋਈ ਹੈ ਕਿ ਜਿਹੜਾ ਅਟਕ ਦੇ ਲਾਗੇ ਜਿਹੜਾ ਤਰਬੇਲਾ ਡੈਮ ਬਣਿਆ ਹੈ, ਤਰਬੇਲਾ ਡੈਮ ਬਣਨ ਦੇ ਕਰਕੇ ਪਿੱਛੇ ਦਾ ਜਿਹੜਾ ਪਾਣੀ ਹੈ ਕਾਫੀ ਰਾਈਜ਼ ਕਰ ਗਿਆ। ਸਟੇਟਸ ਆਫ ਅੰਬ ਪੂਰਾ ਪਾਣੀ ਦੇ ਅੰਦਰ ਚਲੇ ਗਏ। ਕਾਫੀ ਸਾਰੇ ਇਲਾਕੇ ਜਿਹੜੇ ਕਿਲੇ ਸਨ, ਛੋਟੇ ਛੋਟੇ ਕਿਲੇ ਬਣੇ ਸਨ। ਅਗੇਨ ਇਹ ਪੀਰੀਅਡ ਸਿੱਖ ਤਾਰੀਖ ਦਾ ਇਤਨੀ ਤੇਜ਼ੀ ਨਾਲ ਗੁਜ਼ਰਿਆ ਹੈ ਕਿ ਜਿਹੜੇ ਕਿਲੇ ਬਣੇ ਨੇ, ਹੁਣ ਤੁਸੀਂ ਅਟਕ ਦਾ ਕਿਲਾ ਦੇਖ ਰਹੇ ਹੋ, ਤੁਸੀਂ ਰੋਹਤਾਸ ਦਾ ਕਿਲਾ ਦੇਖ ਰਹੇ ਹੋ, ਸ਼ੇਰ ਸ਼ਾਹ ਸੂਰੀ ਨੇ ਬਣਾਇਆ, ਅਕਬਰ ਨੇ ਬਣਾਇਆ, ਉਹ ਕਿਤਨੀ ਡਾਇਨੈਸਟੀਜ਼ उससे गुजरियां ने, ऑफ कोर्स कितना इम्प्रोवाइजेशन होया उसके अंदर। लेकिन इना एरिया के अंदर तारीख इतनी जल्दी गुजरी है कि वो छोटे छोटे ਜਿਹੜੇ किले बने ने, they were again like mud forts of the Misl period, ਜੋ ਕਿ ਜਿੱਦਾਂ ਪਾਣੀ ਚੜਿਆ, ਜਿੱਦਾਂ ਉਹ ਰੂਲ ਸਾਡਾ ਖਤਮ ਹੋਇਆ, ਕੋਈ ਅਗਰ ਉੱਥੇ ਗਿਆ ਨਹੀਂ, ਉਹ ਸਾਰੇ ਦੇ ਸਾਰੇ ਖਤਮ ਹੋ ਗਏ। ਲੇਕਿਨ ਤਾਰੀਖ ਵਿੱਚ ਆਂਦਾ ਹੈ 27 ਕਿਲੇ ਸਨ। ਇਹਨਾਂ ਚੋਂ 8-10 ਕਿਲੇ ਅੱਜ ਵੀ ਹਨ ਕਾਇਮ, ਉਹਨਾਂ ਦੀ ਅਸੀਂ ਗੱਲ ਕਰਾਂਗੇ। ਸੋ ਵਾਟ ਆਈ ਐਮ ਟ੍ਰਾਈਂਗ ਟੂ ਸੇ ਇਸ ਕਿ ਜਿਹੜਾ ਪੂਰਾ ਏਰੀਆ ਜਿਹੜਾ ਸਰਕਲ ਕੀਤਾ ਹੈ, ਇਹ ਹਜ਼ਾਰਾ ਦਾ ਏਰੀਆ, ਇਸ ਦੇ ਅੰਦਰ ਹੁਣ ਤਾਰੀਖ ਦੀ ਮੈਂ ਗੱਲ ਕਰ ਰਿਹਾ। ਹਜ਼ਾਰਾ ਦੇ ਅੰਦਰ ਅਸੀਂ ਅਗਰ ਜਾਈਏ ਉੱਪਰ ਹਰੀਪੁਰ, ਮੈਂ ਹੁਣ ਹਰੀਪੁਰ ਜਾ ਰਿਹਾ। ਇਫ ਯੂ ਸੀ ਦ ਸਟ੍ਰੈਟਜੀ ਇਜ਼ ਟੇਕਿੰਗ ਅਸ ਨਾਓ ਟੂਵਰਡਸ ਨਾਰਥ, ਤੇ ਅਟਕ ਤੋਂ ਹਰੀਪੁਰ ਦਾ ਕਿਲਾ। ਹੁਣ ਹਰੀਪੁਰ ਜਿਹੜੀ ਜਗ੍ਹਾ ਅੱਜ ਵੀ ਉਸਦਾ ਨਾਂ ਹਰੀਪੁਰ ਹੈ, ਇਹ ਨਾਂ ਹੀ ਰੱਖਿਆ ਗਿਆ ਸੀਗਾ ਹਰੀ ਸਿੰਘ ਨਲਵਾ ਦੇ ਉੱਤੇ। ਇਸ ਜਗ੍ਹਾ ਦਾ ਨਾਂ ਹਰੀ ਸਿੰਘ ਨਲਵਾ। ਇਸ ਜਗ੍ਹਾ ਦਾ ਜਿਹੜਾ ਕਿਲਾ ਹੈਗਾ ਉਸਦੀ ਥੋੜੀ ਜਿਹੀ ਕੰਧ ਰਹਿ ਗਈ ਹੈ, ਇਹ ਕਿਲਾ ਵੀ ਖਤਮ ਹੀ ਹੋ ਰਿਹਾ ਹੈ। ਇਸ ਵਿੱਚ ਜ਼ਿਆਦਾਤਰ ਬ੍ਰਿਟਿਸ਼ ਐਰਾ ਦੀ ਵੀ ਕਾਫੀ ਐਡੀਸ਼ਨਸ ਹੈਗੀਆਂ। ਇਹ ਵਾਲੀ ਜਿਹੜੀ ਦੀਵਾਰ ਨਜ਼ਰ ਆ ਰਹੀ ਹੈ, ਇਹ ਸਿੱਖ ਐਰਾ ਦੀ ਹੈ, ਜਿਹੜੀ ਪੱਥਰਾਂ ਨਾਲ। ਔਰ ਇਸ ਕਿਲੇ ਦਾ ਨਾਂ ਸੀਗਾ ਹਰਕਿਸ਼ਨਗੜ੍ਹ। ਹਰਕਿਸ਼ਨਗੜ੍ਹ ਫੋਰਟ ਸੀਗਾ ਇਹ, ਬਿਲਟ ਬਾय ਹਰੀ ਸਿੰਘ ਨਲਵਾ। ਔਰ ਅਗਰ ਹਰੀ ਸਿੰਘ ਨਲਵਾ ਨੂੰ ਅਗਰ ਤੁਸੀਂ ਸਮਝਣਾ ਹੈ, ਅਗਰ ਤੁਸੀਂ ਤਾਰੀਖ ਨੂੰ ਪੜ੍ਹਨਾ ਹੈ, ਤੇ ਵਨੀਤ ਨਲਵਾ ਦੀ ਜਿਹੜੀ ਚੈਂਪੀਅਨ ਆਫ ਖਾਲਸਾ ਜੀ ਹਰੀ ਸਿੰਘ ਨਲਵਾ ਇਜ਼ ਅ ਵੈਰੀ ਗੁੱਡ ਬੁੱਕ ਐਂਡ ਯੂ ਸ਼ੁਡ ਰੀਡ ਦੈਟ। ਇਹ ਬ੍ਰਿਟਿਸ਼ ਦੌਰ ਦਾ ਇੱਕ ਪਿਕਚਰ ਉਸ ਕਿਤਾਬ ਤੋਂ ਹੈ ਰਾਈਟ ਹੈਂਡ ਸਾਈਡ ਦੇ ਅੰਦਰ, ਜਿਹੜਾ ਇੱਕ ਬ੍ਰਿਟਿਸ਼ ਜਦੋਂ ਹਰੀਪੁਰ ਆਉਂਦੇ ਨੇ ਤੇ ਜਦੋਂ ਉਹਨਾਂ ਨੂੰ ਇੱਕ ਕੈਨਾਲ ਸਿਸਟਮ, ਇਰੀਗੇਸ਼ਨ ਸਿਸਟਮ ਮਿਲਦਾ ਹੈ ਉੱਥੇ ਦਾ, ਜੋ ਹਰੀ ਸਿੰਘ ਨਲਵਾ ਨੇ ਕਾਇਮ ਕੀਤਾ ਸੀਗਾ, ਜਿਹਦਾ ਨਾਂ ਰੱਖਿਆ ਗਿਆ ਸੀਗਾ ਰੰਗੀਲਾ ਕੈਨਾਲ ਸਿਸਟਮ।
ਉਹ ਦੌੜ ਦਰਿਆ ਤੋਂ ਪਾਣੀ ਲਿਆ ਕੇ ਇਹ ਪੂਰੇ ਏਰੀਆ ਦੇ ਅੰਦਰ ਉਹ ਪਾਣੀ ਸਪਰੈਡ ਹੁੰਦਾ ਸੀਗਾ, ਜਿਹਦੇ ਕਰਕੇ ਇਸ ਏਰੀਆ ਦੇ ਅੰਦਰ ਜਿਹੜੇ ਸਪੈਸ਼ਲ ਮਾਲਟੇ ਜਿਹੜੇ ਸੰਤਰਿਆਂ ਦੀ ਖੇਤੀ ਸ਼ੁਰੂ ਹੋਈ ਸੀ। ਅੱਜ ਵੀ ਹਰੀਪੁਰ ਦੇ ਅੰਦਰ, ਔਰ ਮੈਂ ਆਪਣੀ ਸੈਕੰਡ ਬੁੱਕ ਦੇ ਅੰਦਰ ਲਿਖਿਆ ਵੀ ਹੈ ਜਜ਼ਬਾਤ ਨਾਲ, ਕਿ ਇੱਕ ਜਗ੍ਹਾ ਇੱਕ ਰੈਸਟੋਰੈਂਟ ਦੇ ਅੰਦਰ ਜਦੋਂ ਮੈਂ ਰੁਕਦਾ ਹਾਂ ਤੇ ਉੱਥੇ ਦੇ ਜਿਹੜੇ ਰੈਸਟੋਰੈਂਟ ਦੇ ਓਨਰ ਸਨ, ਉਹਨਾਂ ਨੇ ਇੱਕ ਸਿੱਖ ਨੂੰ ਦੇਖਿਆ, ਕਹਿੰਦਾ ਇੱਕ ਬੜੀ ਖੁਸ਼ੀ ਹੋਈ ਕਿ ਸਿੱਖ ਆਪਣੇ ਹਰੀ ਸਿੰਘ ਨਲਵਾ ਦੇ ਇਲਾਕੇ ਵਿੱਚ ਵਾਪਸ ਆਇਆ ਹੈ, ਤੇ ਉਹਨੇ ਆਪਣੇ ਪਿੰਡ ਵਿੱਚੋਂ 2 ਬੋਰੀਆਂ ਸੰਤਰੇ ਦੇ ਮੰਗਵਾ ਕੇ ਦਿੱਤੀਆਂ। ਕਹਿੰਦਾ ਅਸੀਂ ਖਾ ਰਹੇ ਹਾਂ ਇਹ ਸੰਤਰੇ ਅੱਜ ਹਰੀ ਸਿੰਘ ਦੀ ਕਰਕੇ ਖਾ ਰਹੇ ਹਾਂ, ਜਿਨ੍ਹਾਂ ਨੇ ਇਤਨਾ ਵੱਡਾ ਇੱਕ ਕਨਾਲ ਦਾ ਸਿਸਟਮ ਬਣਾਇਆ ਸੀਗਾ, ਇਸ ਪੂਰੀ ਜ਼ਮੀਨ ਨੂੰ ਪਾਣੀ ਦੇ ਕੇ, ਜਿਹਦੇ ਅੰਦਰ ਮਾਲਟਿਆਂ ਦੀ ਸੰਤਰਿਆਂ ਦੀ ਖੇਤੀ ਸ਼ੁਰੂ ਕੀਤੀ ਸੀਗੀ। ਅੱਜ ਸਾਡੇ ਖੇਤ ਉਹੀ ਚੀਜ਼ ਦੀ ਆਮਦਨ ਨਾਲ ਖਾ ਰਹੇ ਨੇ। ਉਹ 2 ਬੋਰੇ ਸੰਤਰੇ ਦੇ ਉਹਨਾਂ ਨੇ ਦਿੱਤੇ। that is the love that I'm talking about, that I've experienced with people also. So I'm going to move on. ਜਿਹੜਾ ਮੈਂ ਇੱਥੋਂ ਇੱਕ ਹੋਰ ਦਿਖਾਇਆ ਉੱਪਰ ਹਰੀਪੁਰ ਦੇ ਉੱਪਰ ਸ਼ੇਰਗੜ੍ਹ ਦਾ ਕਿਲਾ ਜਿਹੜਾ ਹੈਗਾ, ਇਹ ਅੱਜ ਦੇ ਜਿਹੜੇ ਅੰਬ ਸਟੇਟ ਦੇ ਮਹਾਰਾਜਾ ਜਿਹੜੇ ਅੰਬ ਸਟੇਟ ਦੇ ਪਾਣੀ ਦੇ ਅੰਦਰ ਚਲਾ ਗਿਆ ਇੰਡਸ ਦਰਿਆ ਦੇ, ਉਹ ਵੈਸਟ ਆਫ ਇੰਡਸ ਰਿਵਰ ਜਗ੍ਹਾ ਸੀਗੀ। ਬਟ ਇਹ ਜਿਹੜਾ ਸ਼ੇਰਗੜ੍ਹ ਦਾ ਏਰੀਆ ਹੈ ਅੰਬ ਸਟੇਟ ਦੀ ਜਿਹੜੀ ਪ੍ਰੋਵਿੰਸ ਤੋਂ ਇੰਡਸ ਦਰਿਆ ਨੂੰ ਕ੍ਰਾਸ ਕਰਕੇ ਅਗਰ ਤੁਸੀਂ ਈਸਟ ਵੱਲ ਆਓਗੇ, ਕਿਉਂਕਿ ਉਸ ਟਾਈਮ ਜਦੋਂ ਇਹ ਅਫਗਾਨੀ ਸ਼੍ਰੀਨਗਰ ਵੱਲ ਜਾਂਦੇ ਸਨ ਤੇ ਅੰਬ ਸਟੇਟ ਤੇ ਆਉਂਦੇ ਸਨ, ਉੱਥੋਂ ਦਰਿਆ ਦੇ ਉੱਤੇ ਉਹ ਬੋਟਸ ਲੈ ਕੇ ਆਪਣਾ ਅਸਲਾ, ਆਪਣੇ ਜਿਹੜੇ ਘੋੜੇ ਕੂੜੇ ਸਭ ਕੁਝ ਉੱਥੇ ਪਾ ਕੇ ਇੰਡਸ ਦਾ ਦਰਿਆ ਕ੍ਰਾਸ ਕਰਦੇ ਸਨ। ਤੇ ਨੈਕਸਟ ਸਾਈਡ ਅਦਰ ਸਾਈਡ ਤੇ ਹੁੰਦਾ ਸੀਗਾ ਇਹ ਸ਼ੇਰਗੜ੍ਹ ਦਾ ਇਲਾਕਾ। ਸ਼ੇਰਗੜ੍ਹ ਦਾ ਪਹਾੜੀ ਦਾ ਇਲਾਕਾ, ਇੱਥੋਂ ਹੋ ਕੇ ਉਹ ਸਿੱਧਾ ਉਹ ਸ਼੍ਰੀਨਗਰ ਨਿਕਲ ਜਾਂਦੇ ਸਨ। ਤੇ ਸ਼ੇਰਗੜ੍ਹ ਦੇ ਉੱਤੇ ਹਰੀ ਸਿੰਘ ਨਲਵਾ ਨੇ ਇੱਕ ਫੋਰਟ ਬਣਾਇਆ, ਜਿਹੜਾ ਇਹ ਤੁਸੀਂ ਦੇਖ ਰਹੇ ਹੋ, ਇਹ ਅੱਜ ਲੱਗਦਾ ਹੈ ਘਰ ਹੈਗਾ, ਕਿਉਂਕਿ ਉੱਪਰ ਇੱਕ ਛੋਟੇ ਟ੍ਰਾਇੰਗੂਲਰ ਰੂਫਸ ਵਗੈਰਾ ਨੇ। ਅਗਰ ਥੱਲੇ ਦੀ ਦੀਵਾਰਾਂ ਤੁਸੀਂ ਦੇਖੋਗੇ ਤੇ ਉਸ ਦੇ ਅੰਦਰ ਬੰਦੂਕਾਂ ਰੱਖਣ ਵਾਸਤੇ ਸੁਰਾਖ ਵੀ ਨੇ। ਐਕਚੁਅਲੀ ਇਹ ਹੈ ਫੋਰਟ, ਔਰ ਇਹ ਅਗੇਨ ਦਿਸ ਗਿਵਸ ਯੂ ਐਨ ਐਗਜ਼ਾਮਪਲ ਆਫ ਛੋਟੇ ਜਿਹੜੇ ਫੋਰਟਸ ਬਣ ਰਹੇ ਸਨ ਉਸ ਟਾਈਮ। ਇਹ ਉਸ ਟਾਈਮ ਦਾ ਫੋਰਟ ਹੈ। ਉਸ ਦੇ ਉੱਪਰ ਉਹ ਜਿਹੜੇ ਅੰਬ ਦੇ ਰਾਜਾ ਸਨ, ਜੋ ਅਗਰ ਕੋਈ ਫੇਸਬੁੱਕ ਤੇ ਕਨੈਕਟਡ ਹੈ, ਜਹਾਨਦਾਦ ਖਾਨ, he is very well known in the circles across Indian Pakistan subcontinent, ਉਹ ਉਹਨਾਂ ਦੀ ਵੰਸ਼ ਤੋਂ ਹੈਗਾ। ਤੇ ਇਹ ਜਹਾਨਦਾਦ ਦੇ ਫਾਦਰ ਦੀ ਉਹ ਜਗ੍ਹਾ ਹੈ, ਤੇ ਇਹ ਅੰਬ ਸਟੇਟ ਦੇ ਰਾਜਾ ਸਨ। ਤੇ ਇੱਥੇ ਇਹਨਾਂ ਨੇ ਆਪਣੇ ਰਹਿਣ ਵਾਸਤੇ ਹੁਣ ਜਗ੍ਹਾ ਬਣਾਈ ਹੋਈ ਹੈ, ਬਿਕੋਜ਼ ਇਹਨਾਂ ਦਾ ਆਪਣੇ ਜਗ੍ਹਾ ਤੇ ਸਾਰੀ ਅੰਬ ਦੇ ਉਹ ਪਾਣੀ ਦੇ ਅੰਦਰ ਇੰਡਸ ਪਾਣੀ ਦੇ ਅੰਦਰ ਡੈਮ ਬਣਨ ਤੋਂ ਬਾਅਦ ਖਤਮ ਹੋ ਗਈ ਸੀਗੀ। ਤੇ ਇਹ ਉੱਪਰ ਇਹਨਾਂ ਨੇ ਆਪਣੀ ਛੱਤ ਵਗੈਰਾ ਬਣਾ ਦਿੱਤੀ ਹੈ, ਲੇਕਿਨ ਇਸ ਤੋਂ ਥੱਲੇ ਦੇਖੋਗੇ ਤੇ ਸਾਰਾ ਫੋਰਟ ਹੀ ਨਜ਼ਰ ਆਉਂਦਾ ਹੈ। ਤੇ ਇੱਥੋਂ ਅਗਰ ਤੁਸੀਂ ਇੱਕ ਮੈਂ ਦਿਖਾਇਆ ਪਿਕਟ, ਜਿਹੜੀ ਇੱਕ ਛੋਟੀ ਜੀ ਇੱਕ ਪਹਾੜੀ ਹੈ ਉੱਪਰ, ਉਸ ਦੇ ਉੱਪਰ ਅਗਰ ਤੁਸੀਂ ਚੜੋਗੇ, ਉੱਥੇ ਅੱਜ ਵੀ ਕੁਝ ਛੋਟੇ ਪੱਥਰ ਨਜ਼ਰ ਆਉਂਦੇ ਨੇ ਜੋ ਇੱਕ ਸੁਰਾਗ ਦਿੰਦੇ ਨੇ ਕਿ ਇਸ ਫੋਰਟ ਦੇ ਉੱਤੇ ਨਜ਼ਰ ਰੱਖਣ ਵਾਸਤੇ ਜਿਹੜੇ ਸਿਪਾਹੀ ਉੱਪਰ ਬਹਿੰਦੇ ਸਨ, ਨਜ਼ਰ ਰੱਖਣ ਵਾਸਤੇ, ਉਹਨਾਂ ਵਾਸਤੇ ਇੱਕ ਛੋਟੀ ਜੀ ਇੱਕ ਟਿਕਟ ਬਣੀ ਹੋਈ ਸੀ ਕਿ ਉੱਪਰ ਨਜ਼ਰ ਰੱਖਣ ਵਾਸਤੇ ਕਿ ਰਾਤ ਬਿਰਾਤ ਕੋਈ ਇਹੋ ਜਿਹਾ ਅਟੈਕ ਨਾ ਹੋ ਜਾਏ, ਤੇ ਉਹ ਟਿਕਟ ਦੇ ਉੱਪਰ ਪਹਾੜੀ ਦੇ ਉੱਪਰ ਬਹਿੰਦੇ ਸਨ। ਬਾਕੀ ਇਹ ਤੇ ਕਿਲਾ ਤੇ ਨਹੀਂ ਹੈ, ਲੇਕਿਨ ਇਹ ਇੰਪੋਰਟੈਂਟ ਬੈਟਲ ਗਰਾਊਂਡ ਹੈ, ਜਿਹੜਾ ਅਗੇਨ ਇੰਡਸ ਦਰਿਆ ਦੇ ਲਾਗੇ ਇੱਕ ਹੋਰ ਜਗ੍ਹਾ ਹੈ। ਇਹ ਸਾਰਾ ਅਟਕ ਦੇ ਇਲਾਕੇ ਦੇ ਨੇੜੇ ਹੀ ਹੈ। ਅਟਕ ਤੋਂ ਕਰੀਬ 10-15 ਕਿਲੋਮੀਟਰ ਅੱਗੇ ਇੱਕ ਜਗ੍ਹਾ ਹੈ ਪੀਰ ਸਬਾਕ, ਜਿੱਥੇ ਕਾਬੁਲ ਦਰਿਆ, ਜਿਹੜਾ ਅਫਗਾਨਿਸਤਾਨ ਤੋਂ ਕਾਬੁਲ ਦਰਿਆ ਆਉਂਦਾ ਹੈ, ਆ ਕੇ ਜਿਹੜਾ ਇੰਡਸ ਦਰਿਆ 'ਚ ਮਿਲਦਾ ਹੈ। ਕਾਬੁਲ ਦਰਿਆ ਦੇ ਲਾਗੇ ਇਹ ਅਕਾਲੀ ਫੂਲਾ ਸਿੰਘ ਦੀ ਸਮਾਧ ਹੈ, ਤੇ ਉਸ ਦੇ ਲਾਗੇ ਜਿਹੜਾ ਪਿੱਛੇ ਤੁਸੀਂ ਦੇਖ ਰਹੇ ਹੋ ਉਹ ਗੁਰਦੁਆਰਾ ਹੈ, ਜਿਹੜਾ ਹੁਣ ਤਹਿਸ ਨਹਿਸ ਹੋ ਗਿਆ ਹੈ। ਇਹਨੂੰ ਵੀ ਮੈਂ ਅੰਦਰੋਂ ਕਵਰ ਕੀਤਾ ਹੈ, ਜਿਹੜੀ ਮੇਰੀ ਡਾਕੂਮੈਂਟਰੀ ਹੈ YouTube ਦੇ ਉੱਤੇ, ਪੀਅਰਿੰਗ ਵਾਰੀਅਰ, ਉਹ ਬੇਸ਼ੱਕ ਤੁਸੀਂ ਜਾ ਕੇ ਦੇਖ ਸਕਦੇ ਹੋ। ਤੇ ਇਹ ਅੱਗੇ ਜਿਹੜੀ ਸਮਾਧ ਹੈ ਤੇ ਉਸ ਪਾਸੇ ਕਿਲਾ ਹੈਗਾ, ਗੁਰਦੁਆਰਾ ਹੈ। ਬਟ ਇੱਕ ਇੰਟਰਸਟਿੰਗ ਥਿੰਗ ਹੈ ਕਿ ਬੈਟਲ ਆਫ ਨੌਸ਼ੇਰਾ ਹੁੰਦਾ ਹੈ 1823 ਦੇ ਅੰਦਰ, 1823 ਦੇ ਅੰਦਰ। ਇਹਦੇ ਅੰਦਰ ਅਕਾਲੀ ਫੂਲਾ ਸਿੰਘ ਇੱਥੇ ਸ਼ਹੀਦ ਹੁੰਦੇ ਨੇ, ਉਹਨਾਂ ਦੀ ਸਮਾਧ ਬਣਾਈ ਹੈ। ਤੇ ਮੈਂ ਕਦੀ ਸੋਚਣਾ ਕਿ ਹਿਸਟਰੀ ਐਜ਼ ਵੀ ਸੇ, ਹਿਸਟਰੀ ਇਜ਼ ਹਿਸ ਸਟੋਰੀ, ਕਿ ਇਹਦੀ ਕਹਾਣੀ ਤੁਸੀਂ ਸੁਣਨਾ ਚਾਹੁੰਦੇ ਹੋ। ਤੇ ਅਸੀਂ ਆਪਣੀ ਤਾਰੀਖ ਦੇ ਅੰਦਰ ਅਕਾਲੀ ਫੂਲਾ ਸਿੰਘ ਜੀ ਨੂੰ, ਠੀਕ ਹੈ, he's a very well known personality in our history and we are proud of his ਸ਼ਹਾਦਤ, ਬਟ ਅਸੀਂ ਆਪਣੇ ਹਿਸਟਰੀ ਵਿੱਚੋਂ ਉਸ ਦੂਜੇ ਸ਼ਖਸ ਨੂੰ ਤੇ ਕੋਈ ਜਗ੍ਹਾ ਹੀ ਨਹੀਂ ਦਿੱਤੀ ਨਾ। ਐਂਡ ਆਈ ਵੰਡਰ, ਇਜ਼ ਇਟ ਬਿਕੋਜ਼ ਆਫ ਹਿਸ ਫੇਥ, ਉਹਨਾਂ ਦੇ ਮਜ਼ਹਬ ਦੇ ਕਰਕੇ ਕਿ ਕੀ ਸੀਗਾ? ਬਲਭਦਰ ਕੁਬਰ, ਨੇਪਾਲੀ ਗੁਰਖਾ ਰੈਜੀਮੈਂਟ ਦਾ ਜਿਹੜਾ ਲੀਡਰ ਸੀਗਾ, ਜਿਹੜਾ ਦੇਹਰਾਦੂਨ ਦਾ ਰਾਜਾ ਸੀਗਾ, ਜਦੋਂ ਬ੍ਰਿਟਿਸ਼ ਦੇਹਰਾਦੂਨ ਆਂਦੀ ਹੈ ਤੇ
ਉਹ ਜਦ ਜੰਗ ਹਾਰ ਜਾਂਦਾ ਹੈ ਉਸ ਤੋਂ ਬਾਅਦ ਉਹਨੂੰ ਲਾਹੌਰ ਇੰਪਲੋਇਮੈਂਟ ਰਣਜੀਤ ਸਿੰਘ ਦਿੰਦਾ ਹੈ, ਬਿਕੋਜ਼ ਰਣਜੀਤ ਸਿੰਘ ਦੀ ਇੱਕ ਹਿੰਦੁਸਤਾਨੀ ਆਰਮੀ ਸੀਗੀ ਔਰ ਗੁਰਖਾ ਰੈਜੀਮੈਂਟ ਉਹਨੂੰ ਬਲਭਦਰ ਨੂੰ ਕਹਿੰਦਾ ਹੈ। ਹਿੰਦੁਸਤਾਨੀ ਆਰਮੀ ਜਿਹੜੇ ਪੂਰਬੀਏ ਸਨ, ਪੂਰਬੀਆਂ ਨੂੰ ਉਹਨਾਂ ਨੇ ਇੱਕ ਸੈਪਰੇਟ ਰੈਜੀਮੈਂਟ ਬਣਾਈ ਸੀਗੀ, ਬਾਕੀ ਤੇ ਪੰਜਾਬੀਆਂ ਦੀ ਆਰਮੀ ਸੀਗੀ, ਤੇ ਬਲਭਦਰ ਕੁੰਵਰ ਨੂੰ ਕਮਾਂਡਰ ਬਣਾਇਆ ਜਾਂਦਾ ਹੈ ਗੁਰਖਾ ਰੈਜੀਮੈਂਟ ਦਾ। ਤੇ ਬਲਭਦਰ ਕੁੰਵਰ ਨੂੰ ਇਹ ਰਿਸਪੌਂਸਿਬਿਲਿਟੀ ਦਿੱਤੀ ਜਾਂਦੀ ਕਿ ਪੂਰੀ ਤੁਸੀਂ ਇੱਕ ਗੁਰਖਾ ਰੈਜੀਮੈਂਟ ਖੜੀ ਕਰੋ, ਐਂਡ ਉਹ ਅਕਾਲੀ ਫੂਲਾ ਸਿੰਘ ਦੇ ਨਾਲ ਇਸ ਜਗ੍ਹਾ ਤੇ ਸ਼ਹੀਦ ਹੁੰਦੇ ਨੇ ਫਾਈਟਿੰਗ ਅਗੇਂਸਟ ਦੀ ਅਫਗਾਨਸ। ਬਟ ਮੈਂ ਦੇਖਣਾ ਤੇ ਮੈਂ ਕਹਿਣਾ ਕਿ ਇਸ ਜਗ੍ਹਾ ਦੇ ਅੰਦਰ ਸਾਡੀ ਪੂਰੀ ਤਾਰੀਖ ਦੇ ਅੰਦਰ ਅਸੀਂ ਅਕਾਲੀ ਫੂਲਾ ਸਿੰਘ ਨੂੰ ਤਾਂ ਯਾਦ ਕੀਤਾ, ਪੇਂਟਿੰਗਸ ਦੇ ਅੰਦਰ ਯਾਦ ਕੀਤਾ, ਹਰ ਜਗ੍ਹਾ ਯਾਦ ਕੀਤਾ, ਫ੍ਰੈਸਕੋ ਵਰਕਸ ਦੇ ਅੰਦਰ ਯਾਦ ਕੀਤਾ, ਜੋ ਆਪਣੀ ਜਗ੍ਹਾ ਠੀਕ ਹੈ, ਲੇਕਿਨ ਇੱਕ ਬਲਭਦਰ ਕੁੰਵਰ ਨੂੰ ਅਸੀਂ ਭੁੱਲ ਗਏ, ਜੋ ਇੱਕ ਦਰਸਾਉਂਦਾ ਹੈ ਕਿ ਸਾਡਾ ਉਸ ਟਾਈਮ ਦਾ ਇਤਿਹਾਸ ਇੱਕ ਬੜਾ ਡਿਫਰੈਂਟ ਇਤਿਹਾਸ ਸੀਗਾ। ਦਿਸ ਵਾਜ਼ ਨਾਟ ਰਿਲੀਜਨ ਬੇਸਡ fight. This was a pretty secular people of the land were fighting for their rights for hundreds of years. They had been suppressed, right? और बलभद्र कुंवर ਦੀ ਇੱਕ ਇੰਟਰਸਟਿੰਗ ਚੀਜ਼ ਹੈ, ਮੈਂ ਬਚਪਨ ਦੇ ਅੰਦਰ ਮੇਰੇ ਫਾਦਰ ਦਾ ਨੇਪਾਲ ਦੇ ਅੰਦਰ ਬਿਜ਼ਨਸ ਹੁੰਦਾ ਸੀਗਾ, ਇੱਕ ਛੋਟੀ ਜਿਹੀ, ਇਹ ਮੈਂ ਆਪਣੀ ਦੂਜੀ ਕਿਤਾਬ ਦੇ ਅੰਦਰ ਲਿਖਿਆ ਵੀ ਇੱਕ ਚੈਪਟਰ ਲਾਹੌਰੇ, ਤੇ ਮੈਂ ਬਚਪਨ ਦੇ ਅੰਦਰ ਫਾਦਰ ਦਾ ਪੋਖਰਾ ਨੇਪਾਲ ਦੇ ਅੰਦਰ ਬਿਜ਼ਨਸ ਹੁੰਦਾ ਸੀਗਾ, ਤੇ ਮੈਨੂੰ ਕਾਫੀ ਮੌਕਾ ਮਿਲਦਾ ਸੀਗਾ ਜਾਣ ਦਾ, ਜਦੋਂ ਮੈਂ ਡੂਨ ਸਕੂਲ ਤੋਂ ਛੁੱਟੀ ਇਸ ਤੇ ਆਉਂਦਾ ਸੀ ਗੋਰਖਪੁਰ, ਤੇ ਮੈਨੂੰ ਯਾਦ ਹੈ ਮੈਂ ਥੋੜੀ ਨੇਪਾਲੀ ਬੋਲ ਵੀ ਲੈਣਾ, ਤੇ ਮੈਨੂੰ ਯਾਦ ਹੈ ਉਸ ਟਾਈਮ ਬਚਪਨ ਦੇ ਅੰਦਰ ਜਿਹੜੇ ਨੇਪਾਲੀ ਸੋਲਜਰਸ ਆਉਂਦੇ ਸਨ, ਜਿਹੜੇ ਤੇ ਇੰਡੀਅਨ ਰੈਜੀਮੈਂਟ ਦੇ ਨਾਲ, ਇੰਡੀਅਨ ਆਰਮੀ ਦੇ ਨਾਲ ਜੁੜੇ ਹੋਏ ਹੁੰਦੇ ਸਨ, ਉਹਨਾਂ ਦੀ ਪੇ ਅਕਸਰ ਘੱਟ ਹੁੰਦੀ ਸੀਗੀ, ਤੇ ਜਿਹੜਾ ਬ੍ਰਿਟਿਸ਼ ਆਰਮੀ ਦਾ ਜਾਂ ਕੋਈ ਹੋਰ ਮਕਾਓ ਆਰਮੀ ਦਾ ਜਾਂ ਸਿੰਗਾਪੁਰ ਆਰਮੀ ਦਾ ਕੋਈ ਗੋਰਖਾ ਸੋਲਜਰ ਸਾਡੀ ਦੁਕਾਨ ਤੇ ਕਦੀ ਆਂਦਾ ਸੀਗਾ, ਤੇ ਮੈਨੂੰ ਯਾਦ ਹੈ ਇਹ ਲੋਕ ਆਪਸ ਵਿੱਚ ਗੱਲ ਕਰਦੇ ਸਨ, ਤੇ ਗੱਲ ਕਰਦੇ ਸਨ, ਤੇ ਜਿਹੜਾ ਇੰਡੀਅਨ ਆਰਮੀ ਦਾ ਜਿਹੜਾ ਸੋਲਜਰ ਸੀਗਾ ਉਹ ਕਹਿੰਦਾ ਸੀਗਾ ਕਦੀ ਕਦੀ ਅਕਸਰ, ਇਹ ਤਪਾ ਲਾਹੌਰੀ ਹੋ ਕੇ, ਇਹ ਤੂੰ ਲਾਹੌਰੀ ਹੈ ਕੀ, ਉਹ ਪੁੱਛਦਾ ਸੀਗਾ। ਨਾ ਆਈ ਡਿਡਨਟ ਅੰਡਰਸਟੈਂਡ ਵਾਟ ਇਟ ਵਾਸ, ਬਟ ਮੇਰੇ ਜ਼ਿਹਨ ਦੇ ਅੰਦਰ ਉਹ ਚੀਜ਼ ਸੀਗਾ, ਮੈਂ ਫਾਦਰ ਨੂੰ ਵੀ ਪੁੱਛਦਾ ਸੀਗਾ, ਤੇ ਫਾਦਰ ਵੀ ਕਹਿੰਦੇ ਇਹ ਲਾਹੌਰੀ ਕਹਿੰਦੇ ਨੇ ਇੱਕ ਦੂਜੇ ਨੂੰ, ਲਾਹੌਰ ਤੋਂ, ਤੇ ਇਹ ਸਮਝ ਨਹੀਂ ਆਉਂਦੀ ਸੀ ਗੱਲ ਕਿੱਥੇ ਦੀ ਹੈ। ਗੱਲ ਬਾਅਦ 'ਚ ਸਮਝ ਆਉਂਦੀ ਹੈ ਕਿ ਜਦੋਂ ਜਿਹੜਾ ਹਿੰਦੁਸਤਾਨੀ ਸੋਲਜਰ ਨੂੰ, ਪੂਰਬੀ ਸੋਲਜਰ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਰਮੀ ਵਿੱਚ ਜਗ੍ਹਾ ਦਿੱਤੀ ਆਪਣੀ, ਖੈਰ ਪੂਰਬੀ ਔਰ ਹਿੰਦੁਸਤਾਨੀ ਪੰਜਾਬੀ ਤੇ ਸਤਲੁਜ ਦਰਿਆ ਦੇ ਆਰੇ ਪਾਰ ਹੁੰਦੇ ਸਨ, ਲੇਕਿਨ ਇੱਕ ਗੁਰਖਾਲੀ ਸੋਲਜਰ, ਜਿਹੜਾ ਗੁਰਖਾਲੀ ਦਾ ਐਕਸਟੈਂਸ਼ਨ ਸੀਗਾ ਦੇਹਰਾਦੂਨ ਤੱਕ, ਨੇਪਾਲ ਦਾ ਕੁਮਾਊਂ ਦੇਹਰਾਦੂਨ ਤੱਕ ਸੀਗਾ, ਜਿਹੜਾ ਇੱਕ ਨੇਪਾਲੀ ਸੋਲਜਰ ਪਹਿਲੀ ਵਾਰੀ ਜ਼ਿੰਦਗੀ ਦੇ ਅੰਦਰ 1800s ਦੇ ਅੰਦਰ ਨੇਪਾਲ ਦਾ ਏਰੀਆ ਛੱਡ ਕੇ, ਅਜੇ ਬ੍ਰਿਟਿਸ਼ ਆਰਮੀ ਦੇ ਅੰਦਰ ਨੇਪਾਲੀ ਸੋਲਜਰ ਦੀ ਕੋਈ ਤਾਦਾਦ ਨਹੀਂ ਸੀਗੀ ਉਸ ਟਾਈਮ, अर्ਲੀ 1820s ਦੇ ਅੰਦਰ, 1850s 20s ਦੇ ਅੰਦਰ ਪਹਿਲੀ ਵਾਰੀ ਬਲਭਦਰ ਕੁੰਵਰ ਇੱਕ ਫੋਰਸ ਬਣਾਉਂਦਾ ਹੈ ਪੰਜਾਬ ਵਿੱਚ ਜਾ ਕੇ, ਤੇ ਉਹ ਗੱਲ ਇੱਕ ਜੈਨਰਿਕ ਟਰਮ ਪੈ ਗਿਆ ਕਿ ਅਗਰ ਤੁਸੀਂ ਆਪਣੀ ਜ਼ਮੀਨ ਨੂੰ ਛੱਡ ਕੇ ਇਤਨਾ ਦੂਰ ਚਲੇ ਗਏ ਹੋ ਲਾਹੌਰ ਤੱਕ, ਤੇ ਤੁਸੀਂ ਲਾਹੌਰੀ ਬਣ ਗਏ ਹੋ। ਤੇ ਉਸ ਤੋਂ ਬਾਅਦ ਉਹ ਚੀਜ਼ ਲਾਹੌਰੀ ਵਰਡ ਉਹਨਾਂ ਦੀ ਵੋਕੈਬਲਰੀ ਦੇ ਅੰਦਰ ਆ ਗਈ, ਨੇਪਾਲੀ ਦੇ ਅੰਦਰ, ਕਿ ਜਿਹੜਾ ਵੀ ਦੂਰ ਚਲਾ ਜਾਵੇ ਆਰਮੀ ਦੇ ਅੰਦਰ, ਕੋਈ ਹੋਰ ਦੇਸ਼ ਦੀ ਆਰਮੀ ਦੇ ਅੰਦਰ, ਨਾਟ ਇੰਡੀਆ, ਬਟ ਅਗਰ ਚਲਾ ਜਾਵੇ ਸਿੰਗਾਪੁਰ ਜਾਂ ਬਰੂਨਾਈ ਜਾਂ ਅਮਰੀਕਾ ਜਾਂ ਅਫਗਾਨਿਸਤਾਨ ਜਾਂ ਬ੍ਰਿਟਿਸ਼ ਦੀ ਸੋਲਜਰ ਦੇ ਅੰਦਰ, ਤੇ ਉਹਨੂੰ ਲਾਹੌਰੀ ਕਹਿੰਦੇ ਨੇ ਹੁਣ। ਤੇ ਇਟਸ ਐਨ ਇੰਟਰਸਟਿੰਗ ਫੈਕਟ ਦੈਟ ਆਈ ਓਨਲੀ ਕੁਡ ਅੰਡਰਸਟੈਂਡ ਮਚ ਲੇਟਰ ਇਨ ਮਾਈ ਲਾਈਫ। 1837 ਦੇ ਅੰਦਰ ਅਸੀਂ ਹੁਣ ਇੰਡਸ ਦਰਿਆ ਦੇ ਲਾਗੇ ਹੀ ਆਏ, ਛੋਟੇ ਛੋਟੇ ਇਲਾਕਿਆਂ ਦੇ ਅੰਦਰ, ਬਿਕੋਜ਼ ਮੈਂ ਤੁਹਾਨੂੰ ਕਿਹਾ 27 ਕਿਲੇ ਸੀਗੇ, ਮੈਂ ਤੁਹਾਨੂੰ ਕੁਝ ਅੰਸ਼ ਦਿਖਾ ਰਿਹਾ ਇਹਨਾਂ ਕਿਲਿਆਂ ਦੀ। ਤੇ 1837 ਦੇ ਅੰਦਰ, 37 ਦੇ ਅੰਦਰ ਇਹ ਕਿਲਾ ਬਣਿਆ ਸੀਗਾ ਸ਼ਬਕਦਰ ਦਾ ਕਿਲਾ। ਇਹ ਸਿੱਖ ਦੌਰ ਦੇ ਅੰਦਰ ਬਣਿਆ ਸੀਗਾ, ਤੇ ਇਹ ਜਿਹੜਾ ਕਿਲਾ ਬਣਿਆ ਸੀਗਾ, ਇਹ ਜਦੋਂ ਪਿਸ਼ਾਵਰ ਵੱਲੋਂ ਜਾਣ ਦੀ ਤਿਆਰੀ ਹੋ ਰਹੀ ਹੈ, ਉਸ ਟਾਈਮ ਤੇ ਇਹ ਕਿਲੇ ਉਸ ਏਰੀਆ ਨੂੰ ਕੰਸੋਲੀਡੇਟ ਕਰਨ ਵਾਸਤੇ ਛੋਟੇ ਛੋਟੇ ਕਿਲੇ ਬਣੇ ਸਨ। ਤੇ ਇਹਦੇ ਅੰਦਰ ਇੱਕ ਇੰਟਰਸਟਿੰਗ ਚੀਜ਼ ਹੈ, ਰਾਈਟ ਸਾਈਡ ਤੇ ਤੁਸੀਂ ਦੇਖਦੇ ਹੋ ਇਹ ਦਰਵਾਜ਼ੇ ਜਕੜੇ ਹੋਏ ਨੇ, ਇਹ ਦਰਵਾਜ਼ਿਆਂ ਨੂੰ ਸਜਾ ਹੋਈ ਸੀਗੀ। 1840 ਦੇ ਅੰਦਰ ਰਣਜੀਤ ਸਿੰਘ ਦੀ ਡੈਥ ਹੋ ਗਈ ਹੈ, ਸ਼ੇਰ ਸਿੰਘ ਆਇਆ ਹੋਇਆ ਹੈ ਐਂਡ ਸ਼ੇਰਗੜ੍ਹ ਦੇ ਕਿਲੇ ਦੇ ਅੰਦਰ ਲਾਹੌਰ ਤੋਂ, ਔਰ ਵੈਂਚੂਰਾ ਜਿਹੜਾ ਸੀਗਾ ਕਮਾਂਡਰ ਸੀਗਾ, ਜਿਹੜਾ ਯੂਰੋਪੀਅਨ ਕਮਾਂਡਰ, he was a very blue eyed commander of ਰਣਜੀਤ ਸਿੰਘ, ਉਸ ਦੀ ਡਿਊਟੀ ਇੱਥੇ ਲੱਗੀ ਹੋਈ ਸੀਗੀ।
ਤੇ ਉਹ ਸ਼ੇਰ ਸਿੰਘ ਦੀ ਖਾਤਰਦਾਰੀ ਦੇ ਅੰਦਰ ਰਾਤੀ ਕਿਤੇ ਸਿਕਿਉਰਿਟੀ ਲੈਪਸ ਹੋ ਗਈ, ਉਹ ਅਫਗਾਨੀਆਂ ਨੇ ਅਟੈਕ ਕਰ ਦਿੱਤਾ ਜਿਹੜੇ ਲੋਕਲ ਏਰੀਆਜ਼ ਤੇ। ਤੇ ਉਹ ਜੰਗ ਜਿਹੜੀ ਹੋਈ ਤੇ ਉਹਦੇ ਅੰਦਰ ਦਰਵਾਜ਼ੇ ਟੁੱਟ ਗਏ ਤੇ ਉਹ ਫੌਜਾਂ ਅੰਦਰ ਆ ਗਈਆਂ। ਤੇ ਅਗਲੇ ਦਿਨ ਹੁਣ ਵੈਂਚੂਰਾ ਦੇ ਉੱਤੇ ਇਹ ਰਿਸਪੌਂਸਿਬਿਲਿਟੀ ਜਾਂਦੀ ਹੈ, ਲੇਕਿਨ ਸ਼ੇਰ ਸਿੰਘ ਅਜੇ ਨਵਾਂ ਆਇਆ ਸੀਗਾ ਰਣਜੀਤ ਸਿੰਘ ਤੋਂ ਬਾਅਦ, ਤੇ ਉਹ ਵੈਂਚੂਰਾ ਨੂੰ ਕੁਝ ਕਹਿ ਨਹੀਂ ਸਕਦਾ ਸੀਗਾ ਕਿਉਂਕਿ ਵੈਂਚੂਰਾ ਬੜਾ ਨਾਮੀ ਕਮਾਂਡਰ ਸੀਗਾ। ਤੇ ਲੇਕਿਨ ਰਾਜਾ ਦੇ ਹੁੰਦੇ ਹੋਏ ਅਗਰ ਫੋਰਟ ਨੂੰ ਅਟੈਕ ਹੋ ਗਿਆ, ਉਸਦੇ ਸਿਕਿਉਰਿਟੀ ਕੰਪਰੋਮਾਈਜ਼ ਹੋ ਗਈ, ਤੇ ਉਹਨਾਂ ਨੇ ਇਹ ਗੱਲ ਕੀਤੀ ਕਿ ਭਾਈ ਤੁਸੀਂ ਆਪਣਾ ਜਿਹੜਾ ਇਹ ਕੀ ਕਹਿੰਦੇ ਉਹਨਾਂ ਨੇ ਇਹ ਗੱਲ ਕੀਤੀ ਕਿ ਭਾਈ ਇਸ ਦਾ ਕੋਰਟ ਮਾਰਸ਼ਲ ਹੋਏਗਾ। ਹੁਣ ਕੋਰਟ ਮਾਰਸ਼ਲ ਦੇ ਅੰਦਰ ਜਿਹੜਾ ਡਿਸੀਜਨ ਲਿਆ ਗਿਆ ਉਹ ਇਹ ਸੀਗਾ ਕਿ ਦ ਫਾਲਟ ਵਾਸ ਨਾਟ ਆਫ ਵੈਂਚੂਰਾ ਐਂਡ ਦ ਫਾਲਟ ਵਾਸ ਨਾਟ ਆਫ ਦ ਸੋਲਜਰਸ, ਫਾਲਟ ਵਾਸ ਆਫ ਦ ਡੋਰਸ ਆਫ ਦ ਗੇਟਸ ਜਿਹੜੇ ਕਮਜ਼ੋਰ ਪੈ ਗਏ ਸਨ ਔਰ ਅਫਗਾਨੀਆਂ ਨੂੰ ਰੋਕ ਨਹੀਂ ਸਕੇ, ਤੇ ਉਹ ਸਜ਼ਾ ਹੋ ਗਈ ਇਹਨਾਂ ਨੂੰ 100 ਸਾਲ ਦੀ, ਤੇ ਉਹਨਾਂ ਨੂੰ ਜਕੜ ਕੇ ਰੱਖਿਆ ਗਿਆ ਹੈ। ਤੇ ਜਦੋਂ ਅਸੀਂ ਵੀ ਹੁਣੇ ਵੀ ਜਾਣੇ ਆ 100 ਸਾਲ ਤੇ ਕੰਪਲੀਟ ਹੋ ਗਏ ਨੇ, ਲੇਕਿਨ ਐਜ਼ ਅ ਸਿੰਬੋਲਿਕ ਮੈਜਰ ਹਜੇ ਤੱਕ ਜਕੜ ਕੇ ਰੱਖਿਆ ਹੋਇਆ ਇਹਨਾਂ ਨੂੰ, ਤੇ ਹਾਲਾਂਕਿ ਇਹਨਾਂ ਦੀ ਟਰਮ ਕੰਪਲੀਟ ਹੋ ਗਈ ਹੈ। ਮਾਨਸੇਰਾ ਦਾ ਕਿਲਾ ਜੋ ਸ਼ੇਰਗੜ੍ਹ ਦੇ ਨੇੜੇ ਹੀ ਹੈ, ਇੱਕ ਛੋਟਾ ਜਿਹਾ ਅੰਸ਼ ਇਸ ਕਿਲੇ ਦਾ ਬਾਕੀ ਹੈ, ਹਾਲਾਂਕਿ ਇਹ ਪੁਲਿਸ ਸਟੇਸ਼ਨ ਹੈ। ਅਗਰ ਇਹਦੀ ਦੇਖਣ ਤੋਂ ਉੱਪਰ ਲੱਗਦੀ ਹੈ ਮਾਡਰਨ ਸਟਰਕਚਰ ਹੈ, ਲੇਕਿਨ ਅਗਰ ਥੱਲੇ ਜਾ ਕੇ ਤੁਸੀਂ ਇਹ ਦੀਵਾਰ ਦੇ ਵਿੱਚ ਥੋੜਾ ਜਿਹਾ ਪਲਾਸਟਰ ਕੱਢੋਗੇ, ਜੋ ਮੈਂ ਖੁਦ ਕੱਢ ਕੇ ਦੇਖਿਆ ਹੈ, ਪੁਰਾਣੀ ਬਣਤਰ ਦੀ ਬ੍ਰਿਕਸ ਹੈਗੀਆਂ ਇਹਦੇ ਅੰਦਰ। ਇਹਦੀ ਮੈਂ ਫੋਟੋ ਵੀ ਦਿਖਾਈ ਹੈ ਆਪਣੀ ਡਾਕੂਮੈਂਟਰੀ ਦੇ ਅੰਦਰ। ਤੇ ਇਹ ਇੱਕ ਛੋਟਾ ਜਿਹਾ ਕਿਲਾ ਹੈ ਜੋ ਐਕਸਪੈਂਡ ਹੋ ਕੇ ਮਨਸੇਰਾ ਦਾ ਕਿਲਾ, ਇਹ ਮਾਨ ਸਿੰਘ ਇੱਕ ਜਿਹੜਾ ਜਨਰਲ ਸੀਗਾ ਰਣਜੀਤ ਸਿੰਘ ਦੇ ਨਾਂ ਤੇ, ਉਸ ਦੇ ਨਾਂ ਤੇ ਜਗ੍ਹਾ ਦਾ ਨਾਮ ਪਿਆ ਸੀਗਾ ਮਨਸੇਰਾ। ਤੇ ਦਿਸ ਇਜ਼ ਇਹ ਹਜ਼ਾਰਾ ਦੇ ਅੰਦਰ ਹੀ ਹੈ, ਔਰ ਮਾਨ ਸਿੰਘ ਨੇ ਬਣਾਇਆ ਸੀਗਾ ਹਰੀ ਸਿੰਘ ਦੀ ਡੈਥ ਦੇ ਬਾਅਦ 1837 ਦੇ ਅੰਦਰ। ਔਰ ਮੈਂ ਥੋੜਾ ਜਿਹਾ ਡਿਵੀਏਟ ਕਰ ਰਿਹਾ, ਇਹ ਮੈਂ ਟੱਚ ਨਹੀਂ ਕੀਤਾ ਸੀਗਾ, ਜਿਹੜਾ ਰੋਹਤਾਸ ਤੋਂ ਲੈ ਕੇ ਜਦੋਂ ਅਸੀਂ ਅਟਕ ਵੱਲ ਆਉਂਦੇ ਹਾਂ, ਵਿਚਕਾਰ ਇੱਕ ਇਸਟੈਬਲਿਸ਼ਮੈਂਟ ਹੋਈ ਸੀਗਾ। ਹੁਣ ਦੇਖੋ ਜਿਸ ਤਰ੍ਹਾਂ ਤੁਸੀਂ ਅੱਗੇ ਵੱਧਦੇ ਜਾਓਗੇ, ਤੁਸੀਂ ਲਾਹੌਰ ਵੀ ਤੇ ਆਣਾ ਹੈ ਵਾਪਸ, ਇਹ ਸਾਰਾ ਐਕਸਪੈਂਸਿਵ ਸਟ੍ਰੈਟਜੀ ਹਰੀ ਸਿੰਘ ਨਲਵਾ ਕਰ ਰਿਹਾ ਸੀਗਾ ਉਸ ਪਾਸੇ। ਤੇ ਹਰੀ ਸਿੰਘ ਨਲਵਾ ਦਾ ਨਾਰਥ ਵੈਸਟ ਫਰੰਟੀਅਰ ਦੇ ਅੰਦਰ ਕਾਫੀ ਰੋਲ ਰਿਹਾ ਐਕਸਪੈਂਸ਼ਨ ਦੇ ਅੰਦਰ। ਤੇ ਪਿੱਛੇ ਇੱਕ ਕਿਲਾ ਬਣਿਆ ਸੀਗਾ ਕਟਾਸ ਰਾਜ, ਜਿਹੜਾ ਇੱਕ ਕਾਫੀ ਵੱਡਾ ਤੀਰਥ ਮੰਨਿਆ ਜਾਂਦਾ ਹੈ ਹਿੰਦੂਆਂ ਦਾ। ਤੇ ਕਟਾਸ ਰਾਜ ਦੇ ਅੰਦਰ ਇੱਕ ਕਿਲਾ ਬਣਿਆ ਸੀਗਾ ਜੋ ਛੋਟਾ ਲੈਫਟ ਸਾਈਡ ਤੇ ਹੈ, ਜਿਹਨੂੰ ਹਰੀ ਸਿੰਘ ਨਲਵਾ ਦਾ ਬੇਸ ਬਣਾਇਆ ਗਿਆ ਸੀਗਾ। ਇਹ ਕਿਲਾ ਲੇਕਿਨ ਬਾਅਦ ਵਿੱਚ ਬਣਿਆ ਸੀਗਾ, ਜਦੋਂ ਆਂਦੇ ਜਾਂਦੇ ਇੱਥੇ ਸਪੋਰਟ ਵਾਸਤੇ। ਤੇ ਬਾਕੀ ਆਈ ਵਾਂਟ ਟੂ ਨਾਟ ਜਸਟ ਸੇ ਗਿਵ ਯੂ ਅ ਸਮਾਲ ਆਈਡੀਆ ਆਫ ਜਿਹੜੇ ਕਿਲੇ ਖਤਮ ਹੋ ਗਏ ਨੇ। ਤੇ ਜਿਹੜਾ ਮੈਂ ਪਿਕਚਰ ਖਿੱਚੀ ਹੈ ਥੱਲੇ, ਇਹ ਤੁਹਾਨੂੰ ਦਿਖਾਈ ਦੇ ਰਿਹਾ ਹੈ ਇੰਡਸ ਦਰਿਆ। ਲੈਫਟ ਸਾਈਡ ਦੇ ਅੰਦਰ ਇੰਡਸ ਦਰਿਆ ਸਿੱਧਾ ਜਾ ਕੇ ਮਿਲ ਰਿਹਾ ਹੈ ਤਰਬੇਲਾ ਡੈਮ ਦੇ ਨਾਲ। ਤੇ ਇਹ ਜਿੰਨਾ ਪਾਣੀ ਦੇ ਅੰਦਰ ਜਿਹੜੀ ਸੈਂਡ ਆ ਗਈ ਦੀ ਹੈ, ਇਹ ਕਾਫੀ ਮੀਟਰ ਉੱਪਰ ਤੱਕ ਆ ਗਈ ਹੈ, ਬਿਕੋਜ਼ ਜਿਸ ਤਰ੍ਹਾਂ ਇੱਕ ਡੈਮ ਬਣਦਾ ਹੈ ਤੇ ਸੈਂਡ ਦੀ ਮੂਵਮੈਂਟ ਰੁਕ ਜਾਂਦੀ ਹੈ, ਇਹ ਸਾਰਾ ਦਰਿਆ ਦਾ ਲੈਵਲ ਸੈਂਡ ਦੇ ਕਰਕੇ ਉੱਪਰ ਉੱਠ ਗਿਆ ਹੈ। ਜਦੋਂ ਮੈਂ ਗਿਆ ਸੀਗਾ ਇਹ ਵਿੰਟਰ ਦਾ ਟਾਈਮ ਸੀਗਾ, ਵਾਟਰ ਦਾ ਲੈਵਲ ਘੱਟ ਸੀਗਾ, ਲੇਕਿਨ ਇਸ ਜਗ੍ਹਾ ਤੋਂ ਜਦੋਂ ਮੈਂ ਖਿੱਚ ਰਿਹਾ ਉਸਦੇ ਉਸ ਪਾਸੇ ਜਿਹੜੀ ਪਹਾੜੀਆਂ ਨੇ, ਅੰਬ ਦਾ ਸਟੇਟ ਉਸ ਪਾਸੇ ਹੈ। ਅਗਰ ਤੁਸੀਂ ਅੱਗੇ ਜਾਓਗੇ ਤੁਸੀਂ ਪੇਸ਼ਾਵਰ ਪਹੁੰਚ ਜਾਓਗੇ। ਹੁਣ ਅੰਬ ਦਾ ਸਟੇਟ ਜਿਹੜਾ ਹੈ ਇਹ ਦਰਿਆ ਦੇ ਥੱਲੇ ਚਲਾ ਗਿਆ ਸੀਗਾ ਪੂਰਾ, ਹੁਣ ਉਹ ਸੈਂਡ ਦੇ ਥੱਲੇ ਹੈ ਸਾਰਾ। ਲੇਕਿਨ ਇੰਟਰਸਟਿੰਗ ਥਿੰਗ ਹੈ ਕਿ ਇਹ ਜਿਹੜੀ ਮੈਂ ਉੱਪਰ ਪਿਕਚਰ ਦਿਖਾਈ ਹੈ ਬਲੈਕ ਐਂਡ ਵਾਈਟ ਦੇ ਅੰਦਰ, ਇਹ ਕਿਤਾਬ ਤੋਂ ਹੈ ਦ ਹਾਈਲੈਂਡਸ ਆਫ ਇੰਡੀਆ ਬਾਈ DJF ਨਿਊਅਲ। ਇਹ ਇੱਕ ਆਫਟਰ ਦ ਫਾਲ ਆਫ ਦ ਸਿੱਖ ਐਮਪਾਇਰ, ਇੱਕ ਬ੍ਰਿਟਿਸ਼ ਸਾਈਡ ਦਾ ਬ੍ਰਿਟਿਸ਼ ਇੰਡੀਆ ਦਾ ਜਿਹੜਾ ਇੱਕ ਆਫਿਸਰ ਸੀਗਾ, ਉਹ ਹਜ਼ਾਰਾ ਰੀਜਨ ਦੇ ਅੰਦਰ ਆਂਦਾ ਹੈ ਆਫਟਰ ਅਬਾਊਟ 7-8 ਇਅਰਸ, ਐਂਡ ਉਸਨੇ ਇੱਕ ਕਿਤਾਬ ਲਿਖੀ ਆਪਣੀ ਟਰੈਵਲ ਦੇ ਬਾਰੇ ਚ। ਤੇ ਉਸਨੇ ਆਪਣੀ ਇੱਕ ਪਿਕਚਰ ਬਣਾਈ ਹੈ ਜੋ ਇसी ਏਰੀਆ ਦੇ ਵਿੱਚ ਖੜੇ ਹੋ ਕੇ ਉਸਨੇ ਬਣਾਈ ਹੈ। ਲੇਕਿਨ ਫਰਕ ਇਹ ਹੈ ਕਿ ਉਹ ਥੱਲੇ ਖੜਾ ਹੈ, ਮੈਂ ਉੱਪਰ ਖੜਾ, ਕਿਉਂਕਿ ਮੈਂ ਥੱਲੇ ਤੱਕ ਜਾ ਨਹੀਂ ਸਕਣਾ, ਕਿਉਂਕਿ ਉੱਥੇ ਸਾਰੀ ਹੁਣ ਜਿਹੜੀ ਸਿਲਟ ਆ ਗਈ ਦੀ ਹੈ, ਮਿੱਟੀ ਆ ਗਈ ਦੀ ਹੈ, ਹੁਣ ਤੁਸੀਂ ਜਾ ਹੀ ਨਹੀਂ ਸਕਦੇ ਥੱਲੇ। ਲੇਕਿਨ ਉਹ ਥੱਲੇ ਹੈ, ਇਸ ਕਰਕੇ ਉਹ ਪਹਾੜੀ ਜਿਹੜੀ ਹੈ ਉੱਪਰ ਨਜ਼ਰ ਆ ਰਹੀ ਹੈ ਦੂਜੇ ਪਾਸੋਂ। ਲੇਕਿਨ ਮੇਨ ਚੀਜ਼ ਮੈਂ ਇਹ ਗੱਲ ਕਰ ਰਿਹਾ ਕਿ ਇਸ ਦੇ ਅੰਦਰ ਮੈਂ ਇਸ ਫੋਟੋ ਦੇ ਅੰਦਰ ਕੁਝ ਚੀਜ਼ਾਂ ਸਰਕਲ ਕੀਤੀਆਂ ਰੈਡ ਦੇ ਅੰਦਰ, ਜਿਹਦੇ ਅੰਦਰ ਕ੍ਰਿਪਲੀਓਨ, फोर्ट ऑफ दारबंद, गंदगढ़, और इसमें लिखता है तरबेला दा फोर्ट, और एक और पिकेट सीगी जे ये सारी सिख दौर दे जिहड़े किले बने सन छोटे छोटे। वो लिखता भी है
ਇੱਕ ਜਿਹੜਾ ਬਾਲਟੋਰੋ ਗਲੇਸ਼ੀਅਰ ਬਾਲਟਿਸਤਾਨ ਦੇ ਅੰਦਰ ਜਦੋਂ ਸਿੱਖ ਦੌਰ ਦੇ ਅੰਦਰ ਇੱਕ ਵਾਰੀ ਉਹ ਗਲੇਸ਼ੀਅਰ ਕ੍ਰੈਕ ਕਰ ਜਾਂਦਾ ਹੈ ਤੇ ਉਹ ਪਾਣੀ ਚੜ ਜਾਂਦਾ ਹੈ ਔਰ ਰਾਤੋਂ ਰਾਤ ਜਿਹੜੀ ਫੋਰਸ ਉੱਥੇ ਬੈਠੀ ਹੋਈ ਸੀਗੀ ਉਹ ਸਾਰੇ ਵਾਸ਼ਡ ਅਵੇ ਹੋ ਜਾਂਦੇ ਨੇ। ਉਸਨੇ ਉਸ ਲੋਕੇਸ਼ਨ ਨੂੰ ਵੀ ਮਾਰਕ ਕੀਤਾ ਹੈ। ਤੇ ਮੈਨੂੰ ਇੱਕ ਕੁਐਸਚਨ ਹੁੰਦਾ ਸੀਗਾ ਕਿ ਇਹ ਗੋਰਾ ਜਿਹੜਾ ਹੈਗਾ ਇਸਨੇ ਉਸ ਜ਼ਮਾਨੇ ਦੇ ਅੰਦਰ ਇਹ ਚੀਜ਼ ਬਣਾ ਕੇ ਚਲਾ ਗਿਆ ਹੈ ਤੇ ਮੈਨੂੰ ਇਹ ਚਾਹ ਸੀਗਾ ਔਰ ਜਹਾਨਦਾਦ ਖਾਨ ਦੇ ਨਾਲ ਅਸੀਂ ਇਸ ਨੂੰ ਫਿਰ ਐਕਸਪਲੋਰ ਕੀਤਾ ਸੀਗਾ ਲੋਕਲਸ ਦੇ ਨਾਲ ਤੇ ਉੱਥੇ ਜਾ ਕੇ ਫੋਟੋ ਮੈਂ ਇਸ ਕਰਕੇ ਖਿੱਚੀ ਪੈਨੋਰਾਮਿਕ ਕਿ ਇਹਨੂੰ ਡਾਕੂਮੈਂਟ ਕੀਤਾ ਜਾਏ ਕਿ ਭਾਈ ਇਤਨੇ ਸਾਲ ਪਹਿਲਾਂ ਇਹ ਚੀਜ਼ ਕਿਸੇ ਨੇ ਬਣਾਈ ਸੀ ਕਿ ਅੱਜ ਦੇ ਜ਼ਮਾਨੇ 'ਚ ਉਹ ਕਿਲੇ ਨਹੀਂ ਨੇ। ਬਸ ਇਹ ਅਸੀਂ ਦਰਬੰਦ ਕਿਲੇ ਦੇ ਏਰੀਆ ਤੇ ਖੜੇ ਹੋ ਕੇ ਜਦੋਂ ਉਸ ਚੀਜ਼ ਨੂੰ ਦੇਖਦੇ ਹਾਂ ਤੇ ਅੱਜ ਦਾ ਲੈਂਡਸਕੇਪ ਕੀ ਨਜ਼ਰ ਆਉਂਦਾ ਹੈ। ਇਹ ਮੇਰੇ ਵਾਸਤੇ ਇੱਕ ਇੰਪੋਰਟੈਂਟ ਡਾਕੂਮੈਂਟੇਸ਼ਨ ਹੈ। ਹਾਲਾਂਕਿ ਕੁਝ ਹੈ ਨਹੀਂ ਦੇਖਣ ਵਾਸਤੇ, ਕੋਈ ਕਹੇਗਾ ਕਿ ਸਿਰਫ ਦਰਿਆ ਹੈ, ਲੇਕਿਨ ਉਸਨੂੰ ਇੱਕ ਹਿਸਟੋਰੀਕਲ ਪਰਸਪੈਕਟਿਵ ਨਾਲ ਤੁਸੀਂ ਅਗਰ ਓਵਰਲੇ ਕਰੋ ਤੇ ਉਸਦੀ ਕਹਾਣੀ ਕੁਝ ਹੋਰ ਨਜ਼ਰ ਆਉਂਦੀ ਹੈ। ਮੂਵਿੰਗ ਔਨ ਨਾਓ, ਜਦੋਂ ਇਹ ਸਾਰਾ ਏਰੀਆ ਜਿਹੜਾ ਮੈਂ ਉੱਪਰ ਮੈਂਸ਼ਨ ਕੀਤਾ ਹੈ, ਸ਼ੇਰਗੜ੍ਹ, ਹਰੀਪੁਰ, ਮਾਨਸੇਰਾ ਔਰ ਆਪਣਾ ਉਹ ਜਿਹੜੇ ਛੋਟੇ ਛੋਟੇ ਮੈਂ ਫੋਰਟਸ ਮੈਂਸ਼ਨ ਕੀਤੇ ਜੋ ਖਤਮ ਹੋ ਗਏ ਨੇ, ਇਹ ਸਾਰੇ ਫੋਰਟਸ ਜਦੋਂ ਕੰਸੋਲੀਡੇਟ ਹੋ ਜਾਂਦੇ ਨੇ, ਹੌਲੀ ਹੌਲੀ ਬਣਦੇ ਨੇ। ਨਾਓ ਦ ਮੇਨ ਸਟ੍ਰੈਟਜੀ ਟੁਵਰਡਸ ਪੇਸ਼ਾਵਰ ਹੈਪਨਸ। ਪੇਸ਼ਾਵਰ 1834 ਦੇ ਅੰਦਰ ਕੌਂਕੁਐਸਟ ਹੁੰਦਾ ਹੈ, ਬਟ ਉਸ ਤੋਂ ਪਹਿਲਾਂ ਕਾਫੀ ਅਟੈਂਪਟਸ ਹੋ ਰਹੀਆਂ ਨੇ। 1813 ਤੋਂ ਬਾਅਦ 1834 ਤੱਕ ਕਾਫੀ ਅਟੈਂਪਟਸ ਹੁੰਦੀਆਂ ਨੇ। ਪੇਸ਼ਾਵਰ ਵਾਸ the extension of ਅਫਗਾਨਿਸਤਾਨ। ਪੇਸ਼ਾਵਰ ਦੀ ਵੈਲੀ ਜਿਹੜੀ ਹੈ ਬੜੀ ਫਰਟਾਈਲ ਵੈਲੀ ਸੀਗੀ ਔਰ ਅਫਗਾਨਿਸਤਾਨ ਦਾ ਐਕਸਟੈਂਸ਼ਨ ਸੀਗਾ ਪਹਾੜੀ ਖਾਈਬਰ ਦਰਿਆ ਦੇ ਇਸ ਪਾਸੇ। ਤੇ 1813 ਤੋਂ ਲੈ ਕੇ 1834 ਦੇ ਅੰਦਰ ਤੱਕ ਬੜੀ ਜੰਗਾਂ ਹੁੰਦੀਆਂ ਨੇ, ਬੜੇ ਅਟੈਂਪਟਸ ਹੁੰਦੇ ਨੇ, ਬਟ ਫਾਈਨਲੀ 1818 ਤੋਂ ਲੈ ਕੇ 1834 ਤੱਕ in that period, but finally 1834 ਦੇ ਅੰਦਰ ਪੇਸ਼ਾਵਰ becomes a part of ਲਾਹੌਰ ਦਰਬਾਰ। ਹੁਣ ਅਸੀਂ ਅੱਜ ਅਗਰ ਪੇਸ਼ਾਵਰ ਦੇ ਬਾਲਾ ਹਿਸਾਰ ਕਿਲੇ ਦੇ ਅੰਦਰ ਜਾਈਏ ਜਿਹੜਾ ਆਰਮੀ ਦੇ ਅੰਡਰ ਹੈ, ਜਦੋਂ ਮੈਂ ਗਿਆ ਸੀਗਾ ਉਸ ਟਾਈਮ ਪਬਲਿਕ ਨੂੰ ਅਲਾਉ ਨਹੀਂ ਕਰਦੇ ਸਨ, ਲੇਕਿਨ ਮੈਨੂੰ ਹੁਣ ਸੁਣਨ ਚ ਆਇਆ ਹੈ ਕਿ ਇਹਨਾਂ ਨੇ ਹੌਲੀ ਹੌਲੀ ਇਹਨਾਂ ਸਾਈਟਸ ਨੂੰ ਓਪਨ ਕਰਨਾ ਸ਼ੁਰੂ ਕੀਤਾ ਹੈ ਟੂਰਿਜ਼ਮ ਪੋਟੈਂਸ਼ੀਅਲ ਦੇ ਨਾਲ, ਬਟ ਉਸ ਟਾਈਮ ਦੇ ਅੰਦਰ ਬੜਾ ਮੁਸ਼ਕਿਲ ਸੀਗਾ ਜਾਣਾ। ਜਦੋਂ ਮੈਂ ਅੰਦਰ ਗਿਆ ਸੀਗਾ ਤਾਂ ਗੇਟ ਦੇ ਉੱਤੇ ਇੱਕ ਅੱਜ ਇਹ ਜਿਹੜਾ ਇਨਸਕ੍ਰਿਪਸ਼ਨ ਰਾਈਟ ਸਾਈਡ ਤੇ ਤੁਸੀਂ ਦੇਖਦੇ ਹੋ ਅੱਜ ਵੀ ਲੱਗਿਆ ਹੋਇਆ ਉੱਥੇ, ਜਿਹਦੇ ਅੰਦਰ ਉਹਨਾਂ ਨੇ ਲਿਖਿਆ ਹੈ ਦ ਸਿੱਖ ਇਨਸਕ੍ਰਿਪਸ਼ਨ। ਇਹ ਬ੍ਰਿਟਿਸ਼ ਨੇ ਲਗਾਇਆ ਸੀਗਾ, ਜਿਹਦੇ ਅੰਦਰ ਉਹਨਾਂ ਨੇ ਇੰਗਲਿਸ਼ ਦੇ ਅੰਦਰ ਉਰਦੂ ਦੇ ਅੰਦਰ ਲਿਖਿਆ ਹੈ। ਮੈਂ ਪੜ੍ਹ ਕੇ ਤੁਹਾਨੂੰ ਸੁਣਾ ਦੇਣਾ। ਇਹ ਬ੍ਰਿਟਿਸ਼ ਨੇ ਲਗਾਇਆ ਸੀਗਾ ਗੇਟ ਦੇ ਉੱਤੇ। ਹਾਲਾਂਕਿ ਇਸ ਫੋਰਟ ਦੇ ਅੰਦਰ ਅਫਗਾਨੀ, ਮੁਗਲਾਈ ਔਰ ਪਲੱਸ ਸਿੱਖ ਆਰਕੀਟੈਕਚਰ ਨਜ਼ਰ ਆਉਂਦਾ ਹੈ। ਸਿੱਖ ਆਰਕੀਟੈਕਚਰ ਮੈਂ ਕਹਿ ਰਿਹਾ ਜਿਹੜੇ ਇੱਕ ਪੈਲਨਕੁਇਨ ਵਿੰਡੋਜ਼, ਇੱਕ ਗੋਲਾਈ ਦਾ ਜਿਹੜਾ ਵਿੰਡੋ ਦਾ ਇਹ ਮੁਗਲ ਆਰਕੀਟੈਕਚਰ ਨਾਲ ਮਿਲਦਾ ਜੁਲਦਾ ਹੈ, ਬਟ ਉਹਦੀ ਆਪਣੀ ਇੱਕ ਖਾਸੀਅਤ ਹੈ, ਪਹਿਚਾਣ ਹੈ ਜੋ ਨਜ਼ਰ ਆਉਂਦੀ ਹੈ। ਬ੍ਰਿਕ ਸਾਈਜ਼ਸ ਤੋਂ ਪਤਾ ਚੱਲ ਜਾਂਦਾ ਹੈ ਇੱਕ ਸਿੱਖ ਦੌਰ ਦਾ ਹੈਗਾ। ਤੇ ਇਹਦੇ ਅੰਦਰ ਲਿਖਿਆ ਹੋਇਆ ਹੈ ਦ ਸਿੱਖ ਇਨਸਕ੍ਰਿਪਸ਼ਨ on the arch gate pertains to the Sikh dynasty. The Sikhs invaded Peshawar, rebuilt the fort and named it Sameergarh. ਹਾਲਾਂਕਿ British have written as Sameergarh, but ਜਿਹੜੀ ਸਾਡੀ ਤਾਰੀਖ ਹੈ ਉਹਦੇ ਅੰਦਰ ਜ਼ਿਕਰ ਜ਼ਿਆਦਾ ਆਉਂਦਾ ਹੈ ਸੁਮੇਰਗੜ੍ਹ ਦਾ। ਤੇ ਇਹ ਸੁਮੇਰ ਔਰ ਸਮੀਰ ਦਾ ਮੈਨੂੰ ਸਮਝ ਨਹੀਂ ਆਇਆ ਕਿੱਥੇ ਸਮੀਰ ਬਣ ਗਿਆ, but this is written there, but ਸਾਡੀ ਤਾਰੀਖ ਦੇ ਅੰਦਰ ਇਹਦਾ ਜ਼ਿਕਰ ਸੁਮੇਰਗੜ੍ਹ ਆਉਂਦਾ ਹੈ। ਔਰ ਇਹ ਸੁਮੇਰ ਜਿਹੜਾ ਬਣਦਾ ਹੈ ਮੇਰੂ ਪਰਬਤ ਦੇ ਨਾਲ। ਉਹ ਮੇਰੂ ਇੱਕ ਸਪਿਰਿਚੁਅਲ ਸਾਈਟ ਹੈਗੀ ਜੋ ਗੁਰਬਾਣੀ ਦੇ ਅੰਦਰ ਵੀ ਜ਼ਿਕਰ ਆਉਂਦਾ ਹੈ ਮੇਰੂ, ਔਰ ਸੁਮੇਰੂ ਹੋ ਜਾਂਦਾ ਹੈ ਦ ਪਿਨਕਲ ਆਫ ਹਾਈਐਸਟ ਮੇਰੂ। ਦ ਇਨਸਕ੍ਰਿਪਸ਼ਨ ਰੀਡਸ ਐਸ ਫੋਲੋ। ਔਰ ਪੁਰਖ ਜੀ ਜੋ ਉਰਦੂ ਚ ਲਿਖਿਆ ਹੋਇਆ ਹੈ, ਬਟ ਆਈ ਵਿਲ ਰੀਡ ਦ ਇੰਗਲਿਸ਼। I can read the Urdu, but I'll read the English. Victory to Purakh through the grace of Shri Akal under the liberal government of Maharaja Ranjit Singh Bahadur over the region of Peshawar in the year 1891 Vikram Sambat 1834. This was built by Raja Bikramjit and was named Sumergarh basically. ਹੁਣ ਜਦੋਂ ਇਹ ਕੌਂਕਰ ਹੋ ਜਾਂਦਾ ਹੈ, ਹੁਣ ਗੱਲ ਇਹ ਹੈ ਕਿ ਖਾਈਬਰ ਪਾਸ ਜਿਹੜਾ ਰਾਈਟ ਸਾਈਡ ਤੇ ਦੇਖ ਰਹੇ ਹੋ, this was the area from where all the attacks were happening for so many years. ਹੁਣ ਗੱਲ ਇਹ ਹੈ ਕਿ ਇੱਥੇ ਤੱਕ ਪਹੁੰਚਣ ਵਾਸਤੇ ਫਿਰ ਤੁਹਾਨੂੰ ਇੱਕ ਗੜ੍ਹ ਚਾਹੀਦਾ ਹੈ ਜਿਸ ਨੂੰ ਬਣਾਇਆ ਗਿਆ ਜਮਰੋਦ ਦਾ ਕਿਲਾ 54 ਡੇਜ਼ ਦੇ ਅੰਦਰ 1836। ਪੇਸ਼ਾਵਰ ਵਾਸ ਟੇਕਨ ਇਨ 1834। 1836 ਦੇ ਅੰਦਰ ਜਮਰੋਦ ਦਾ ਕਿਲਾ ਬਣਦਾ ਹੈ 54 ਡੇਜ਼ ਦੇ ਅੰਦਰ। ਇਹ ਜਿਹੜਾ ਉੱਪਰ ਦਾ ਜਿਹੜਾ ਵਾਚ ਟਾਵਰ ਹੈ, ਮੈਨੂੰ ਮੌਕਾ ਮਿਲਿਆ ਉਸ ਦੇ ਉੱਪਰ ਖੜੇ ਹੋ ਕੇ ਆਪਣਾ 100-400 ਲੈਂਸ ਨੂੰ ਮੈਂ ਖਿੱਚ ਕੇ ਲੰਬਾ ਕਰਕੇ 400 ਮਿਲੀਮੀਟਰ ਦੇ ਉੱਤੇ ਇੱਕ ਖਾਈਬਰ ਪਾਸ ਦਰਰਾ ਖਾਈਬਰ ਦਾ ਰੀਜਨ ਮੈਂ ਇੱਕ ਸਰਕਲ ਕੀਤਾ ਹੈ ਜਿੱਥੋਂ ਇਹ ਆਪਣੇ ਆਂਦੇ ਨੇ ਜਿਹੜੇ ਉਹ ਇਨਵੇਜਨਸ ਹੋ ਰਹੇ ਸੀਗੇ।
Okay, now I'm going to give you a strategy on this whole thing. I've given you a lot of information, but एक important एक war strategy और एक expansion strategy ਨੂੰ ਸਮਝੀਏ। ਹੁਣ ਦਰਿਆ ਜਿਹੜਾ ਸਿੰਧ ਹੈਗਾ ਉਹ ਮੈਂ ਰਾਈਟ ਸਾਈਡ ਤੇ ਬਣਾਇਆ ਹੋਇਆ ਹੈ। ਹੁਣ ਗੱਲ ਇਹ ਹੈ, ਤੁਸੀਂ ਅਗਰ ਅਫਗਾਨਿਸਤਾਨ ਕਾਬੁਲ ਤੋਂ ਦੇਖੋ, ਮੇਨਲੀ ਜਿਹੜੇ ਇਨਵੇਜਨ ਦੋਸਤਾਂ, ਮੈਂ ਮਿਚਨੀ ਦਾ ਨਾਂ ਲਿਆ ਸੀਗਾ ਜਿੱਥੋਂ ਪਾਣੀ ਆਂਦਾ ਸੀਗਾ ਜਮਰੋਦ ਦਾ। ਮਿਚਨੀ ਖਾਈਬਰ ਪਾਸ ਦੇ ਉਸ ਪਾਸੇ ਹੈ, ਡਰਨ ਲਾਈਨ ਦੇ ਈਸਟ ਵਿੱਚ ਹੈ। ਉਸ ਨੂੰ ਕ੍ਰਾਸ ਕਰਕੇ ਖਾਈਬਰ ਪਾਸ ਤੋਂ ਬਾਅਦ ਜਮਰੋਦ ਤੋਂ ਬਾਅਦ ਇੱਕ ਜਗ੍ਹਾ ਸੀਗੀ ਜਿਹੜਾ ਹਰੀ ਸਿੰਘ ਦਾ ਏਰੀਆ ਸੀਗਾ, ਬੁਰਜੇ ਹਰੀ ਸਿੰਘ। ਸ਼ਾਇਦ ਇਸ ਵਿੱਚ ਪ੍ਰੈਜੈਂਟੇਸ਼ਨ ਹੋ ਸਕਦਾ ਇੱਕ ਪਿਕਚਰ ਹੋਵੇ ਮੇਰੀ। ਔਰ ਉਸ ਤੋਂ ਬਾਅਦ ਪਿਸ਼ਾਵਰ ਔਰ ਸ਼ਬ ਕਦਰ ਉੱਪਰ ਹੈ ਜਿੱਥੇ ਉਹ ਫੋਰਟ ਵਿੱਚ ਗੇਟਸ ਬਣੇ ਹੋਏ ਨੇ ਦੀਵਾਰ ਦੇ ਨਾਲ, ਜਿਨ੍ਹਾਂ ਨੂੰ ਇੰਪ੍ਰਿਜ਼ਨਮੈਂਟ ਹੋ ਰੱਖੀ ਹੈ। 12 ਫੋਰਟ ਥੱਲੇ ਸੀਗਾ। ਉਸ ਤੋਂ ਬਾਅਦ ਪਿਸ਼ਾਵਰ ਪਹੁੰਚ ਕੇ ਹੁਣ ਦੋ ਰਸਤੇ ਹੁੰਦੇ ਸਨ। ਇੱਕ ਰਸਤਾ ਉੱਪਰ ਚਲਾ ਗਿਆ ਜਿੱਥੋਂ ਤੁਸੀਂ ਕਾਬੁਲ ਦਰਿਆ ਕ੍ਰਾਸ ਕੀਤਾ ਔਰ ਤੁਸੀਂ ਪਹੁੰਚ ਗਏ ਦਾਰਬੰਦ, ਸ਼ੇਰਗੜ੍ਹ ਦੇ ਨੇੜੇ, ਅੰਬ ਦੇ ਨੇੜੇ ਕੋਲ। ਉੱਥੋਂ ਤੁਸੀਂ ਅਗਰ ਇੰਡਸ ਕ੍ਰਾਸ ਕਰ ਰਿਹਾ ਤੇ ਉਸ ਤੋਂ ਬਾਅਦ ਤੁਹਾਨੂੰ ਕੋਈ ਆਬਸਟੀਕਲ ਨਹੀਂ ਹੈ, ਸਿੱਧਾ ਦਾ ਸਿੱਧਾ ਰਸਤਾ ਤੁਹਾਨੂੰ ਕਸ਼ਮੀਰ ਲੈ ਜਾਏਗਾ। ਹੁਣ ਪਿਸ਼ਾਵਰ ਤੋਂ ਅਗਰ ਤੁਸੀਂ ਸਿੱਧਾ ਅਟਕ ਤੱਕ ਆ ਗਏ ਔਰ ਖੈਰਾਬਾਦ ਦਾ ਫੋਰਟ ਹੁਣ ਖਤਮ ਹੋ ਗਿਆ ਹੈ। ਖੈਰਾਬਾਦ ਤੋਂ ਤੁਸੀਂ ਨੌਸ਼ੇਰਾ ਹੋ ਗਿਆ ਜਿੱਥੇ ਕਾਲੀ ਫੂਲਾ ਸਿੰਘ ਦੀ ਸਮਾਧ ਸੀਗੀ, ਪੀਰ ਸਬਾਗ। ਉੱਥੋਂ ਤੁਸੀਂ ਖੈਰਾਬਾਦ ਆਏ, ਖੈਰਾਬਾਦ ਤੋਂ ਤੁਸੀਂ ਕ੍ਰਾਸ ਕੀਤਾ ਅਟਕ ਤੋਂ ਅਗਰ ਤੁਸੀਂ ਇੰਡਸ ਦਰਿਆ ਕ੍ਰਾਸ ਕਰ ਲਿਆ, ਉਸ ਤੋਂ ਬਾਅਦ ਸਿੱਧਾ ਰਸਤਾ ਪੰਜਾਬ ਦੀ 5 ਦਰਿਆ ਨੂੰ ਕ੍ਰਾਸ ਕਰਦੇ ਹੋਏ ਤੁਹਾਨੂੰ ਸਿੱਧਾ ਲੈ ਜਾਏਗਾ ਦਿੱਲੀ, ਲਾਹੌਰ ਦੇ ਥਰੂ। So that's the two routes which the Afghanis were using. And if you see all these ਜਿਹੜੇ ਰੈਡ ਵਿੱਚ ਮੈਂ ਡਰਾ ਕੀਤੇ ਹੋਏ ਨੇ ਡਾਟਸ, ਇਹ ਜਿਹੜੇ ਫੋਰਟ ਸਾਡੀ ਤਾਰੀਖ ਤੇ ਨਜ਼ਰ ਆਉਂਦੇ। ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ, ਸਿਰਫ ਉਹ ਆਪਣੇ ਵੈਸਟ ਆਫ ਇੰਡਸ ਦੇ ਉੱਤੇ 27 ਕਿਲੇ ਸੀਗੇ। ਹੁਣ ਸਾਰਿਆਂ ਨੂੰ ਮੈਂ ਮੈਪ ਨਹੀਂ ਕਰ ਸਕਦਾ ਬਿਕੋਜ਼ ਮੈਨੂੰ ਲੋਕੇਸ਼ਨ ਹੀ ਨਹੀਂ ਪਤਾ, ਬਟ ਜੋ ਲੋਕੇਸ਼ਨਸ ਪਤਾ ਨੇ, ਕਿਉਂਕਿ ਉਹ ਕਿਲੇ ਖਤਮ ਹੋ ਗਏ ਨੇ, ਲੇਕਿਨ ਜੋ ਲੋਕੇਸ਼ਨਸ ਪਤਾ ਨੇ ਉਹਨਾਂ ਨੂੰ ਮੈਪ ਨੂੰ ਅਗਰ ਕੀਤਾ ਜਾਵੇ ਤੇ ਮੈਨੂੰ ਜੋ ਨਜ਼ਰ ਆਉਂਦਾ ਹੈ, ਦੋ ਸਰਕਲਸ ਆਫ ਡਿਫੈਂਸ ਸਟ੍ਰੈਟਜੀ ਸੀਗੀ ਨਾਰਥ ਵੈਸਟ ਫਰੰਟੀਅਰ ਦੀ। ਫਰਸਟ ਲਾਈਨ ਆਫ ਡਿਫੈਂਸ ਜਿਹੜਾ ਸੀਗਾ, ਫਰਸਟ ਸਰਕਲ ਸੀਗਾ, ਅਗਰ ਕੋਈ ਕਾਬੁਲ ਤੋਂ ਆ ਰਿਹਾ ਹੈ ਔਰ ਅਗਰ ਖਾਈਬਰ ਪਾਸ ਨੂੰ ਕ੍ਰਾਸ ਕਰਦਾ ਹੈ ਤੇ ਇਹ ਜਿਹੜੇ ਛੋਟੇ ਕਿਲੇ ਨੇ, ਸਾਰੇ ਛੋਟੇ, ਇਹਨਾਂ ਚੋਂ ਸਿਰਫ ਪਸ਼ਾਵਰ ਦਾ ਕਿਲਾ ਜੋ ਕਿ ਡਿਫਰੈਂਟ ਡਾਇਨੈਸਟੀਜ਼ ਨੇ ਬਣਾਇਆ, ਸਭ ਤੋਂ ਵੱਡਾ ਕਿਲਾ ਬਾਲਾ ਹਿਸਾਰ ਦਾ ਸਿਰਫ ਉਹੀ ਸੀਗਾ। ਬਾਕੀ ਸਾਰੇ ਛੋਟੇ ਕਿਲੇ ਨੇ। ਜਮਰੋਦ ਦਾ ਕਿਲਾ ਛੋਟਾ ਹੈ, ਮਿਚਨੀ ਦਾ ਤੇ ਇੱਕ ਪੋਸਟ ਸੀਗੀ ਸਿਰਫ, ਔਰ 12 ਦਾ ਕਿਲਾ ਇੱਕ ਛੋਟਾ ਦਾ ਕਿਲਾ ਹੈ, ਸ਼ਬ ਕਦਰ ਛੋਟਾ ਕਿਲਾ ਹੈ। ਇਹ ਕਿਲੇ ਸਨ ਫਰਸਟ ਲਾਈਨ ਆਫ ਡਿਫੈਂਸ। ਉਸ ਤੋਂ ਬਾਅਦ ਜਿਹੜਾ ਸੈਕੰਡ ਲਾਈਨ ਆਫ ਡਿਫੈਂਸ ਹੈ, ਇਹ ਪੰਜਾਬ ਦੇ ਨੇ। ਇਹ ਪੰਜਾਬ ਤੇ ਪਹੁੰਚਣ ਤੋਂ ਪਹਿਲਾਂ ਇੰਡਸ ਦਰਿਆ ਦੇ ਲਾਗੇ ਜਿਹੜੇ ਹੋਰ ਕਿਲੇ ਸਨ, ਇਹਨਾਂ 'ਚ ਕੁਝ ਛੋਟੇ ਕੁਝ ਵੱਡੇ, ਕਸ਼ਮੀਰ ਦਾ ਰਸਤਾ ਬਲੌਕ ਕਰਨ ਵਾਸਤੇ ਅਟਕ ਤੱਕ ਪਹੁੰਚ ਕੇ ਤਰਬੇਲਾ, ਸਿਰੀਕੋਟ, ਹਰੀਪੁਰ, ਇਹ ਸਾਰੇ ਰਸਤਿਆਂ ਨੂੰ ਬਲੌਕ ਕਰਦੇ ਹੋਏ ਤਾਂ ਕਿ ਲਾਹੌਰ ਵੀ ਨਾ ਜਾ ਸਕਣ, ਕਸ਼ਮੀਰ ਵੀ ਨਾ ਜਾ ਸਕਣ। ਇਹ ਸੈਕੰਡ ਲਾਈਨ ਆਫ ਡਿਫੈਂਸ ਸੀਗਾ। ਇਸ ਤੋਂ ਬਾਅਦ ਅਗਰ ਤੁਸੀਂ ਸੈਕੰਡ ਲਾਈਨ ਆਫ ਡਿਫੈਂਸ ਵੀ ਕ੍ਰਾਸ ਕਰ ਜਾਂਦੇ ਹੋ, ਫਿਰ ਤੇ ਪੰਜਾਬ ਤੁਹਾਡਾ ਹੈ। ਤੇ ਅਗਰ ਤੁਸੀਂ ਸਟ੍ਰੈਟਜੀ ਦੇਖੋ ਤੇ ਪੰਜਾਬ ਨੂੰ ਪ੍ਰੋਟੈਕਟ ਕਰਨ ਵਾਸਤੇ, ਜੋ ਮੈਂ ਕਹਿਣਾ ਹਿੰਦੁਸਤਾਨ ਨੂੰ ਪ੍ਰੋਟੈਕਟ ਕਰਨ ਵਾਸਤੇ, ਨਾਰਥ ਵੈਸਟ ਫਰੰਟੀਅਰ ਦੇ ਅੰਦਰ ਇੱਕ ਬੜੇ ਛੋਟੇ ਟਾਈਮ ਦੇ ਅੰਦਰ ਜਿਹੜੀ ਸਟ੍ਰੈਟਜੀ ਬਣੀ ਸੀਗੀ, ਫਰਸਟ ਲਾਈਨ ਆਫ ਡਿਫੈਂਸ ਐਂਡ ਸੈਕੰਡ ਲਾਈਨ ਆਫ ਡਿਫੈਂਸ। I'm bringing the presentation to a close now in just another 5 minutes, but ਇਹ ਹੁਣ ਮੈਂ ਸਿਰਫ ਇੱਕ ਸਟੋਰੀ ਨੂੰ ਕੰਪਲੀਟ ਕਰਨ ਵਾਸਤੇ ਦਿਖਾ ਰਿਹਾ ਤੁਹਾਨੂੰ ਕਿ ਹੁਣ ਇਹ ਸਾਰਾ ਨਾਰਥ ਵੈਸਟ ਫਰੰਟੀਅਰ ਦੀ ਸਟ੍ਰੈਟਜੀ ਬਣ ਗਈ। 1834 ਦੇ ਅੰਦਰ ਹੁਣ ਸਟ੍ਰੈਟਜੀ ਸੀਗੀ ਕਿ ਅਸੀਂ ਹੁਣ ਨਾਰਥ ਵੱਲ ਫਰੋਮ ਕਸ਼ਮੀਰ ਤੇ ਆਲਰੇਡੀ ਅੰਡਰ ਹੈ ਕਿ ਅਸੀਂ ਹੁਣ ਚਲੀਏ ਟੂਵਰਡਸ ਲਦਾਖ, ਟੂਵਰਡਸ ਬਲਟਿਸਤਾਨ। ਤੇ ਫਰਸਟ ਕਸ਼ਮੀਰ ਤੋਂ, ਕਿਸ਼ਵਰ ਤੋਂ ਜ਼ੋਰਾਵਰ ਸਿੰਘ ਲੈਡ ਦੀ ਐਕਸਪੈਡੀਸ਼ਨਸ। ਗੁਲਾਬ ਸਿੰਘ ਜਿਹੜਾ ਡੋਗਰਾ ਰਾਜਾ ਮਹਾਰਾਜਾ ਰਣਜੀਤ ਸਿੰਘ ਦੇ ਅੰਡਰ ਡੋਗਰਾ ਸਿਪਾਹ ਸਲਾਰ ਸੀਗਾ, ਕਮਾਂਡਰ ਸੀਗਾ, ਉਹਦੇ ਥੱਲੇ ਜ਼ੋਰਾਵਰ ਸਿੰਘ ਕਮਾਂਡਰ ਸੀਗਾ। ਜ਼ੋਰਾਵਰ ਸਿੰਘ ਲੈਡ ਦੀ ਐਕਸਪੈਡੀਸ਼ਨਸ ਇਨਟੂ ਲਦਾਖ। 1834 ਦੇ ਅੰਦਰ ਲਦਾਖ ਕੈਪਚਰ ਹੁੰਦਾ ਹੈ। ਉਸ ਤੋਂ ਬਾਅਦ 1840 ਦੇ ਅੰਦਰ ਬਲਟਿਸਤਾਨ, ਸਕਰਦੂ ਦਾ ਇਲਾਕਾ ਜੋ ਅੱਜ ਪਾਕਿਸਤਾਨ ਵਿੱਚ ਹੈ, ਉਹ ਕੈਪਚਰ ਹੁੰਦਾ ਹੈ। 1840 ਲਦਾਖ ਵਾਸਤੇ ਜੰਗ ਹੁੰਦੀ ਹੈ, ਲੇਕਿਨ ਸਕਰਦੂ ਵਾਸਤੇ ਕੁਝ ਖਾਸ ਜੰਗ ਨਹੀਂ ਹੁੰਦੀ ਹੈ। ਉਹ ਫੋਰਸ ਜਾਂਦੀ ਹੈ ਔਰ ਉੱਥੇ ਦਾ ਜਿਹੜਾ ਸ਼ੇਰ ਅਲੀ ਸੀਗਾ ਉਹ ਛੱਡ ਕੇ ਚਲਾ ਜਾਂਦਾ ਹੈ। That was the easy conquest. But before I say why this was being done, I want to make a small observation, ਕਿਉਂਕਿ ਅਕਸਰ ਇੰਟਰਨੈਟ ਦੇ ਅੰਦਰ ਅੱਜ ਦਾ ਜਿਹੜਾ ਦੌਰ ਹੈ ਨਾ, ਅਸੀਂ ਰਿਲੀਜਨ ਦੇ ਉੱਤੇ ਇਤਨੇ ਡਿਵਾਈਡਡ ਹੋ ਗਏ ਦੇ ਹੈ ਨਾ ਕਿ ਸਾਨੂੰ ਇਹ ਨਹੀਂ ਸਮਝ ਆਉਂਦਾ ਕਿ
उस जमाने ਦੇ ਲੋਕ ਸ਼ਾਇਦ ਇਤਨੇ ਰਿਲੀਜਨ ਦੇ ਅੰਦਰ ਨਹੀਂ ਸੀਗੇ ਡਿਵਾਈਡਡ ਕਿ ਉਹ ਐਜ਼ ਅ ਰੋਜ਼ੀ ਰੋਟੀ ਵਾਸਤੇ ਸੋਲਜਰਸ ਕੰਮ ਕਰਦੇ ਸਨ, ਰਾਈਟ। ਤੇ ਅੱਜ ਅਗਰ ਤੁਸੀਂ ਜ਼ੋਰਾਵਰ ਸਿੰਘ ਦਾ ਨਾਂ ਅਗਰ ਤੁਸੀਂ ਇੰਟਰਨੈਟ ਤੇ ਲੈ ਲੋਗੇ ਨਾ, ਸਭ ਤੋਂ ਮੈਂ ਇੱਕ ਆਰਟੀਕਲ ਲਿਖਿਆ ਹੋਇਆ, ਮੇਰੀ ਪਰੇ ਫੋਟੋਗ੍ਰਾਫੀ ਬਲੌਗ ਹੁੰਦੀ ਸੀ, ਮੈਨੂੰ ਮੌਕਾ ਮਿਲਿਆ ਇੰਡਸ ਦਰਿਆ ਕੈਲਾਸ਼ ਮਾਨਸਰੋਵਰ ਤੋਂ ਲੈ ਕੇ ਪੂਰਾ ਇੰਡਸ ਰੀਜਨ ਨੂੰ ਅਲੱਗ-ਅਲੱਗ ਏਰੀਆ ਵਿੱਚ ਮੈਂ ਟਰੈਵਲ ਕੀਤਾ ਹੋਇਆ, ਫਰਮ ਅਫਗਾਨਿਸਤਾਨ ਪੂਰਾ ਇੰਡਸ ਬੈਲਟ ਟੂ ਟਿਲ ਬਲੋਚਿਸਤਾਨ, ਸਿੰਧ, in different phases in the last 10 years. I have traveled from Tibet, Baltistan, Kashmir, Leh, Ladakh, entire Pakistan, east and west, and up till Afghanistan, because Afghanistan भी इंडस एरिया ਦਾ ਪੂਰਾ ਇਲਾਕਾ ਤੇ ਮੈਨੂੰ ਤਾਂ ਕਾਫੀ ਮੌਕਾ ਮਿਲਿਆ ਹੈ। ਬਟ ਮੈਂ ਜੋ ਗੱਲ ਕਰਨ ਜਾ ਰਿਹਾ ਕਿ ਇਸ ਫੋਟੋਗ੍ਰਾਫੀ ਬਲੌਗ ਦੇ ਉੱਤੇ ਮੈਂ ਲਿਖਿਆ ਸੀਗਾ ਜ਼ੋਰਾਵਰ ਸਿੰਘ ਦੇ ਉੱਪਰ, ਬਿਕੋਜ਼ ਜਦੋਂ ਮੈਂ ਕਸ਼ਮੀਰ ਗਿਆ ਸੀਗਾ, ਜਿਹੜਾ ਲਾਸਟ ਬੈਟਲ ਉਸਦਾ ਹੁੰਦਾ ਉੱਥੇ 1841 ਦੇ ਅੰਦਰ ਜਿੱਥੇ ਉਹ ਮਾਰਿਆ ਜਾਂਦਾ ਹੈ, ਸੌਰੀ ਤਿੱਬਤ ਦੇ ਅੰਦਰ, ਉਸ ਦੇ ਉੱਪਰ ਮੈਂ ਇੱਕ ਆਰਟੀਕਲ ਲਿਖਿਆ ਸੀਗਾ ਔਰ ਮੈਂ ਉਸਦੇ ਕਮੈਂਟਸ ਪੜ੍ਹਨਾ ਨਾ ਕਦੀ ਕਦੀ ਹਾਸਾ ਆਉਂਦਾ ਹੈ ਕਿ ਹਰ ਵਕਤ ਕੋਈ ਨਾ ਕੋਈ ਅਗਰ ਉਹਨਾਂ ਆਰਟੀਕਲਸ ਨੂੰ ਅਗਰ ਫੇਸਬੁੱਕ ਦੇ ਉੱਤੇ ਵੀ ਕਾਫੀ, ਇਹ ਅੱਜ ਤੋਂ 10 ਸਾਲ ਪਹਿਲਾਂ ਮੈਂ ਲਿਖਿਆ ਸੀਗਾ, ਫੇਸਬੁੱਕ ਦੇ ਉੱਤੇ ਵੀ ਅਗਰ ਕੋਈ ਆਰਟੀਕਲ ਜ਼ੋਰਾਵਰ ਸਿੰਘ ਦਾ ਨਾਮ ਲਿਖ ਦੇਵੇ ਨਾ, ਸਭ ਤੋਂ ਪਹਿਲਾਂ ਕੀ ਹੋਏਗਾ, ਹਿੰਦੂਸ ਕਹਿਣਾ ਸ਼ੁਰੂ ਕਰ ਦੇਣਗੇ ਹੀ ਵਾਜ਼ ਅ ਹਿੰਦੂ, ਹੀ ਵਾਜ਼ ਅ ਡੋਗਰਾ। ਸਿੱਖ ਕਹਿਣਾ ਸ਼ੁਰੂ ਕਰ ਦੇਣਗੇ नो ही वाज अ सिख। मैं कहता ਤੁਸੀਂ ਲੜ ਕਿਸ ਕਰਕੇ ਰਹੇ ਹੋ, किस करके लड़ रहे हो, तुझे समझ नहीं आ रहा। जोरावर सिंह वाज एन एम्प्लॉय ऑफ द लाहौर दरबार, ਉਹਨੂੰ ਪੈਸੇ ਮਿਲ ਰਹੇ ਸਨ ਲਾਹੌਰ ਦਰਬਾਰ ਤੋਂ। ਇਟ ਡਸ ਨਾਟ ਮੈਟਰ ਉਹਦਾ ਫੇਥ ਕੀ ਸੀਗਾ। ਮੈਂ ਇੱਕ ਐਜ਼ ਅ ਸਿੱਖ ਅਮਰੀਕਨ ਐਕਸਪ੍ਰੈਸ ਵਿੱਚ ਕੰਮ ਕਰਦਾ ਸੀਗਾ ਤੇ ਮੇਰੀ ਤਨਖਾਹ ਚੈੱਕ ਆਂਦੀ ਸੀਗੀ ਅਮਰੀਕਨ ਐਕਸਪ੍ਰੈਸ ਕਾਰਪੋਰੇਸ਼ਨ ਤੋਂ। ਮੈਂ ਚਾਹੇ ਸਿੱਖ ਹੋਵਾਂ, ਚਾਹੇ ਹਿੰਦੂ ਹੋਵਾਂ, ਚਾਹੇ ਮੁਸਲਮਾਨ ਹੋਵਾਂ, ਚਾਹੇ ਜੂ ਹੋਵਾਂ, ਚਾਹੇ ਕ੍ਰਿਸਚਨ ਹੋਵਾਂ, ਉਹਦਾ ਮੇਰੇ ਅਮਰੀਕਨ ਐਕਸਪ੍ਰੈਸ ਦੀ ਇੰਟਰਸਟ ਵਾਸਤੇ ਕੰਮ ਕਰਨ ਨਾਲ ਕੀ ਲੈਣਾ ਦੇਣਾ। ਐਂਡ ਦਿਸ ਇਜ਼ ਵੇਅਰ ਵੀ ਮਿਸ ਇਟ। ਜਦੋਂ ਜ਼ੋਰਾਵਰ ਸਿੰਘ ਲੇਹ ਤੋਂ ਚੱਲਦਾ ਹੈ ਔਰ ਤਿੱਬਤ ਵੱਲ ਜਾਂਦਾ ਹੈ, ਅਕਸਰ ਅਗਰ ਤੁਸੀਂ ਦੇਖੋ ਤੇ ਸਟ੍ਰੈਟਜੀ ਸ਼ਾਇਦ ਇਹ ਲਿਖਿਆ ਨਹੀਂ ਹੈ, ਇੱਕ ਦੋ ਜਗ੍ਹਾ ਜ਼ਿਕਰ ਆਂਦਾ ਹੈ ਉਮਦਤ ਤਾਰੀਖ ਦੇ ਅੰਦਰ ਕਿ ਸ਼ਾਇਦ ਦਾ ਸਟ੍ਰੈਟਜੀ ਵਾਸ, ਕਿਉਂਕਿ ਉਹ ਕੋਸ਼ਿਸ਼ ਕਰ ਰਹੇ ਸਨ ਕਿ ਨੇਪਾਲ ਦੇ ਨਾਲ ਅਸੀਂ ਬ੍ਰਿਟਿਸ਼ ਦੇ ਕੋਲ ਤੇ ਜਾ ਨਹੀਂ ਸਕਦੇ, ਸਤਲਜ ਦੇ ਲਾਗੇ ਅਸੀਂ ਟ੍ਰੀਟੀ ਸਾਈਨ ਕਰ ਲਈ ਹੈ ਔਰ ਫੁਲਕੀਆਨ ਸਟੇਟ ਔਰ ਪੂਰੇ ਏਰੀਆ ਦੇ ਅੰਦਰ ਬ੍ਰਿਟਿਸ਼ ਫੋਰਸਿਸ ਤੇ ਪੂਰੀ ਜਲੰਧਰ ਵਗੈਰਾ ਦੇ ਅੰਦਰ ਪੂਰੀ ਬੈਠੀ ਹੋਈਆਂ ਸੀਗੀਆਂ, ਲੁਧਿਆਣਾ ਦੇ ਅੰਦਰ। ਉਸ ਪਾਸੇ ਅਸੀਂ ਜਾ ਨਹੀਂ ਸਕਦੇ, ਟ੍ਰੀਟੀ ਬ੍ਰੇਕ ਨਹੀਂ ਕਰ ਸਕਦੇ। ਬਟ ਅਗਰ ਨੇਪਾਲ ਤੱਕ ਅਸੀਂ ਜਾਈਏ ਔਰ ਨੇਪਾਲ ਦੇ ਰਾਜਾ ਦੇ ਨਾਲ ਬਲਭਦਰ ਕੁੰਵਰ ਨੇ ਗੋਰਖਾ ਸੋਲਜਰਸ ਨੂੰ ਇੰਟਰੋਡਿਊਸ ਕਰ ਦਿੱਤਾ ਸੀਗਾ, ਤੇ ਅਸੀਂ ਅਗਰ ਨੇਪਾਲ ਤੱਕ ਜਾਈਏ, ਕਿਸ ਤਰ੍ਹਾਂ ਜਾਈਏ? ਇੰਡੀਆ ਵੱਲ ਤਾਂ ਜਾ ਨਹੀਂ ਸਕਦੇ ਅਸੀਂ। ਜਿਹੜਾ ਇੰਡੀਆ ਦਾ ਪੰਜਾਬ ਦਾ ਇਲਾਕਾ ਇਸ ਪਾਸੇ ਉਹ ਤੇ ਬ੍ਰਿਟਿਸ਼ ਦੇ ਅੰਦਰ ਹੈ। ਤੇ ਵਾਟ ਇਫ ਵੀ ਗੋ ਟੂ ਦ ਹਾਈ ਆਲਟੀਟਿਊਡ ਔਰ ਅਸੀਂ ਤਿੱਬਤ ਵੱਲੋਂ ਅਸੀਂ ਅਗਰ ਨੇਪਾਲ ਦੇ ਨਾਲ ਕੰਟੈਕਟ ਕਰੀਏ ਤੇ ਮੇਬੀ ਦ ਟੂ ਐਮਪਾਇਰਸ ਕੈਨ ਕੰਬਾਈਨ ਟੂਗੇਦਰ। ਸ਼ਾਇਦ ਸਟ੍ਰੈਟਜੀ ਐਸੀ ਦਾ ਹਲਕਾ ਹਲਕਾ ਜ਼ਿਕਰ ਵੀ ਆਉਂਦਾ ਹੈ ਕਿਧਰੇ। ਤੇ ਜਦੋਂ 1841 ਦੇ ਅੰਦਰ ਤਕਲਾਕੋਟ ਮਾਨਸਰੋਵਰ ਦੇ ਕੋਲ ਕੈਲਾਸ਼ ਪਰਬਤ ਦੇ ਕੋਲ ਲਾਸਟ ਜੰਗ ਹੁੰਦੀ ਹੈ, ਉੱਥੇ ਜ਼ੋਰਾਵਰ ਸਿੰਘ ਉਸ ਜੰਗ ਦੇ ਅੰਦਰ ਮਾਰਿਆ ਜਾਂਦਾ ਹੈ ਐਂਡ ਦ ਹਿਸਟਰੀ ਚੇਂਜਸ। ਬਟ ਦ ਪੁਆਇੰਟ ਆਈ ਵਾਂਟ ਟੂ ਸੇ ਟੂ ਦ ਪੀਪਲ ਹੂ ਫਾਈਟ ਇਨ ਦ ਨੇਮ ਆਫ ਰਿਲੀਜਨ ਫॉर ਜ਼ੋਰਾਵਰ ਸਿੰਘ, ਕਦੀ ਇਹ ਵੀ ਸੋਚ ਲਓ ਕਿ ਜ਼ੋਰਾਵਰ ਸਿੰਘ ਦੀ ਜਿਹੜੀ ਫੋਰਸ ਗਈ ਸੀਗੀ 21,000 ਫੀਟ ਦੇ ਉੱਤੇ ਜਿਹਨੇ ਜੰਗ ਲੜੀ ਸੀਗੀ, ਉਸ ਫੋਰਸ ਦੇ ਅੰਦਰ 3 ਬਟਾਲੀਅਨ ਸੀਗੀਆਂ। ਉਸ ਬਟਾਲੀਅਨ ਤਿੰਨਾਂ ਵਿੱਚੋਂ ਬਸਤੀ ਰਾਮ ਨੂੰ ਤਾਂ ਕੋਈ ਹਿਸਟੋਰੀਅਨ ਜਾਣਦਾ ਹੋਏਗਾ, ਬਿਕੋਜ਼ ਬਸਤੀ ਰਾਮ ਬਚ ਗਿਆ, ਉਹ ਫਿਰ ਇੰਡੀਆ ਦੇ ਥਰੂ ਲੁਧਿਆਣੇ ਪਹੁੰਚ ਗਿਆ, ਜ਼ੋਰਾਵਰ ਸਿੰਘ ਮਾਰਿਆ ਗਿਆ। ਗੁਲਾਮ ਰਸੂਲ ਬੇਗ ਜਿਹੜਾ ਇੱਕ ਮੁਸਲਮਾਨ ਸੀਗਾ, ਜੋ ਵੀ ਗਿਆ ਸੀਗਾ ਆਪਣੀ ਫੌਜ ਦੇ ਕਮਾਂਡ ਨੂੰ ਲੈ ਕੇ, ਉਹ ਵੀ ਤਾਂ ਲੜ ਰਿਹਾ ਸੀਗਾ ਨਾ ਲਾਹੌਰ ਦਰਬਾਰ ਵਾਸਤੇ। ਉਹ ਕਿਉਂਕਿ ਮੁਸਲਮਾਨ ਹੈ ਤੇ ਤੁਸੀਂ ਉਸ ਨੂੰ ਆਪਣੀ ਹਿਸਟਰੀ ਤੋਂ ਇੱਕਦਮ ਵਾਈਪ ਆਊਟ ਕਰ ਦਿੱਤਾ। ਔਰ ਅੱਜ ਤੁਸੀਂ ਲੜ ਰਹੇ ਹੋ ਕਿ ਜ਼ੋਰਾਵਰ ਸਿੰਘ ਦਾ ਕੀ ਫੇਥ ਸੀਗਾ। What do you fight about? It was a secular kingdom where all the people they were not fighting for their faith. Let's be very clear. So bottom line, northwards expansion was a failed strategy. 1841 ਦੇ ਅੰਦਰ ਤਕਲਾਕੋਟ ਦੇ ਅੰਦਰ ਜ਼ੋਰਾਵਰ ਸਿੰਘ dies. ਉਸ ਤੋਂ ਬਾਅਦ ਲਦਾਖੀਆਂ ਦਾ pushback ਹੁੰਦਾ ਹੈ and then the British period starts. The history changes very rapidly between 1841 to 1849. ਲਦਾਖ ਦਾ ਇੱਕ ਕਿਲਾ ਜ਼ੋਰਾਵਰ ਸਿੰਘ ਨੇ ਜਿਹੜਾ ਬਣਾਇਆ ਸੀਗਾ 1834 ਦੇ ਅੰਦਰ। ਬਲਟਿਸਤਾਨ ਜਿਹੜਾ ਮੈਂ ਦਿਖਾ ਰਿਹਾ ਸਕਰਦੂ, ਜੋ ਮੈਂ ਪਹਿਲੇ ਕਹਿ ਰਿਹਾ ਸੀਗਾ ਕਿ ਇਟ ਵਾਸ ਐਨ ਏਰੀਆ ਦੈਟ ਵਾਸ ਵਨ ਵਿਦਆਊਟ ਮਚ ਆਫ ਅ ਬੈਟਲ, ਉਹ ਏਰੀਆ ਅਸੀਂ ਅਗਰ ਦੇਖੀਏ ਸਕਰਦੂ ਦਾ ਖਰਪੋਚੋ ਫੋਰਟ ਜਿਹੜਾ ਹੈਗਾ ਸ਼ੇਰ ਅਲੀ ਖਾਨ ਇਸ ਤੇ ਉੱਤੇ ਰੂਲ ਕਰਦਾ ਸੀਗਾ। ਜਦੋਂ ਜ਼ੋਰਾਵਰ ਸਿੰਘ ਦੀ ਫੋਰਸਿਸ ਉੱਥੇ ਪਹੁੰਚੀਆਂ ਤੇ ਉਸਨੇ ਫੋਰਟ ਇਮੀਡੀਏਟਲੀ ਖਾਲੀ ਕਰ ਦਿੱਤਾ ਓਵਰਨਾਈਟ।
ਉਹਦੇ ਕਰਕੇ 1840 ਦੇ ਅੰਦਰ ਬਲਟਿਸਤਾਨ ਜੋ ਅੱਜ ਪਾਕਿਸਤਾਨ ਦਾ ਇਲਾਕਾ ਹੈ, ਸਕਰਦੂ ਦਾ ਇਲਾਕਾ, became a part of ਖਾਲਸਾ ਸਰਕਾਰ। ਮੈਨੂੰ ਮੌਕਾ ਮਿਲਿਆ ਹੈ ਐਕਚੁਅਲੀ ਖਾਲਸਾ, ਇਹ ਉਰਦੂ ਵਿੱਚ ਲਿਖਿਆ ਹੈ ਖਾਲਸਾ ਸਰਕਾਰ। ਖਾਲਸਾ ਸਰਕਾਰ ਦਾ ਜਿਹੜਾ ਡਾਕੂਮੈਂਟਸ ਜਿਹੜੇ ਸਕਰਦੂ ਦੇ ਅੰਦਰ ਅੱਜ ਵੀ ਲੈਂਡ ਰਿਕਾਰਡਸ ਡਿਪਾਰਟਮੈਂਟ ਦੇ ਅੰਦਰ ਪਏ ਹੋਏ ਨੇ, ਮੈਨੂੰ ਮੌਕਾ ਮਿਲਿਆ ਹੈ, ਮੈਂ ਉਹਦੀ ਕੁਝ ਪਿਕਚਰਾਂ ਆਪਣੀ ਸੈਕੰਡ ਬੁੱਕ ਦੇ ਅੰਦਰ ਦਿਖਾਈਆਂ ਵੀ ਹਨ। ਮੈਨੂੰ ਮੌਕਾ ਮਿਲਿਆ ਹੈ, ਮੈਂ ਉਸਦੀ ਵੀਡੀਓਗ੍ਰਾਫੀ ਨਹੀਂ ਕਰ ਸਕਿਆ ਸੀਗਾ, ਲੇਕਿਨ ਮੈਂ ਪਿਕਚਰਾਂ ਕੁਝ ਫੋਟੋਆਂ ਦਿਖਾਈਆਂ ਨੇ। ਇਹ ਉਸ ਵਿੱਚ ਮੈਂ ਥੋੜਾ ਦਿਖਾ ਰਿਹਾ ਕਿ ਜਿਹੜਾ ਲੈਂਡਸ ਵਿਚ ਵਰ ਅੰਡਰ ਦੀ ਓਨਰਸ਼ਿਪ ਆਫ ਖਾਲਸਾ ਸਰਕਾਰ ਇਨ ਦ ਮੇਨ ਸਕਰਦੂ ਏਰੀਆ, ਅੱਜ ਵੀ ਉਸਨੂੰ ਲੈਂਡ ਰਿਕਾਰਡਸ ਦੇ ਅੰਦਰ ਉਹਦਾ ਓਨਰਸ਼ਿਪ ਖਾਲਸਾ ਸਰਕਾਰ ਹੈ ਔਰ ਲਿਖਿਆ ਵੀ ਹੋਇਆ ਹੈ, ਰਾਈਟ। ਉਹ ਗੱਲ ਜ਼ਰੂਰ, ਹਿਸਟਰੀਜ਼ ਹੈਵ ਚੇਂਜ, ਟਾਈਮ ਹੈਵ ਚੇਂਜ, ਖਾਲਸਾ ਸਰਕਾਰ ਤੇ ਖਤਮ ਹੋ ਗਈ, ਲੇਕਿਨ ਲੈਂਡ ਰਿਕਾਰਡਸ ਦੇ ਅੰਦਰ ਨਾਂ ਲਿਖਿਆ ਹੋਇਆ ਹੈ, ਤੇ ਉਹ ਮੈਂ ਦਿਖਾ ਰਿਹਾ ਉੱਪਰ। ਐਂਡ ਫਾਈਨਲੀ ਦ ਸਨ ਸੈਟਸ ਇਨ 1849, ਦ ਬ੍ਰਿਟਿਸ਼ ਟੇਕ ਓਵਰ ਲਾਹੌਰ ਦਰਬਾਰ। ਉਹ ਦੂਜਾ ਚੈਪਟਰ ਹੈ ਕਿ ਕਿਸ ਤਰ੍ਹਾਂ ਖਤਮ ਹੁੰਦਾ ਹੈ, ਕੀ ਹੁੰਦਾ ਹੈ, ਉਸ ਤੋਂ ਬਾਅਦ ਕਸ਼ਮੀਰ ਦਾ ਕੀ ਹੁੰਦਾ ਹੈ। ਇਟਸ ਅ ਡਿਫਰੈਂਟ ਚੈਪਟਰ ਆਲ ਟੂਗੇਦਰ, ਬਟ ਸੌਰੀ ਆਈ ਹੈਵ ਟੇਕਨ ਅ ਲੋਟ ਆਫ ਟਾਈਮ। ਲਖਵੀਰ ਜੀ 1 ਘੰਟੇ ਦਾ ਸੈਸ਼ਨ ਸੀਗਾ, ਸੌਰੀ ਮੈਂ 1.5 ਘੰਟੇ ਦੀ ਪ੍ਰੈਜੈਂਟੇਸ਼ਨ ਦੇ ਦਿੱਤੀ ਹੈ, ਮਾਈ ਅਪੋਲੋਜੀਜ਼। ਸੋ ਮੈਂ ਸਕਰੀਨ ਸਟਾਪ ਕਰ ਰਿਹਾ ਇੱਥੋਂ। ਅਮਰਦੀਪ ਜੀ ਸਿੰਘ ਜੀ, ਬੜੀ ਹੀ ਖੂਬਸੂਰਤ ਤੇ ਵਿਸਤਾਰ ਤਰੀਕੇ ਦੇ ਨਾਲ ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਖਾਸ ਤੌਰ ਤੇ ਜਿਹੜੇ ਅਣਛੋਹੇ ਪਹਿਲੂ ਨੇ, ਜਿਹੜੇ ਕਿਲਿਆਂ ਦੇ ਬਾਰੇ, ਜਿਨ੍ਹਾਂ ਬਾਰੇ ਗੱਲਬਾਤ ਨਹੀਂ ਹੁੰਦੀ, ਬਹੁਤ ਕੁਝ ਅਣਕਿਹਾ ਪਿਆ, ਜਿਹਦੇ ਬਾਰੇ ਸਾਡੀ ਨਵੀਂ ਜਨਰੇਸ਼ਨ ਨੂੰ, ਖਾਸ ਤੌਰ ਤੇ ਮੈਂ ਵੀ ਜੇ ਤੁਹਾਡੇ ਅੱਜ ਦੇ ਲੈਕਚਰ ਨੂੰ ਸਾਰੇ ਨੂੰ ਸੁਣ ਰਿਹਾ ਸੀ ਤਾਂ ਮੈਨੂੰ ਵੀ ਇਹਨਾਂ ਪਹਿਲੂਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਿੰਨੀ ਮਿਹਨਤ ਦੇ ਨਾਲ, ਜਿੰਨੀ ਮੁਸ਼ੱਕਤ ਦੇ ਨਾਲ ਤੇ ਜਿੰਨੀ ਡੈਡੀਕੇਸ਼ਨ ਦੇ ਨਾਲ ਤੁਸੀਂ ਕੰਮ ਕੀਤਾ, ਤੇ ਉਸ ਤੋਂ ਵੀ ਜ਼ਿਆਦਾ ਮਿਹਨਤ ਦੇ ਨਾਲ ਤੁਸੀਂ ਅੱਜ ਦੇ ਲੈਕਚਰ ਦੇ ਰਾਹੀਂ ਸਾਨੂੰ ਉਹਨਾਂ ਕਿਲਿਆਂ ਦੇ ਬਾਰੇ ਜਾਣਕਾਰੀ ਦਿੱਤੀ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸ਼ੁਕਰੀਆ ਕਿ ਤੁਸੀਂ ਇਸ ਪ੍ਰੈਜੈਂਟੇਸ਼ਨ ਦੇ ਰਾਹੀਂ ਸਾਨੂੰ ਖਾਸ ਤੌਰ ਤੇ ਉਸ ਏਰੀਏ ਦੇ ਵਿੱਚ ਜਿੱਥੇ ਅਸੀਂ ਬਹੁਤ ਘੱਟ ਲੋਕ ਜਾ ਪਾਉਣੇ ਆ, ਜਿੱਥੇ ਸਾਡੀ ਐਕਸੈਸ ਹੈ ਨਹੀਂ, ਅਸੀਂ ਜਿੱਥੇ ਜਾ ਨਹੀਂ ਸਕਦੇ, ਉੱਥੇ ਜਾ ਕੇ ਤੁਸੀਂ ਇਹਨਾਂ ਥਾਵਾਂ ਨੂੰ, ਹਿਸਟੋਰੀਕਲ ਜਿਹੜੀਆਂ ਥਾਵਾਂ ਹੈਗੀਆਂ ਨੇ, ਉਹਨਾਂ ਨੂੰ ਜਾ ਕੇ ਵਿਜ਼ਿਟ ਕੀਤਾ, ਉਹਨਾਂ ਬਾਰੇ ਜਾਣਕਾਰੀ ਲਈ, ਉਹਨਾਂ ਦੀ ਡਾਕੂਮੈਂਟੇਸ਼ਨ ਕੀਤੀ, ਤੇ ਤੁਸੀਂ ਅੱਜ ਸਾਡੇ ਨਾਲ ਉਹਨਾਂ ਚੀਜ਼ ਬਾਰੇ ਜਿਹੜੀ ਗੱਲਬਾਤ ਸਾਂਝੀ ਕੀਤੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਮੰਚ ਦੇ ਉੱਤੋਂ ਆਪਣੀ ਇੰਨੀ ਖੂਬਸੂਰਤ ਤਰੀਕੇ ਦੇ ਨਾਲ ਜਿਹੜੀ ਸਾਡੀ ਇਹ ਹਿਸਟੋਰੀਕਲ ਸਾਈਟਸ, ਜਿਹੜੇ ਕਿਲੇ ਨੇ ਜਾਂ ਉਸ ਦੇ ਨਾਲ ਸੰਬੰਧਿਤ ਇਤਿਹਾਸ ਹੈ, ਉਹਦੇ ਨਾਲ ਸਾਨੂੰ ਜਾਣਕਾਰੀ ਦਿੱਤੀ। ਖਾਸ ਤੌਰ ਤੇ ਮੈਂ ਤੁਹਾਡੀ ਇਹ ਗੱਲ ਜ਼ਰੂਰ ਕਰਨੀ ਚਾਹਾਂਗਾ, ਜਿਹੜੀ ਤੁਸੀਂ ਇਤਿਹਾਸ ਦੇ ਹਵਾਲੇ ਦੇ ਨਾਲ ਕਿ ਧਰਮ ਨੂੰ ਕੇਂਦਰ ਦੇ ਵਿੱਚ ਰੱਖ ਕੇ ਅਸੀਂ ਚੀਜ਼ਾਂ ਨੂੰ ਦੇਖਦੇ ਹਾਂ, ਇਹ ਤੋਂ ਸਾਨੂੰ ਪਾਰ ਪਾਉਣ ਦੀ ਲੋੜ ਹੈ। ਅਸੀਂ ਹਿਸਟਰੀ ਨੂੰ ਇਹ ਤੋਂ ਵੱਖਰੇ ਤਰੀਕੇ ਦੇ ਨਾਲ ਦੇਖਣ ਦੀ ਲੋੜ ਆ। ਉਸ ਸਮੇਂ ਦੀਆਂ ਜਿਹੜੀਆਂ ਪਰਿਸਥਿਤੀਆਂ ਨੇ, ਉਸ ਸਮੇਂ ਦੇ ਜਿਹੜੇ ਲੋਕ ਨੇ, ਜਿਹੜੇ ਰਾਜ ਕਰ ਰਹੇ ਨੇ, ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਸਾਨੂੰ ਹਿਸਟਰੀ ਦੇਖਣ ਦੀ ਲੋੜ ਹੈਗੀ ਹੈ। ਬੜੀ ਹੀ ਖੂਬਸੂਰਤ ਤਰੀਕੇ ਦੇ ਨਾਲ ਤੁਸੀਂ ਇਸ ਇਤਿਹਾਸ ਨੂੰ ਜੇ ਇਸ ਐਂਗਲ ਤੋਂ ਅਸੀਂ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਕਈ ਚੀਜ਼ਾਂ ਬਦਲ ਸਕਦੀਆਂ ਨੇ। ਅੱਜ ਦੇ ਸਮੇਂ ਦੇ ਵਿੱਚ ਜਿਹੜੇ ਰੌਲੇ ਪੈ ਰਹੇ ਨੇ, ਜਿਹੜੇ ਪਾਏ ਜਾ ਰਹੇ ਨੇ, ਉਹ ਤੋਂ ਅਸੀਂ ਪਾਰ ਪਾ ਸਕਦੇ ਹਾਂ। ਤਾਂ ਸਵਾਲ ਸਾਨੂੰ ਕੋਈ ਨਹੀਂ ਆਇਆ ਜੀ। ਮੈਂ ਤੁਹਾਡੇ ਕੋਲੋਂ ਇੱਕ ਜਾਣਕਾਰੀ ਲੈਣੀ ਚਾਹਾਂਗਾ ਕਿ ਅਮਰਦੀਪ ਸਿੰਘ ਜੀ, ਤੁਸੀਂ ਲਖਵੀਰ ਜੀ ਅਗਰ ਸਵਾਲ ਨਹੀਂ ਆਇਆ ਜਾਂ ਤੇ ਫਿਰ ਮੈਂ ਆਪਣੇ ਆਪ ਨਾਲ ਗੱਲ ਕਰ ਰਿਹਾ ਸੀਗਾ, ਜਾਂ ਤੇ ਕਿਸੇ ਦੇ ਪੱਲੇ ਨਹੀਂ ਪਈ ਪ੍ਰੈਜੈਂਟੇਸ਼ਨ। ਤੁਸੀਂ ਕਮੈਂਟ ਦੇ ਨਹੀਂ ਇਸ ਤਰ੍ਹਾਂ ਦੀ ਨਹੀਂ, ਮੈਨੂੰ ਲੱਗਦਾ ਕਿ ਤੁਸੀਂ ਕੋਈ ਸਵਾਲ ਛੱਡੇ ਹੀ ਨਹੀਂ। ਪਰ ਮੈਂ ਆਪਦੇ ਵੱਲੋਂ ਤੁਹਾਨੂੰ ਸਵਾਲ ਕਰਨਾ ਚਾਹਾਂਗਾ ਕਿ ਜਦੋਂ ਤੁਸੀਂ ਇਹ ਸਾਈਟਸ ਦੇਖ ਰਹੇ ਸੀ, ਇਹਨਾਂ ਸਾਈਟਸ ਨੂੰ ਵਾਚ ਰਹੇ ਸੀ, ਇਹਨਾਂ ਸਾਈਟਸ ਦੇ ਰਾਹੀਂ ਇਤਿਹਾਸ ਨੂੰ ਦੇਖ ਰਹੇ ਸੀ, ਤੇ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਸਾਈਟਸ ਬਾਰੇ ਉਧਰਲੇ ਪਾਸੇ ਜਾਂ ਤੁਸੀਂ ਇੱਧਰ ਲਦਾਖ ਦੇ ਸਾਈਡ ਦੇਖਿਆ, ਲੋਕਾਂ ਦਾ ਕਿੰਨਾ ਕੁ ਜ਼ਿਆਦਾ ਖਿੱਚ ਹੈਗੀ ਆ ਇਤਿਹਾਸ ਦੇ ਪ੍ਰਤੀ, ਕਿੰਨਾ ਕੁ ਜ਼ਿਆਦਾ ਲਗਾਅ, ਜਾਂ ਉਹ ਇਹਨਾਂ ਚੀਜ਼ਾਂ ਨੂੰ ਸਾਂਭਣ ਦੇ ਪ੍ਰਤੀ, ਇਹਨਾਂ ਚੀਜ਼ਾਂ ਨੂੰ ਆਉਣ ਵਾਲੀ ਜਨਰੇਸ਼ਨ ਤੱਕ ਪਹੁੰਚਾਉਣ ਦੇ ਲਈ ਕਿੰਨਾ ਕੁ ਜ਼ਿਆਦਾ ਚੇਤਨ ਨੇ? ਇਹ ਤੁਸੀਂ ਗੱਲ ਦੇਖੀ? ਦੇਖੋ ਜੀ, ਆਮ ਤੇ ਬੰਦਾ ਜਿਹੜਾ ਹੈ ਨਾ, ਉਹ ਤੇ ਰੋਜ਼ੀ ਰੋਟੀ ਵਿੱਚ ਮਰਿਆ ਹੋਇਆ ਹੈ, ਗਰੀਬੀ ਦੇ ਅੰਦਰ, ਰੋਜ਼ੀ ਰੋਟੀ ਦੇ ਅੰਦਰ ਮਰਿਆ ਹੋਇਆ ਹੈ। ਇਹਨਾਂ ਇਲਾਕਿਆਂ ਦੇ ਹੁਣ ਸ਼ੇਰਗੜ੍ਹ ਚਲੇ ਜਾਓ, ਹੁਣ ਤੁਸੀਂ ਸ਼ਬਕਦਰ ਚਲੇ ਜਾਓ, ਤੇ ਗੱਲ ਇਹ ਹੈ ਕਿ ਜਿਹੜੀ ਇਮਾਰਤਾਂ ਖੜੀਆਂ ਨੇ, ਜਿਹੜੀ ਬਚੀਆਂ ਹੋਈਆਂ ਨੇ, ਇਹਨਾਂ ਦੇ ਅੰਦਰ ਐਕਸੈਸ ਮਿਲਣਾ ਬੜਾ ਮੁਸ਼ਕਿਲ ਹੈ। ਸਪਿਰਿਚੁਅਲ ਸਾਈਟਸ ਦੇ ਅੰਦਰ ਫਿਰ ਵੀ ਤੁਹਾਨੂੰ ਮਿਲ ਜਾਏਗਾ ਕਿ ਉਹ ਖੰਡਰਾਤ ਖੜੇ ਹੋਏ ਨੇ। ਤੁਸੀਂ ਅਗਰ ਥੋੜਾ ਕਿਸੇ ਤਰੀਕੇ ਨਾਲ ਉਹਨਾਂ ਇਲਾਕਿਆਂ 'ਚ ਜਿਹੜੀ ਇਸਟੈਬਲਿਸ਼ਮੈਂਟ ਦੀ ਬੈਰੀਅਰਸ ਹੁੰਦੀਆਂ ਨੇ ਨਾ, ਤੁਸੀਂ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਜਾਣਾ ਹੈ, ਜਾਓ, ਤੁਸੀਂ ਉਹ ਪੱਖ ਚੀਜ਼ ਤੁਸੀਂ ਦੇਖ ਕੇ ਅਗਰ ਖੁਸ਼ ਹੋ ਕੇ ਆਉਣਾ ਹੈ ਤੇ ਉਹ ਅਲੱਗ ਚੀਜ਼ ਹੈ। ਇਹਨਾਂ ਇਲਾਕਿਆਂ ਜਾਣ ਤੇ ਜੋਖਿਮ ਲੈਣ ਵਾਲੀ ਗੱਲ ਹੈ। ਮੈਂ ਸਹੀ ਗੱਲ ਦੱਸਾਂ, ਕੋਈ ਰਿਸਰਚ, ਮੈਂ ਤੇ ਆਪਣੀ ਕਿਤਾਬਾਂ ਕੋਈ ਕਿਤਾਬਾਂ ਪੜ੍ਹ ਵੀ ਰਿਹਾ ਨਾ, ਤੁਹਾਨੂੰ ਮੇਰੇ ਬਾਰੇ 'ਚ ਕੁਛ ਨਹੀਂ ਮਿਲੇਗਾ ਇਹਦੇ ਅੰਦਰ, ਮੈਂ ਕੀ ਕਰ ਰਿਹਾ।
ਕਿਉਂਕਿ ਆਈ ਐਮ ਟੈਲਿੰਗ ਦ ਸਟੋਰੀ ਫॉर द ਕਮਿਊਨਿਟੀ। ਜੋ ਸਾਡੇ ਨਾਲ ਹੋ ਰਹੀ ਹੈ ਉਹ ਤੇ ਆਪ ਬੀਤੀ ਹੈ ਨਾ। ਹੁਣ ਜਿਹੜੀ ਐਲੀਗਰੀ ਟੈਪਿਸਟਰੀ ਆਫ ਗੁਰੂ ਨਾਨਕ ਟ੍ਰੈਵਲ ਨਿਕਲਣ ਜਾ ਰਹੀ ਹੈ, ਉਹਦੇ ਅੰਦਰ ਵੀ ਅਸੀਂ ਆਪਣੇ ਆਪ ਨੂੰ ਪਿੱਛੇ ਰੱਖਿਆ ਹੋਇਆ ਹੈ, ਕਿਉਂਕਿ ਅਸੀਂ ਗੁਰੂ ਨਾਨਕ ਦੀ ਗੱਲ ਕਰ ਰਹੇ ਹਾਂ, ਰਾਈਟ। ਤੇ ਲੇਕਿਨ ਤੁਸੀਂ ਅਫਗਾਨਿਸਤਾਨ ਦੇ ਅੰਦਰ ਵੜਨਾ, ਇਰਾਕ ਦੇ ਅੰਦਰ ਵੜਨਾ, ਤੁਸੀਂ ਤਿੱਬਤ ਦੇ ਅੰਦਰ ਵੜਨਾ, ਇਹ ਬੜੀ ਜੋਖਮ ਵਾਲੀ ਗੱਲ ਹੈ। ਗੱਲ ਇਹ, ਮੈਂ ਤੁਸੀਂ ਤੁਹਾਡਾ ਸਵਾਲ ਕੁਝ ਹੋਰ ਸੀਗਾ, ਗੱਲ ਇਹ ਹੈ ਕਿ ਪ੍ਰੋਬਲਮ ਆਉਂਦੀ ਹੈ ਜਗ੍ਹਾਵਾਂ ਦੇ ਅੰਦਰ ਜਾਣ ਦੀ ਅੱਜ ਦੇ ਜ਼ਮਾਨੇ ਦੇ ਅੰਦਰ, ਜਿੱਥੇ ਸੋਵਰਨ ਨੇਸ਼ਨਸ ਦੀ ਆਪਣੀ ਪ੍ਰੋਟੋਕਾਲਸ, ਆਪਣੀ ਇਸਟੈਬਲਿਸ਼ਮੈਂਟਸ, ਆਪਣੇ ਰੂਲਸ ਰੈਗੂਲੇਸ਼ਨਸ, ਆਪਣੇ ਏਜੰਡਾਜ਼ ਹੁੰਦੇ ਨੇ, ਉਹਨੂੰ ਬ੍ਰੇਕ ਕਰਕੇ ਜਾਣਾ ਬੜਾ ਮੁਸ਼ਕਿਲ ਹੈ। ਹੁਣ ਤੁਸੀਂ ਅਗਰ ਪਹੁੰਚ ਵੀ ਜਾਂਦੇ ਹੋ ਤੇ ਪਹਿਲਾ ਤੁਹਾਡਾ ਫਰਸਟ ਪੁਆਇੰਟ ਆਫ ਕੰਟੈਕਟ ਕੌਣ ਹੁੰਦਾ ਹੈ? ਪਹਿਲਾ ਕੰਟੈਕਟ ਦਾ ਪੁਆਇੰਟ ਤੇ ਅਗਰ ਤੇ ਇਨਸਾਨ ਜਿਹੜਾ, ਅਗਰ ਤੁਸੀਂ ਪਹੁੰਚ ਗਏ ਉੱਥੇ ਤੱਕ, ਤੇ ਜਿਹੜਾ ਇਨਸਾਨ ਉੱਥੇ ਰਹਿ ਰਿਹਾ ਉਹ ਤੇ ਬੜਾ ਮਸਤ ਹੈਗਾ। ਉਹ ਤੁਹਾਨੂੰ ਗੱਲ ਆਪਣੇ ਪਾਏਗਾ, ਉਹ ਘਰ ਬੁਲਾਏਗਾ, ਆਪਣੇ ਦਾਦਿਆਂ ਨੂੰ ਬੁਲਾਏਗਾ, ਨਾਨਿਆਂ ਨੂੰ ਬੁਲਾਏਗਾ, ਪੂਰੀ ਗੱਲਾਂ ਕਰਨਗੇ, ਦਿਲ ਖੁੱਲ ਕੇ ਗੱਲਾਂ ਕਰਨਗੇ। ਤਾਂ ਤੁਹਾਨੂੰ ਲੱਗਦਾ ਹੈ ਕਿ ਅਸੀਂ ਵਨਡੇ ਕਿਉਂ ਆਏ ਆ? ਇਹ ਤੇ ਪਹਿਲਾ ਇੱਕ ਜਜ਼ਬਾਤ ਵਾਲੀ ਗੱਲ ਹੈ ਜਿਹੜੀ ਜੋੜਦੀ ਹੈ। ਜੋ ਮੈਂ ਗੱਲ ਕਰ ਰਿਹਾ ਸੰਤਰਿਆਂ ਦੀ, 2 ਬੋਰੀ, ਮੈਂ ਇਕੱਲਾ ਬੰਦਾ 2 ਬੋਰੀ ਸੰਤਰਿਆਂ ਦਾ ਮੈਂ ਕੀ ਕਰਾਂਗਾ? ਮੈਂ ਡਰਾਈਵਰ ਨੂੰ ਵੀ ਦੇ ਦਾਂਗਾ, ਉਹ ਵੀ ਨਹੀਂ ਕੁਝ ਕਰ ਸਕਦਾ 2 ਬੋਰੀ ਸੰਤਰਿਆਂ ਦਾ, ਰਾਈਟ। ਤੇ ਇਹ ਜਜ਼ਬਾਤ ਵਾਲੀ ਗੱਲ ਹੈ। ਤੇ ਦਿਲ ਤੇ ਬੰਦਿਆਂ ਦੇ ਤੇ ਪੂਰੇ ਖੁੱਲੇ ਨੇ। ਤੇ ਹੁਣ ਪ੍ਰੋਬਲਮ ਇਹ ਹੈ ਕਿ ਇਸਟੈਬਲਿਸ਼ਮੈਂਟ ਵਾਲੇ ਤੁਹਾਡੇ ਪਿੱਛੇ ਹੁਣ ਅਗਰ ਲੱਗ ਜਾਣ, ਹੁਣ ਹਰ ਇਲਾਕੇ ਦੀ ਆਪਣੀ ਇਸਟੈਬਲਿਸ਼ਮੈਂਟਸ ਹੁੰਦੀਆਂ ਨੇ, ਅਗਰ ਇਸਟੈਬਲਿਸ਼ਮੈਂਟ ਵਾਲੇ ਲੋਅਰ ਲੈਵਲ ਦੇ ਬੰਦੇ ਲੱਗ ਜਾਂਦੇ ਤਾਂ ਤੇ ਤੁਹਾਡੀ ਪ੍ਰੋਬਲਮ ਬਹੁਤ ਹੈਗੀ ਅੱਗੇ ਜਾਣ ਦੀ, ਰਾਈਟ। ਹੁਣ ਗੱਲ ਹੈ ਕਿ ਅਗਰ ਤੁਸੀਂ ਉਹਨਾਂ ਪ੍ਰੋਬਲਮ ਨੂੰ ਕ੍ਰਾਸ ਕਰਦੇ ਕਰਦੇ ਤੁਸੀਂ ਹੁਣ ਪਹੁੰਚ ਗਏ ਕਿਲਿਆਂ ਦੇ ਅੰਦਰ, ਕਿਲਿਆਂ ਦੇ ਕੋਲ ਪਹੁੰਚ ਗਏ। ਹੁਣ ਕਿਲੇ ਅਕਸਰ ਜਿਹੜੇ ਕਾਇਮ ਖੜੇ ਨੇ, ਇਹ ਤੇ ਇਸਟੈਬਲਿਸ਼ਮੈਂਟ ਦੇ ਅੰਦਰ ਨੇ। ਦੇ ਆਈਦਰ ਵਿਦ ਦ ਪੁਲਿਸ, ਆਈਦਰ ਵਿਦ ਦੀ ਆਰਮੀ, ਆਈਦਰ ਵਿਦ ਦੀ ਫਰੰਟੀਅਰ ਕਨਸਟੇਬਲਰੀ। ਹੁਣ ਕਿਹੜਾ ਕੋਈ ਮੈਂ ਪੱਗ ਪਾਉਣ ਵਾਲਾ, ਮੈਂ ਤਾਂ ਕੰਪਰੋਮਾਈਜ਼ ਕਰਦਾ ਵੀ ਨਹੀਂ। ਮੈਂ ਇੱਦਾਂ ਜਾ ਕੇ ਮੈਂ ਕਹਾ ਮੈਂ ਅੰਦਰ ਜਾਣਾ, ਮੈਂ ਆਪਣੀ ਤਾਰੀਖ ਦੇਖਣੀ ਹੈ, ਹੂ ਕੇਅਰਸ ਫॉर ਮੀ, ਹੂ ਕੇਅਰਸ, ਬਿਲਕੁਲ ਹੈ ਨਾ। ਤੇ ਗੱਲ ਤੇ ਉਹ ਤੇ ਇਸਟੈਬਲਿਸ਼ਮੈਂਟ ਦਾ ਦਾਇਰਾ ਹੈ। ਤੇ ਗੱਲ ਮੈਂ ਕਹਿੰਦਾ ਇਹ ਚਾਹਦਾ ਕਿ ਜਿਹੜੀ ਤੇ ਇਸਟੈਬਲਿਸ਼ਮੈਂਟ ਦੇ ਅੰਡਰ ਨੇ, ਉਹ ਤਾਰੀਖੀ ਤੌਰ ਨਾਲ ਨਹੀਂ, ਲੇਕਿਨ ਉਹ ਇਸਟੈਬਲਿਸ਼ਮੈਂਟ ਦੀ ਰਿਕੁਆਇਰਮੈਂਟਸ ਦੇ ਹਿਸਾਬ ਨਾਲ ਮੇਨਟੇਨਡ ਨੇ, ਇਸਟੈਬਲਿਸ਼ਮੈਂਟ ਦੀ ਰਿਕੁਆਇਰਮੈਂਟਸ ਦੇ ਨਾਲ। ਐਂਡ ਦੈਟ ਇਜ਼ ਨਾਟ ਅ ਹਿਸਟੋਰੀਕਲ ਐਂਗਲ, ਰਾਈਟ। ਉਹਨਾਂ ਨੂੰ ਅਗਰ ਇੱਕ ਕਮਰਾ ਬਣਾਉਣਾ ਹੈ ਆਪਣੇ ਕਿਸੇ ਅਫਸਰ ਨੂੰ ਰੱਖਣ ਵਾਸਤੇ, ਉਹ ਬਣਾ ਲੈਣਗੇ। ਇਹ ਤੇ ਹਿਸਟੋਰੀਕਲ ਐਂਗਲ ਨਾਲ ਨਹੀਂ ਹੈ ਨਾ। ਲੇਕਿਨ ਜਿਹੜੇ ਛੋਟੇ ਜਿਹੜੇ ਗੁਰਦੁਆਰੇ ਅਕਸਰ ਜਾਂ ਮੰਦਿਰ ਜਿਹੜੇ ਛੁੱਟੇ ਹੋਏ ਨੇ, ਇਹ ਜਿਹੜਾ ਹਾਲ ਈਸਟ ਪੰਜਾਬ ਵਿੱਚ ਤੁਸੀਂ ਗੱਲ ਕਰ ਲਓ, ਈਸਟ ਪੰਜਾਬ ਵਿੱਚ ਕਿੰਨੀ ਕੋਈ ਮਸਜਿਦਾਂ ਬਚ ਗਈਆਂ ਨੇ, ਬਿਲਕੁਲ ਖਤਮ ਹੀ ਨਹੀਂ ਨਾ। ਤੇ ਉਹੀ ਹਾਲ ਤੇ ਉੱਥੇ ਵੀ ਹੈ, ਰਾਈਟ। ਮੈਂ ਕਹਿੰਦਾ ਈਸਟ ਪੰਜਾਬ ਦੇ ਅੰਦਰ ਤੁਹਾਨੂੰ ਘੱਟ ਮਸਜਿਦਾਂ ਨਜ਼ਰ ਆਉਣਗੀਆਂ, ਬਜਾਏ ਕਿ ਉੱਥੇ ਫਿਰ ਵੀ ਇਮਾਰਤਾਂ ਨਜ਼ਰ ਆਉਣਗੀਆਂ, ਰਾਈਟ। ਲੇਕਿਨ ਉਹ ਖੰਡਰਾਤ ਨੇ, ਨੇਚਰ ਐਕਟ ਕਰ ਰਿਹਾ, ਖਤਮ ਹੋ ਰਹੀਆਂ ਨੇ ਉਹ। ਤੇ ਇਹ ਦਿਸ ਇਜ਼ ਅ ਰਿਐਲਿਟੀ। ਜੀ ਬਿਲਕੁਲ। ਸਾਨੂੰ ਸਵਾਲ ਕਰ ਰਹੇ ਨੇ ਪ੍ਰੋਫੈਸਰ ਸਤਿਆਪਾਲ ਸਹਿਗਲ ਜੀ, ਉਹ ਤੁਹਾਨੂੰ ਖਾਸ ਤੌਰ ਤੇ ਡਾਕੂਮੈਂਟੇਸ਼ਨ ਬਾਰੇ ਪੁੱਛ ਰਹੇ ਨੇ, ਫੋਰਟਸ ਦੀ ਬਾਰੇ। ਮੈਂ ਤੇ ਉਹ ਇੰਗਲਿਸ਼ ਵਿੱਚ ਇੱਕ ਵਰਡ ਹੈਗਾ ਮੈਵਰਿਕ ਹੈ, ਜਿਹੜਾ ਕਿ ਇੱਕ ਲਫੰਟਰ, ਇੱਕ ਜਿਹੜਾ ਨਿਕਲਿਆ ਹੋਇਆ ਜਿਹਨੂੰ ਕੋਈ ਪਤਾ ਨਹੀਂ ਕੀ ਹੈ। ਮੈਂ ਤੇ ਜੌਬ ਛੱਡੀ ਹੋਈ ਹੈ ਤੇ ਮੈਂ ਨਿਕਲਿਆ ਸੀਗਾ ਛੁੱਟੀ ਤੇ, ਉਹ ਛੁੱਟੀ ਦੇ ਇਹੋ ਜਿਹਾ ਨਿਕਲਿਆ ਕਿ 7 ਸਾਲ ਹੋ ਗਏ ਅੱਜ ਤੱਕ ਮੇਰੀ ਟ੍ਰੈਜੈਕਟਰੀ ਚੇਂਜ ਹੋ ਗਈ। ਤੇ why was I particularly interested in documenting the forts? No, I was interested in knowing my roots. ਬਸ ਮੈਂ ਕਿਸੇ ਵਾਸਤੇ ਕੁਝ ਨਹੀਂ ਕਰਨ ਗਿਆ ਸੀਗਾ। ਮੈਂ ਕੋਈ ਅਕੈਡਮਿਸ਼ੀਅਨ ਨਹੀਂ ਆ, ਮੈਨੂੰ ਕੋਈ ਯੂਨੀਵਰਸਿਟੀ ਕੋਈ ਤਨਖਾਹ ਨਹੀਂ ਦੇ ਰਹੀ, ਮੈਨੂੰ ਕੋਈ ਪਬਲਿਸ਼ਿੰਗ ਹਾਊਸ ਕੋਈ ਪੇਪ ਚੈੱਕ ਨਹੀਂ ਦੇ ਰਿਹਾ। ਮੇਰਾ ਜਜ਼ਬਾਤ ਸੀਗਾ, ਇੱਕ ਮੇਰੇ ਪੇਰੈਂਟਸ ਦੀ ਕਹਾਣੀਆਂ ਸੀਗੀਆਂ ਜੋ ਮੈਨੂੰ ਖਿੱਚ ਕੇ ਲੈ ਕੇ ਗਈ, ਜੋ ਨਹੀਂ ਜਾ ਸਕੇ ਮੁਜ਼ੱਫਰਾਬਾਦ, ਐਬਟਾਬਾਦ ਨਹੀਂ ਜਾ ਸਕੇ। ਮੈਨੂੰ ਉਹ ਚੀਜ਼ ਖਿੱਚ ਕੇ ਲੈ ਕੇ ਗਈ ਕਿ ਮੈਂ ਆਪਣੇ ਪੇਰੈਂਟਸ ਦੇ ਕਰਕੇ ਜਾਣਾ ਚਾਹਨਾ। ਅੱਜ ਮੈਂ ਸਿੰਗਾਪੁਰ ਵਿੱਚ ਰਹਿ ਰਿਹਾ ਤੇ ਆਈ ਵਾਂਟ ਟੂ ਗੋ। ਜਦੋਂ ਮੈਂ ਜੌਬ ਛੱਡੀ ਸੀਗੀ, ਮੈਂ ਤੇ ਆਸਟ੍ਰੇਲੀਆ ਟ੍ਰਾਂਸਫਰ ਹੋਣ ਜਾ ਰਿਹਾ ਸੀਗਾ, ਕੋਈ ਹੋਰ ਜੌਬ ਲੈਣ ਜਾ ਰਿਹਾ ਸੀਗਾ। ਮੈਂ ਚਲਾ ਗਿਆ ਪਾਕਿਸਤਾਨ। ਉਹ 1 ਮਹੀਨਾ ਮੈਂ ਇਹੋ ਜਿਹਾ ਗਿਆ, ਉਹ ਕਰਦੇ ਕਰਦੇ ਕੁਝ ਹੋਰ ਹੋ ਗਿਆ। 7 ਸਾਲ ਅੱਜ ਹੋ ਗਏ ਨੇ, ਮੈਂ ਹੈਵ ਨੈਵਰ ਗੋਨ ਬੈਕ। ਆਈ ਐਮ ਕੰਟੀਨਿਊਇੰਗ ਟੂ ਰਿਸਰਚ ਡੀਪਰ ਐਂਡ ਡੀਪਰ ਐਂਡ ਡੀਪਰ। ਮੈਂ ਫੋਰਟਸ ਉੱਤੇ ਕੰਮ ਨਹੀਂ ਕੀਤਾ। ਜੇ ਅਗਰ ਤੁਸੀਂ ਭਾਈ ਸਾਹਿਬ ਜੀ ਨੇ ਅਗਰ ਸ਼ਾਇਦ ਮਿਸ ਕਰਤਾ ਹੋਵੇ ਕਿ ਮੇਰੀ ਪਹਿਲੀ ਤੇ ਕਿਤਾਬ ਪਾਕਿਸਤਾਨ ਦੇ ਉੱਤੇ ਅਗਰ ਤੁਸੀਂ ਦੇਖੋਗੇ, ਉਸ ਦੇ ਅੰਦਰ ਸਪਿਰਿਚੁਅਲ ਸਾਈਡਸ, ਉਸ ਦੇ ਅੰਦਰ ਇੰਟਰਟਵਾਈਨਿੰਗ ਇੰਟਰਫੇਥ ਐਸਪੈਕਟਸ, ਇੱਕ ਕਲਚਰ ਨੂੰ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਉਹ ਕਲਚਰ ਨੂੰ ਸਮਝੋਗੇ ਤੇ ਤੁਸੀਂ ਆਰਟ ਨੂੰ ਵੀ ਸਮਝੋਗੇ, ਗੁਰਦੁਆਰਿਆਂ ਨੂੰ ਵੀ ਸਮਝੋਗੇ, ਮੰਦਿਰ ਨੂੰ ਵੀ ਸਮਝੋਗੇ, ਹਾਊ ਮੰਦਿਰਸ ਆਰ ਟਾਈਡ ਅਪ ਵਿਦ ਦ ਗੁਰਦੁਆਰੇਸ, ਹਾਊ ਦ ਫੋਰਟਸ ਆਰ ਆਲਸੋ देयर। तमाम ਚੀਜ਼ਾਂ ਨੂੰ ਸਮਝੋਗੇ। ਮੇਰੀ ਸੈਕੰਡ ਬੁੱਕ ਦੇ ਅੰਦਰ ਮੈਂ ਤੁਹਾਨੂੰ ਕਹਿ ਚੁੱਕਿਆ, ਮੈਂ 110 ਪੇजेस ਨਾਨਕਪੰਥੀ ਕਲਚਰ ਨੂੰ ਡੈਡੀਕੇਟ ਕਰ ਚੁੱਕਿਆ। ਤੇ ਉਹ ਨਾਨਕਪੰਥੀ ਕਲਚਰ ਕੋਈ ਇਮਾਰਤਾਂ ਨੇ, ਕੋਈ ਪੱਥਰ ਨੇ, ਉਹ ਕੋਈ
ਉੱਤੇ ਜਜ਼ਬਾਤ ਹੈਗਾ ਇਨਸਾਨ ਦਾ, ਜਿਹੜਾ ਇੱਕ ਗੁਰੂ ਨਾਨਕ ਨੂੰ ਮੰਨਣ ਵਾਲਾ ਹੈ, ਚਾਹੇ ਉਹ ਪੱਗ ਰੱਖਦਾ ਹੈ ਜਾਂ ਨਹੀਂ ਰੱਖਦਾ ਹੋਵੇ, ਚਾਹੇ ਉਹ ਬੰਸਰੀ ਲਾਲ ਹੈ, ਚਾਹੇ ਉਹ ਸੰਤੋਸ਼ ਕੁਮਾਰ ਹੈ, ਚਾਹੇ ਉਹ ਸੰਤੋਖ ਸਿੰਘ ਹੈ, ਉਹ ਗੁਰੂ ਨਾਨਕ ਨੂੰ ਮੰਨਣ ਵਾਲਾ ਹੈ। ਉਸ ਕਲਚਰ ਨੂੰ ਮੈਂ, ਇੰਡਸ ਕਲਚਰ ਨੂੰ ਮੈਂ ਡਾਕੂਮੈਂਟ ਕਰ ਰਿਹਾ। ਉਸ ਤੋਂ ਬਾਅਦ ਗੁਰੂ ਨਾਨਕ ਦੀ ਗੱਲ ਕਰ ਰਹੇ ਹਾਂ ਅਸੀਂ, ਪਿਛਲੇ 3.5 ਸਾਲ ਤੋਂ ਅਸੀਂ ਗੁਰੂ ਨਾਨਕ ਦੀ ਡਾਕੂਮੈਂਟਰੀ ਸੀਰੀਜ਼ ਬਣਾਉਣ 'ਚ ਲੱਗੇ ਹੋਏ ਹਾਂ। ਸਾਰੇ 9 ਮੁਲਕਾਂ 'ਚ ਜਾ ਕੇ ਅਸੀਂ, ਜਿਹਦੇ ਅੰਦਰ ਜਾਣਾ ਅਫਗਾਨਿਸਤਾਨ ਤੋਂ ਲੈ ਕੇ ਈਰਾਨ, ਇਰਾਕ, ਸਾਊਦੀ, ਤਿੱਬਤ, ਜਿੱਥੇ ਜਾਣਾ ਜਾਮ ਤੇ ਜੋਖਿਮ ਲੈਣ ਵਾਲੀ ਗੱਲ ਹੈ। ਤੇ ਆਈ ਹੈਵ ਨਾਟ ਗੋਨ ਟੂ ਡਾਕੂਮੈਂਟ ਫੋਰਟਸ। ਮੇਰੀ ਜੋ ਵੀ ਚੀਜ਼ ਹੈ ਨਾ, ਉਹ ਪਾਕਿਸਤਾਨ ਦੇ ਡੋਮੇਨ ਦੇ ਅੰਦਰ ਮੈਂ ਜਦੋਂ ਕਰ ਰਿਹਾ ਸੀਗਾ, ਜਜ਼ਬਾਤ ਦੇ ਅੰਦਰ ਆ ਕੇ ਮੈਂ ਕਰ ਦਿੱਤਾ ਜੋ ਵੀ ਕੁਝ ਮੈਨੂੰ ਮਿਲਿਆ। ਲੇਕਿਨ ਉਸ ਨੂੰ ਜਦੋਂ ਲਿਖਣਾ ਸ਼ੁਰੂ ਕੀਤਾ, ਉਹਨਾਂ ਵਿੱਚੋਂ ਇਨਸਾਈਟਸ ਮਿਲ ਰਹੀਆਂ ਨੇ। ਉਹ ਇਨਸਾਈਟਸ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ। ਲਖਵੀਰ ਜੀ ਨੇ ਕਿਹਾ ਕਿ ਫੋਰਟਸ ਦੇ ਉੱਤੇ ਗੱਲ ਕਰੋ, ਤੇ ਮੈਂ ਫੋਰਟਸ ਕੱਟ ਕੇ ਤੁਹਾਨੂੰ ਸੁਣਾ ਦਿੱਤੇ। ਤੁਸੀਂ ਕਹੋਗੇ ਤੁਸੀਂ ਨਾਨਕ ਪੰਥੀਆਂ ਤੇ ਗੱਲ ਕਰੋ, ਮੈਂ ਨਾਨਕ ਪੰਥੀਆਂ ਤੇ ਗੱਲ ਕਰ ਲਾਂਗਾ। ਤੁਸੀਂ ਕਹੋਗੇ ਗੁਰਦੁਆਰੇ ਤੇ ਗੱਲ ਕਰੋ, ਉਸ ਤੇ ਗੱਲ ਕਰ ਦਾਂਗਾ। ਤੁਸੀਂ ਕਹੋਗੇ ਆਰਟ ਤੇ ਗੱਲ ਕਰੋ, ਮੈਂ ਆਰਟ ਤੇ ਗੱਲ ਕਰ ਦਾਂਗਾ। ਤੁਸੀਂ ਕਹੋਗੇ ਗੁਰੂ ਨਾਨਕ ਦੇ ਸਫ਼ਰ ਤੇ ਗੱਲ ਕਰੋ, ਉਸ ਤੇ ਕਰ ਦਾਂਗਾ। ਤੁਸੀਂ ਸੁਣਨਾ ਕੀ ਚਾਹੁੰਦੇ ਹੋ? ਗੱਲ ਹੈ ਜੀ ਬਿਲਕੁਲ ਬਿਲਕੁਲ ਜੀ। ਸਪੈਸੀਫਿਕ ਉਸ ਤਰੀਕੇ ਦੇ ਨਾਲ ਨਹੀਂ ਕਿ ਜਦੋਂ ਤੁਸੀਂ ਵਿਜ਼ਿਟ ਇੰਨਾ ਕੀਤਾ, ਉਸ ਇਲਾਕੇ 'ਚ ਘੁੰਮੇ ਫਿਰੇ ਹੋ, ਤਾਂ ਤੁਹਾਡੇ ਕੋਲੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਬਾਰੇ ਆਪਾਂ ਗੱਲ ਕਰ ਸਕਦੇ ਹਾਂ। ਤੇ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਡਾ ਲਾਹਾ ਵੀ ਲਈਏ, ਕਿਉਂਕਿ ਖਾਸ ਤੌਰ ਤੇ ਜਿਹੜੀਆਂ ਫੋਰਸ ਬਾਰੇ ਜਿਹੜੀ ਜਾਣਕਾਰੀ ਹੈ, ਸਾਡੇ ਬੱਚਿਆਂ ਦੇ ਸਿਲੇਬਸ ਦੇ ਵਿੱਚ ਵੀ ਹੈਗੀਆਂ ਨੇ ਇਹ ਚੀਜ਼ਾਂ, ਤੇ ਬੜੀਆਂ ਲਿਮਟਡ ਤੇ ਬੜੀਆਂ ਜਿਹੜੇ ਕਿਲੇ ਜ਼ਿਆਦਾ ਪ੍ਰਸਿੱਧ ਸੀਗੇ ਉਹਨਾਂ ਬਾਰੇ ਹੀ ਗੱਲਬਾਤ ਹੁੰਦੀ ਹੈ। ਬੱਚਿਆਂ ਨੂੰ ਇਹਨਾਂ ਕਿਲਿਆਂ ਬਾਰੇ ਨਹੀਂ ਪਤਾ, ਕਿਉਂਕਿ ਸਾਨੂੰ ਵੀ ਨਹੀਂ ਪਤਾ ਇਸ ਕਿਲਿਆਂ ਬਾਰੇ, ਜਿਹੜੀ ਖਾਸ ਤੌਰ ਤੇ ਤੁਸੀਂ ਦੱਸਿਆ ਕਿ ਜਿਹੜੇ ਕਿਲੇ ਹੁਣ ਖਤਮ ਹੋ ਚੁੱਕੇ ਨੇ, ਜਿਨ੍ਹਾਂ ਕਿਲਿਆਂ ਦਾ ਕੋਈ ਵਜੂਦ ਨਹੀਂ ਬਚਿਆ। ਅਗਲਾ ਸਵਾਲ ਸਾਨੂੰ ਵਕੀਲ ਸਿੰਘ ਜੀ ਕਰ ਰਹੇ ਨੇ। ਸਵਾਲ ਪੜ੍ਹਨਾ ਪਏਗਾ, ਮੈਨੂੰ ਪੜ੍ਹਿਆ ਨਹੀਂ ਜਾ ਰਿਹਾ, ਤੁਸੀਂ ਬੋਲੋਗੇ ਸਵਾਲ ਨਾ। ਉਹ ਪੁੱਛ ਰਹੇ ਨੇ, ਅਮਰਦੀਪ ਜੀ, ਆਰ ਯੂ ਇਨ ਸਿੰਗਾਪੁਰ ਨਾਓ? ਵੁੱਡ ਯੂ ਡੂ ਏ ਪ੍ਰੋਗਰਾਮ ਔਨ ਦੀ ਸਿੱਖ ਹਿਸਟਰੀ ਇਨ ਦੈਟ ਕੰਟਰੀ? ਦੀ ਹਿਸਟਰੀ ਆਫ ਮਾਈਗ੍ਰੇਸ਼ਨ ਫਰੋਮ ਇੰਡੀਆ ਟੂ ਦੀ ਆਈਸਲੈਂਡ ਐਂਡ ਪੈਸਿਫਿਕ ਵੁੱਡ ਬੀ ਗ੍ਰੇਟ। I am in Singapore and I'm not interested in doing that history. ਮੈਂ ਸੌਰੀ, ਮੈਨੂੰ ਕਿਸੇ ਨੇ ਇੱਕ ਸਵਾਲ ਪੁੱਛਿਆ ਸੀਗਾ ਮੇਰੀ ਕਿਤਾਬ, ਪਹਿਲੀ ਕਿਤਾਬ ਤੋਂ ਬਾਅਦ ਮੈਨੂੰ ਯਾਦ ਆਇਆ। ਥੋੜਾ ਮੈਂ ਬਲੰਟ ਵੀ ਜਵਾਬ ਦੇ ਦੇਣਾ, ਲੇਕਿਨ ਮੈਨੂੰ ਇੱਕ ਕਿਸੇ ਨੇ ਸਵਾਲ ਪੁੱਛਿਆ ਸੀਗਾ। ਮੈਂ ਲੇ ਮੈਰੀਡੀਅਨ ਦੇ ਹੋਟਲ ਦੇ ਅੰਦਰ, ਦਿੱਲੀ ਦੇ ਅੰਦਰ, ਪਹਿਲੀ ਕਿਤਾਬ ਦੀ ਰਿਲੀਜ਼ ਫੰਕਸ਼ਨ ਲੇ ਮੈਰੀਡੀਅਨ ਹੋਟਲ ਵਾਲਿਆਂ ਨੇ ਕੀਤੀ ਸੀਗੀ ਆਰਗੇਨਾਈਜ਼, ਤੇ ਮੈਂ ਉੱਥੇ ਗਿਆ ਸੀਗਾ ਸਿੰਗਾਪੁਰ, ਤੇ ਉਹਨਾਂ ਨੇ ਬੁਲਾਇਆ ਸੀਗਾ, ਸੱਦਿਆ ਸੀਗਾ, ਤੇ ਉਹ 250-300 ਬੰਦੇ ਸੀਗੇ। ਤੇ ਕਿਸੇ ਨੇ ਐਂਡ ਵਿੱਚ ਪੁੱਛਿਆ, ਅਮਰਦੀਪ ਸਾਹਿਬ ਤੁਹਾਡੀ ਕਿਤਾਬ ਪਹਿਲੀ ਲਈ, ਇਹ 2015 ਦੀ ਗੱਲ ਕਰ ਰਹੇ ਹਾਂ, ਇਟਸ ਅ ਵੈਰੀ ਟਚਿੰਗ representation with visuals and you've done a very good job. ਮੈਨੂੰ ਇੱਕ ਗੱਲ ਦੱਸੋ, ਤੁਸੀਂ ਇੱਥੇ ਹੁਣ ਈਸਟ ਪੰਜਾਬ ਵਿੱਚ ਕਦੋਂ ਕੰਮ ਕਰੋਗੇ? ਤੇ ਮੈਂ ਉਹਨੂੰ ਦੇਖਿਆ, ਮੈਂ ਕਿਹਾ ਕਦੀ ਨਹੀਂ ਕਰਾਂਗਾ। ਤਾਂ ਹੀ ਲੁੱਕਡ ਐਟ ਮੀ, ਸੇਸ ਕਿਉਂ? ਮੈਂ ਕਿਹਾ ਮੇਰੀ ਕੀ ਲੋੜ ਹੈ ਤੁਹਾਨੂੰ, ਤੁਸੀਂ ਆਪ ਬੈਠੇ ਹੋ ਇੱਥੇ, ਕਰੋ ਨਾ ਕੰਮ, ਮੇਰੀ ਕੀ ਲੋੜ ਹੈ? ਬਿਲਕੁਲ ਮੇਰੇ ਅਗਰ ਮੈਂ ਤੇ ਕਹਿਣਾ, ਮੈਂ ਹਿਸਟੋਰੀਅਨ ਥੋੜਾ ਨਾ, ਮੈਂ ਕੋਈ ਪੇ ਚੈਕ ਥੋੜਾ ਲੈਣਾ ਪਿਆ ਕੋਈ। ਮੇਰਾ ਜਿੱਥੇ ਦਿਲ ਕਰੇਗਾ ਮੈਂ ਚੱਲ ਪਾਂਗਾ, ਮੈਂ ਮਲਾਂਗਾ। ਅਗਰ ਬੂਏ ਖੁੱਲ ਗਏ ਤੇ ਕੁਝ ਕਰ ਲਾਂਗੇ, ਨਹੀਂ ਖੁੱਲੇ ਤੇ ਵਾਪਸ ਆ ਜਾਾਂਗੇ। ਤੇ ਅਜੇ ਤੱਕ 7 ਸਾਲ ਦੇ ਬੂਏ ਖੁੱਲ ਰਹੇ ਨੇ। ਹੁਣ 7 ਸਾਲ ਦੇ, ਅਗਰ ਮੈਂ ਕਾਰਪੋਰੇਟ ਬੰਦਾ, ਮੇਰਾ ਮਾਈਂਡ ਕਾਰਪੋਰੇਟ ਵਾਂਗ ਚੱਲਦਾ ਹੈ, ਤੇ ਕਾਰਪੋਰੇਟ ਨੂੰ ਤਾਂ ਸਿਖਾਇਆ ਜਾਂਦਾ ਹੈ ਕਿ ਫੋਕਸ ਔਨ ਯਰ ਸਕਿੱਲ ਸੈਟਸ, ਔਨ ਯਰ ਕੋਰ ਸਕਿੱਲਸ, ਡੋਂਟ ਡਾਈਵਰਸਿਫਾਈ ਯੋਰਸੈਲਫ। ਇੱਕ ਚੀਜ਼ ਨੂੰ ਤੁਸੀਂ ਫੋਕਸ ਕਰੋ, ਉਸ ਚੀਜ਼ ਤੋਂ 10 ਚੀਜ਼ਾਂ ਨਿਕਲਣਗੀਆਂ। ਤੇ ਮੇਰਾ ਅੱਜ ਅਗਰ ਡੈਫੀਨੇਸ਼ਨ ਮੈਂ ਕਹਾਂ 7 ਸਾਲ ਦੇ ਬਾਅਦ, 2014 ਤੋਂ ਲੈ ਕੇ ਅੱਜ ਤੁਸੀਂ ਦੇਖ ਲਓ ਮੈਨੂੰ, 21 ਤੱਕ ਪਹੁੰਚ ਗਏ ਹਾਂ। 7 ਸਾਲ ਦੇ ਅੰਦਰ ਮੈਂ ਆਪਣੇ ਆਪ ਨੂੰ ਕਿਸ ਤਰ੍ਹਾਂ ਡਿਫਾਈਨ ਕਰਨਾ। ਮੇਰੀ ਇੱਕ ਰਾਇਲ ਜਿਓਗ੍ਰਾਫਿਕ ਸੁਸਾਇਟੀ ਦੇ ਅੰਦਰ ਪ੍ਰੈਜੈਂਟੇਸ਼ਨ ਸੀਗੀ, ਐਂਡ ਆਈ ਵਾਸ ਸਪੀਕਿੰਗ ਟੂ ਦ UK ਬੇਸਡ ਗਰੁੱਪ, ਤੇ ਮੈਂ ਉਹਨਾਂ ਨੂੰ ਡਿਫਾਈਨ ਕੀਤਾ, ਹੂ ਐਮ ਆਈ। ਮੇਰੀ ਕੋਰ ਸਕਿੱਲ ਇਹ ਹੈਗੀ ਕਿ ਮੈਨੂੰ ਨਹੀਂ ਪਤਾ ਕਿਉਂ, ਬਟ ਇੱਕ ਡਿਵਾਈਨ ਫੋਰਸ ਮੇਰੇ ਵਾਸਤੇ ਉਹਨਾਂ ਥਾਵਾਂ ਵਿੱਚ ਬੂਹੇ ਖੋਲ ਰਹੀ ਹੈ ਵੇਅਰ ਅਦਰਸ ਆਰ ਚੂਜ਼ਿੰਗ ਨਾਟ ਟੂ ਗੋ। ਬਿਲਕੁਲ, ਪੈਸੀਫਿਕ ਆਈਲੈਂਡਸ ਦੇ ਅੰਦਰ ਤੇ ਤੁਸੀਂ ਟਿਕਟ ਲਾਓ ਤੇ ਜਾਓ, ਆਪਣੀ ਤਾਰੀਖ ਕਰ ਲਓ। ਫੀਜੀ ਆਈਲੈਂਡ ਵਿੱਚ ਬੜੇ ਸਿੱਖ ਬੈਠੇ ਨੇ, ਤੁਸੀਂ ਕਰ ਲਓ। ਮੈਨੂੰ ਟਿਕਟ ਲੈ ਕੇ ਨਹੀਂ ਜਾਣਾ, ਮੈਨੂੰ ਟਿਕਟ ਲੈ ਕੇ तमाम ਅੜਚਨਾ ਵਿੱਚੋਂ ਹੁੰਦੇ ਹੋਏ ਜਾਣਾ ਹੈ, ਤਾਂ ਮੈਨੂੰ ਨਸ਼ਾ ਆਉਂਦਾ ਹੈ, ਮਜ਼ਾ ਤੇ ਤਾਂ ਆਉਂਦਾ ਹੈ। ਬਿਲਕੁਲ ਉਹ ਮੇਰੀ ਸਕਿੱਲ ਹੈ। ਅਜੇ ਜੀ ਸਵਾਲ ਸਾਨੂੰ ਕਰ ਰਹੇ ਨੇ ਜੀ, ਉਹ ਪੁੱਛ ਰਹੇ ਨੇ, what is the present condition of fort of Saragadi? Does it have any reminiscence on the time of well-known Sikh Pashtun battle? ਦੇਖੋ ਜੀ, ਤੁਹਾਨੂੰ ਜਿਤਨੀ ਵੀ ਸਾਰਾਗੜੀ ਦੀ ਪਿਕਚਰਾਂ ਚਾਹੀਦੀਆਂ ਨਾ, ਤੁਹਾਨੂੰ ਇੰਟਰਨੈਟ ਤੇ ਮਿਲ ਜਾਣਗੀਆਂ।
ਅੱਜਕੱਲ ਇੰਟਰਨੈਟ ਦੇ ਕਰਕੇ ਬਹੁਤ ਵਾਧਾ ਹੋ ਗਿਆ ਹੈ ਕਿ ਸਾਰਾਗੜੀ ਦੇ ਜਿਹੜੇ ਉੱਪਰ ਜਿਹੜਾ ਉਹ ਏਰੀਆ ਹੈ ਨਾ, ਉੱਥੇ ਇੱਕ ਛੋਟਾ ਜਿਹਾ ਇੱਕ ਮਾਊਂਟ ਹੈਗਾ, ਉੱਥੇ ਇੱਕ ਪਲਾਕ ਲੱਗਿਆ ਹੋਇਆ, ਉਸ ਦੇ ਨਾਂ ਲਿਖੇ ਹੋਏ ਨੇ ਸੋਲਜਰਸ ਦੇ, ਰਾਈਟ, ਉਹ ਇੱਕ ਛੋਟਾ ਜਿਹਾ ਹੈਗਾ। ਬਾਕੀ ਸਾਰਾਗੜੀ ਦੇ ਬੈਟਲ ਦੀ ਅਗਰ ਤੁਸੀਂ ਪੜ੍ਹੋ ਨਾ, ਤੇ ਉਹ ਜਿਹੜੇ ਦੂਜੇ ਬੇਸਿਸ ਸੀਗੇ ਨੀਅਰ ਬਾਏ ਦੇ ਜਿਹੜੇ ਹੋਰ ਫੋਰਟ ਸੀਗੇ ਨਾ, ਉਹ ਸਾਰੇ ਫੋਰਟਸ ਤੇ ਬਿਲਕੁਲ ਕੁਝ ਵੀ ਨਹੀਂ ਹੈ, ਉੱਥੇ ਕੁਝ ਵੀ ਨਹੀਂ ਹੈ, ਦੇयर इज नथिंग देयर। ਸਾਰਾਗੜੀ ਦੇ ਪੁਆਇੰਟ ਦੇ ਉੱਤੇ ਤੁਹਾਨੂੰ ਇੱਕ ਪਲਾਕ ਹੈਗਾ, ਉਹ ਥੋੜੇ ਬਹੁਤ ਪੱਥਰ ਪਏ ਹੋਏ ਨੇ, ਉਹ ਮਿਲ ਜਾਣਗੇ, ਬਸ ਉਤਨਾ ਕੁਝ ਹੈ। ਬਾਕੀ ਹੋਰ ਜਿਹੜੇ ਬੇਸ ਤੇ ਫੋਰਟ ਸੀਗੇ ਉੱਥੇ ਕੁਝ ਵੀ ਨਹੀਂ ਹੈਗਾ। ਜੀ ਬਿਲਕੁਲ। ਸੋ ਅਮਰਦੀਪ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੰਨੀ ਬਹੁਮੁੱਲੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਕਿਲਿਆਂ ਦੇ ਹਵਾਲੇ ਦੇ ਨਾਲ ਤੁਸੀਂ ਪੂਰੀ ਤਾਰੀਖ ਬਾਰੇ ਵੀ ਗੱਲ ਕੀਤੀ ਹੈ, ਖਾਸ ਤੌਰ ਤੇ ਸਿੱਖ ਏਰਾ ਦੇ ਸਮੇਂ ਜਿਹੜੀ ਗੱਲਬਾਤ ਹੋਈ ਹੈ। ਤੇ ਅਸੀਂ ਆਸ਼ਾ ਕਰਦੇ ਹਾਂ ਕਿ ਸਾਡੇ ਜਿਹੜੇ ਸਰੋਤੇ ਸਾਡੇ ਨਾਲ ਜੁੜੇ ਹੋਏ ਸੀ, ਖਾਸ ਤੌਰ ਤੇ ਮੈਂ ਕਹਾਂਗਾ ਕਿ ਸਾਡੇ ਜਿਹੜੇ ਵਿਦਿਆਰਥੀ ਹੈਗੇ ਨੇ, ਜਿਨ੍ਹਾਂ ਦੇ ਹਿਸਟਰੀ ਦੇ ਸ਼ੋਬੇ ਦੇ ਨਾਲ ਜਿਹੜੇ ਸੰਬੰਧ ਰੱਖਦੇ ਨੇ, ਉਹਨਾਂ ਨੂੰ ਇਸ ਬਾਰੇ ਕਾਫੀ ਜਾਣਕਾਰੀ ਜਿਹੜੀ ਤੁਹਾਡੇ ਲੈਕਚਰ ਤੋਂ ਮਿਲੀ ਹੋਏਗੀ। ਤੇ ਮੈਂ ਇਹ ਵੀ ਉਮੀਦ ਕਰਦਾ ਕਿ ਤੁਹਾਡੇ ਤੋਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਹਨਾਂ ਚੀਜ਼ਾਂ ਬਾਰੇ ਤੁਸੀਂ ਲੰਬੇ ਸਮੇਂ ਤੋਂ ਰਿਸਰਚ ਕਰ ਰਹੇ ਹੋ, ਉਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਲੇਟਫਾਰਮ ਤੋਂ ਅਸੀਂ ਚਾਹਾਂਗੇ ਕਿ ਤੁਸੀਂ ਹੋਰ ਵੀ ਸਾਡੇ ਨਾਲ ਲੈਕਚਰ ਸਾਂਝੇ ਕਰੋ। ਤੇ ਅੱਜ ਦੇ ਲੈਕਚਰ ਦੇ ਲਈ ਸਾਡੇ ਸਮੂਹ ਮੈਨੇਜਮੈਂਟ ਤਰਫੋਂ, ਸਾਡੇ ਪ੍ਰਿੰਸੀਪਲ ਡਾਕਟਰ ਗੁਰਜਿੰਦਰ ਸਿੰਘ ਬਰਾੜ ਜੀ ਵੱਲੋਂ, ਸਮੂਹ ਸਟਾਫ ਵੱਲੋਂ, ਬੱਚਿਆਂ ਵੱਲੋਂ ਤੇ ਖਾਸ ਤੌਰ ਤੇ ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਨਾਲ ਜੁੜੇ ਤੇ ਇਸ ਪਲੇਟਫਾਰਮ ਤੋਂ ਸਾਡੇ ਨਾਲ ਇੰਨਾ ਖੂਬਸੂਰਤ ਲੈਕਚਰ ਸਾਡੇ ਨਾਲ ਸਾਂਝਾ ਕੀਤਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ। ਅਮਰਦੀਪ ਜੀ, ਕੁਝ ਕਹਿਣਾ ਚਾਹੋਗੇ ਤੁਸੀਂ? ਨਹੀਂ, ਬਹੁਤ ਸ਼ੁਕਰੀਆ ਜੀ, ਥੈਂਕ ਯੂ, ਤੁਸੀਂ ਮੌਕਾ ਦਿੱਤਾ। ਤੇ ਬਾਕੀ ਮੇਰਾ ਅਜੇ ਐਟ ਦਿਸ ਪੁਆਇੰਟ ਆਫ ਟਾਈਮ ਪੂਰਾ ਅਟੈਂਸ਼ਨ ਔਨ ਅਸੀਂ ਡਾਕੂ ਸੀਰੀਜ਼ ਰਿਲੀਜ਼ ਕਰਨ ਜਾ ਰਹੇ ਹਾਂ। ਤੇ ਟੂ ਬੀ ਓਨੈਸਟ, ਤੁਹਾਨੂੰ ਮੈਂ ਪਹਿਲਾਂ ਕਿਹਾ ਹੋਇਆ ਸੀ ਕਿ ਮੈਂ ਗੱਲ ਕਰ ਲਾਂਗਾ, ਲੇਕਿਨ ਅਗਰ ਤੁਸੀਂ ਮੇਰੇ ਨਾਲ ਪਹਿਲਾਂ ਗੱਲ ਨਹੀਂ ਕੀਤੀ ਹੋਣੀ ਤੇ ਮੈਂ ਐਟ ਦਿਸ ਪੁਆਇੰਟ ਆਫ ਟਾਈਮ ਕੋਈ ਲੈਕਚਰਸ ਲੈ ਵੀ ਨਹੀਂ ਰਿਹਾ। ਮੇਰੇ ਸਿਰਫ ਇੱਕ ਜੈਪੁਰ ਲਿਟਰੇਚਰ ਫੈਸਟੀਵਲ ਔਰ ਇੱਕ ਪਾਰਟੀਸ਼ਨ ਆਰਕਾਈਵਸ ਦਾ ਕਮਿਟਡ ਹੈਗਾ, ਬਟ ਇਸ ਕਰਕੇ ਕਿ ਮੇਰਾ ਪੂਰਾ 100% ਅਟੈਂਸ਼ਨ ਹੁਣ ਕੁਝ ਦਿਨਾਂ 'ਚ ਮੋੜਨ ਜਾ ਰਿਹਾ ਹੈ ਫॉर ਦੀ ਐਲੇਗਰੀ ਟੈਪਿਸਟਰੀ ਆਫ ਗੁਰੂ ਨਾਨਕ ਟ੍ਰੈਵਲਸ। ਔਰ ਉਸ ਫੋਕਸ ਦੇ ਵਿੱਚ ਮੈਂ ਆਪਣੇ ਆਪ ਨੂੰ ਡਾਈਵਰਸੀਫਾਈ ਨਹੀਂ ਕਰਨਾ ਚਾਹੁੰਦਾ। ਤੇ ਪਾਕਿਸਤਾਨ ਦੇ ਟੌਪਿਕਸ ਬੜੀ ਸਾਰੀ ਚੀਜ਼ਾਂ ਨੇ, ਇਹਨਾਂ ਨੂੰ ਹੋ ਸਕਦਾ ਹੈ ਅਸੀਂ ਕੁਝ ਮਹੀਨਿਆਂ ਬਾਅਦ ਗੱਲ ਕਰਾਂਗੇ, ਤੇ ਤਾਂ ਤੱਕ ਮੈਂ ਕੋਈ ਹੋਰ ਲੈਕਚਰਸ ਲਵਾਂਗਾ ਵੀ ਨਹੀਂ। ਬਟ ਔਨ ਦੀ ਟੌਪਿਕ ਆਫ ਗੁਰੂ ਨਾਨਕ ਟ੍ਰੈਵਲਸ ਸਾਰਾ ਫੋਕਸ ਹੁਣ ਉਸ ਤੇ ਜਾਏਗਾ, ਬਿਕੋਜ਼ ਉਸ ਦਿਨ ਤਾਂ ਬੜੀ ਵੱਡੀ ਅਸੀਂ 3.5 ਸਾਲ ਦੀ ਰਿਸਰਚ ਹੈ, ਐਂਡ ਇਟਸ ਦ ਫਰਸਟ ਟਾਈਮ ਡਾਕੂ ਸੀਰੀਜ਼ ਰਿਲੀਜ਼ ਹੋਣੀ ਸ਼ੁਰੂ ਹੋਏਗੀ ਫਰੋਮ 14 ਅਕਤੂਬਰ। ਹਰ ਹਫਤੇ ਅਸੀਂ ਇੱਕ ਐਪੀਸੋਡ ਰਿਲੀਜ਼ ਕਰਾਂਗੇ। ਸੋ ਫॉर ਦੋਜ਼ ਹੂ ਆਰ ਕਨੈਕਟਡ, ਸਾਡੀ ਵੈਬਸਾਈਟ thegurunanak.com, ਦੀ ਗੁਰੂ ਨਾਨਕ THE ਲਗਾਉਣਾ ਪਏਗਾ, thegurunanak.com, ਵਨ ਵਰਡ, ਤੁਸੀਂ ਜਾ ਕੇ ਦੇਖ ਸਕਦੇ ਹੋ, ਉੱਥੇ ਆਪਣੇ ਨੂੰ ਰਜਿਸਟਰ ਕਰ ਸਕਦੇ ਹੋ। ਜਦੋਂ ਅਸੀਂ ਐਪੀਸੋਡ ਰਿਲੀਜ਼ ਕਰਨਾ ਸ਼ੁਰੂ ਕਰਾਂਗੇ ਤੁਹਾਨੂੰ ਈਮੇਲਸ ਆ ਜਾਇਆ ਕਰਨਗੀ, ਤੁਸੀਂ ਦੇਖੋ, ਆਪਣਾ ਲਾਹਾ ਲਓ। ਸੋ ਦੈਟਸ ਵੇਅਰ ਆਵਰ ਫੋਕਸ ਇਜ਼ ਰਾਈਟ ਨਾਓ। ਜੀ, ਉਹ ਵੈਬਸਾਈਟ ਤੇ ਹੋਏਗੀ ਸਰ ਕਿ YouTube ਦਾ ਕੋਈ ਚੈਨਲ ਵੀ ਹੈ? ਵੈਬਸਾਈਟ ਦੇ ਉੱਤੇ ਹੋਏਗੀ ਰਾਈਟ ਨਾਓ। ਜੀ ਜ਼ਰੂਰ ਸਰ, ਉਹਦੇ ਨਾਲ ਅਸੀਂ ਜੁੜਾਂਗੇ। ਤੁਸੀਂ ਜ਼ਰੂਰ ਉਹ ਆਪਣੇ ਉਸ ਕੰਮ ਵੱਲ ਫੋਕਸ ਕਰੋ। ਅਸੀਂ ਆਉਣ ਵਾਲੇ ਫਿਰ ਅਕਤੂਬਰ ਤੋਂ ਬਾਅਦ ਜਾਂ ਜਦ ਤੁਹਾਡਾ ਕੰਮ ਜਦੋਂ ਸੰਪੂਰਨ ਹੋਇਆ ਉਸ ਤੋਂ ਬਾਅਦ ਅਸੀਂ ਜੁੜਾਂਗੇ ਤੇ ਤੁਹਾਡੇ ਤੋਂ ਹੋਰ ਜਿਹੜੀ ਖਾਸ ਤੌਰ ਤੇ ਜਿੰਨਾਂ ਪਰਿਸਥਿਤੀਆਂ ਦੇ ਵਿੱਚ ਤੁਸੀਂ ਕੰਮ ਕੀਤਾ ਉਹਨਾਂ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ, ਉਹਨਾਂ ਨੂੰ ਅਸੀਂ ਜਾਣ ਸਕਦੇ ਹਾਂ, ਤੇ ਤੁਹਾਡਾ ਕੰਮ ਜਿਹੜਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਲੇਟਫਾਰਮ ਤੋਂ ਵੀ ਸਾਡੇ ਸਰੋਤਿਆਂ ਨਾਲ ਸਾਂਝਾ ਕਰਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਮਰਦੀਪ ਸਿੰਘ ਜੀ, ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜਿਹੜੇ ਇਸ ਮੰਚ ਨਾਲ ਸਾਡੇ ਨਾਲ ਜੁੜੇ ਤੇ ਇਸ ਲੈਕਚਰ ਦੇ ਜਰੀਏ ਸਾਡੇ ਨਾਲ ਸਵਾਲਾਂ ਦੇ ਜਰੀਏ ਸਾਡੇ ਨਾਲ ਸਾਂਝ ਪਾਈ। ਸੋ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਦੋਸਤੋ, ਸਾਡੀ ਲੈਕਚਰ ਸੀਰੀਜ਼ ਨੂੰ ਪੂਰਾ ਸਾਲ ਹੋ ਗਿਆ, ਅੱਜ 58ਵਾਂ ਲੈਕਚਰ ਸੀ, ਤੇ ਸਾਲ ਦੇ ਪੂਰੇ ਹੋਣ ਦੇ ਉੱਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪੂਰਾ ਪ੍ਰੋਗਰਾਮ ਕਰਾਂਗੇ, ਜਿਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਲੈਕਚਰ ਸੀਰੀਜ਼ ਤੋਂ ਇਸ ਲੈਕਚਰ ਸੀਰੀਜ਼ ਦੇ ਬਾਰੇ ਤੁਹਾਡੀ ਜਿਹੜੀ ਫੀਡਬੈਕ ਹੈ ਉਹ ਤੁਹਾਡੀ ਵੀ ਅਸੀਂ ਜਾਣਨੀ ਚਾਹਾਂਗੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਜਿਹੜਾ ਉਹ ਆਯੋਜਿਤ ਕਰਨ ਜਾ ਰਹੇ ਹਾਂ, ਤੇ ਤੁਹਾਡੇ ਸਾਰੇ ਸਰੋਤਿਆਂ ਦਾ ਲਗਾਤਾਰ ਸਾਡੇ ਨਾਲ ਸਾਲ ਤੋਂ ਬਣੇ ਹੋਏ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਸਾਡੇ ਜਿਹੜੇ ਗੈਸਟ ਸਪੀਕਰ ਆਉਂਦੇ ਨੇ, ਸਾਨੂੰ ਟਾਈਮ ਦਿੰਦੇ ਨੇ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਸੋ ਅਮਰਦੀਪ ਜੀ, ਸ਼ੁਕਰੀਆ, ਥੈਂਕ ਯੂ, ਧੰਨਵਾਦ। ਤੇ ਇਸ ਮੰਚ ਤੋਂ ਅਸੀਂ ਅਗਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਮਿਲਾਂਗੇ। ਥੈਂਕ ਯੂ ਜੀ, ਥੈਂਕ ਯੂ।